ਹਾਂਜੀ ਨਿੱਜਰ ਸਾਹਿਬ ਹੋਰ ਫਿਰ ਅੱਜ ਆਪਾਂ ਮੇਰੇ ਖਿਆਲ ਹਾਂ ਅੱਠਵੀਂ ਜਿਹੜੀ ਹੈਗੀ ਆ ਉਹ ਲੈਣੀ ਆ ਦੇ ਥਿਤੀ 8ਵੀਂ ਥਿਤੀ ਤੋਂ 8ਵਾਂ ਸ਼ਲੋਕ ਤੇ 8ਵੀਂ ਪੌੜੀ। ਕੱਲ ਜਿਹੜਾ ਹੈਗਾ 7ਵੀਂ ਤਿਥੀ ਤੋਂ ਆਪਾਂ ਨੇ ਗਿਆਨ ਲੈ ਲਿਆ ਸੀ, ਸੰਤ ਮੰਡਲ ਦੱਸਿਆ ਸੀ। 7ਵੀਂ ਤਿਥੀ ਦੇ ਵਿੱਚ ਮਹਾਰਾਜ ਨੇ ਬਈ ਮਨ ਸੰਤੋਖ ਜਾਏਗਾ, ਲਿਵ ਲੱਗ ਜਾਏਗੀ ਮਾਲਕ ਪਰਮਾਤਮਾ ਦੇ ਨਾਲ ਜੇ ਤੂੰ ਸੰਤ ਮੰਡਲ ਦੇ ਵਿੱਚ ਜਿਹੜਾ ਹੈਗਾ ਪਰਮੇਸ਼ਰ ਦਾ ਜਸ ਕਰੇਗਾ। ਤੇ ਉਸ ਤੋਂ ਬਾਅਦ ਫਿਰ ਹੁਣ ਜਿਹੜੇ ਹੈਗੇ ਮਹਾਰਾਜ ਅਗਲਾ ਜਿਹੜਾ ਹੈਗਾ 8ਵੀਂ ਤਰੀਕ ਤੋਂ ਥਿਤੀ ਤੋਂ ਗਿਆਨ ਦੇ ਰਹੇ ਆਪਾਂ ਨੂੰ। ਅੰਗ 298 श्लोक 8 पहर गुण गाइए तजिए अवर जंजाल जम कंकर जोह न सके नानक प्रभु दयाल। 8 पहर गुण गाइए तजिए अवर जंजाल। महाराज देखो ਜਿਹੜੇ ਹੈਗੇ ਆ ਪੰਜਵੀਂ ਪਾਤਸ਼ਾਹੀ ਕਿੰਨੀ ਤਾਕੀਦ ਕਰ ਰਿਹਾ ਹੈ। ਕਹਿੰਦੇ 8 ਪਹਿਰ ਜਿਹੜਾ ਹੈਗਾ ਪਰਮੇਸ਼ਰ ਦੇ ਵੱਲ ਨੂੰ ਧਿਆਨ ਹੋਣਾ ਚਾਹੀਦਾ ਹੈ। ਬਾਕੀ ਦੁਨੀਆ ਦੇ ਜਿਹੜੇ ਹੈਗੇ ਕੰਮ ਕਾਰਜ ਜਿਹੜੇ ਹੈਗੇ ਉਹ ਆਪਣੇ ਆਪ ਹੀ ਤੇਰੇ ਕੰਮ ਕਾਰਜ ਜਿਹੜੇ ਹੈਗੇ ਆ ਉਹ ਪੂਰਨ ਹੋ ਜਾਣਗੇ। ਤੇਰੇ ਕੰਮ ਕਾਰ ਜਿਹੜੇ ਹੈਗੇ ਜਿੰਨੇ ਜਿਹੜੇ ਹੈਗੇ ਆ ਤੈਨੂੰ ਡਿਮਾਂਡ ਹੈ ਤਿੰਨੇ ਤੇਰੀ ਜ਼ਰੂਰਤ ਹੈਗੀ ਆ ਉਸ ਤੋਂ ਵੱਧ। ਔਰ ਜੇ ਮਾਲਕ ਵੱਲ ਨੂੰ ਜੇ ਆਪਾਂ ਜਿਹੜੇ ਹੈਗੇ ਆ ਮਾਲਕ ਵੱਲ ਨੂੰ ਆਪਾਂ ਆਪਣੀ ਸੁਰਤ ਮਾਲਕ ਨੂੰ ਜਿਹੜਾ ਗੁਰੂ ਦਾ ਗਿਆਨ ਜਿਹੜਾ ਹੈਗਾ ਉਹਨੂੰ ਆਪਾਂ ਉਹਦੇ ਅਨੁਸਾਰ ਜਿਹੜੀ ਯਾਤਰਾ ਸ਼ੁਰੂ ਕਰੀਏ ਤੇ ਦੁਨਿਆਵੀ ਜਿਹੜੀ ਹੈਗੀ ਯਾਤਰਾ ਆਟੋਮੈਟਿਕਲੀ ਸੁਖੈਨੀ ਵਧੀਆ ਹੋਈ ਜਾਂਦੀ ਆ। ਉਹਦੇ ਚ ਮਾਲਕ ਜਿਹੜੇ ਕਮੀ ਨਹੀਂ ਆਉਣ ਦਿੰਦੇ। ਤੇ ਜਮ ਕੰਕਰ ਜੋ ਨਾ ਸਕੇ ਨਾਨਕ ਪ੍ਰਭੂ ਦਿਆਲ। ਕਹਿੰਦੇ ਇਸ ਤਰ੍ਹਾਂ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਮਾਲਕ ਦਿਆਲ ਹੋ ਜਾਂਦਾ ਹੈ। ਜਿਸ ਤੇ ਮਾਲਕ ਦਿਆਲ ਹੋਏ ਉਹੀ ਜਿਹੜਾ ਹੈਗਾ ਧਿਆਨ ਸਿਮਰਨ ਕਰ ਸਕਦਾ ਹੈ ਭਾਈ 8 ਪਹਿਰ ਗੁਣ ਗਾ ਸਕਦਾ ਹੈ। ਜਮ ਕੰਕਰ ਜੋ ਨਾ ਸਕੀ ਕਹਿੰਦੇ ਜਮ ਕੰਕਰ ਜਿਹੜੇ ਹੈਗੇ ਧਰਮਰਾਜ ਜਿਹੜਾ ਹੈਗੇ ਉਹਨਾਂ ਨੂੰ ਜਿਹੜਾ ਹੈਗਾ ਨਹੀਂ ਅੱਗੇ ਲਿਜਾ ਸਕਦੇ, ਮੂੰਹ ਨਹੀਂ ਦਿਖਾ ਸਕਦੇ, ਜੂਨਾਂ 'ਚ ਨਹੀਂ ਪਾ ਸਕਦੇ ਜਿਹੜੇ ਇਸ ਤਰੀਕੇ ਦੇ ਨਾਲ ਭਗਤੀ ਕਰਦੇ ਆ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਨਿੱਜਰ ਸਾਹਿਬ ਤੁਕ ਬੋਲ ਦਿਓ ਦੁਬਾਰਾ। 8 पहर श्लोक 8 पहर गुण गाइए तजिए अवर जंजाल जम कंकर जोह न सके नानक प्रभु दयाल। ਹਾਂਜੀ ਬਿਲਕੁਲ ਡੀ ਜੀ ਸਾਧ ਸੰਗਤ ਜੀ ਬਿਲਕੁਲ ਕਲੀਅਰ ਨਿਸ਼ਾਨਾ ਟਾਰਗੇਟ ਬਿਲਕੁਲ। ਇੱਕ ਤੁਕ ਨਿੱਜਰ ਸਾਹਿਬ ਉਹ ਬੋਲ ਦਿਓ ਜਿਹੜਾ ਅਵਰ ਕਾਜ। हाँ अवर काज तेरे किते ना काम मिल साध संगत भज केवल नाम। ਇਹ ਵੀ ਉਹਨਾਂ ਦੀ ਉਸੇ ਪਾਤਸ਼ਾਹੀ ਦੀ ਹੈਗੀ ਭਾਈ। ਸਾਧ ਸੰਗਤ ਜੀ ਸਮਝ ਲਓ ਆਪ ਕੀ ਕਹਿ ਰਹੇ ਨੇ। ਉਹ ਕਹਿੰਦੇ ਅਵਰ ਕਾਜ। ਅਵਰ ਦਾ ਮਤਲਬ ਪਤਾ ਕੀ ਹੈ? A to Z। ਉਹਦਾ ਕਾਰਨ ਹੈ ਬਹੁਤ ਵੱਡਾ। ਉਹ ਕਹਿੰਦੇ ਕਿ ਤੂੰ ਜਿਹੜਾ ਕੰਮ ਲਾਸਟ ਤੇ ਪਾਇਆ ਸੀ ਨਾ ਲਿਸਟ ਲਿਖਿਆ ਹੈਗਾ ਪਰ ਤੂੰ ਸਭ ਤੋਂ ਲਾਸਟ 'ਚ ਲਿਖਿਆ। ਪਰ ਮੈਂ ਤੈਨੂੰ ਏਦਾਂ ਕਹਿੰਦਾ ਤੂੰ ਏਦਾਂ ਕਰਕੇ ਉਹ ਲਿਸਟ ਨੂੰ ਕੱਟ ਕੇ ਤੇ ਉਸ ਤੋਂ ਪਹਿਲੇ ਦੀ ਲਿਸਟ ਤੇ ਇਹਨੂੰ ਲਿਆ। ਬਿਲਕੁਲ ਕੋਈ ਨਹੀਂ ਕਹਿੰਦੇ ਕਿ ਦੂਜਾ ਕੁਝ ਨਹੀਂ ਕੰਮ ਕਰਨਾ ਹੈ ਕੰਮ ਪਰ ਕਹਿੰਦੇ ਤੂੰ ਉਹ ਕੰਮ ਜਿਹੜਾ ਨੰਬਰ 2 ਤੇ ਲਿਆ। ਤੈਨੂੰ ਪਤਾ ਨਹੀਂ ਤੂੰ ਕੀ ਕਰ ਰਿਹਾ। ਤੁਸੀਂ ਵੇਖਿਆ ਕਮਲ ਦੇ ਫੁੱਲ ਦੇ ਵਿੱਚ ਯਕੀਨ ਨਹੀਂ ਆਉਂਦਾ ਨਾ ਤੇ ਕਿਤੇ ਕਮਲ ਦਾ ਲਾਗੇ ਕੋਈ ਛੱਪੜ ਹੋ ਜੇ ਤੇ ਕਮਲ ਹੋ ਕੇ ਉਹਨਾਂ ਤੇ ਜਾ ਕੇ ਵੇਖਿਓ ਉਹ ਭਵਰਾ ਵਾ। ਉਹਨੂੰ ਭਵਰਾ ਜਦੋਂ ਰਸ ਚੂਸਦਾ ਨਾ ਉਹ ਤੇ ਉਹਨੂੰ ਪਤਾ ਨਹੀਂ ਲੱਗਦਾ। ਉਹ ਉੱਥੇ ਬੈਠਾ ਰਹਿੰਦਾ ਰਸ ਚੂਸਦਾ ਰਹਿੰਦਾ। ਉਦੋਂ ਸ਼ਾਮ ਹੋ ਜਾਂਦੀ ਹੈ। ਸ਼ਾਮ ਹੁੰਦੀ ਹੌਲੀ ਹੌਲੀ ਉਹ ਤੇ ਕਮਲ ਦੇ ਪੱਤੇ ਨਾ ਹੌਲੀ ਹੌਲੀ ਕਰਕੇ ਉਹ ਬੰਦ ਹੋਣ ਡੈ ਪੈਂਦੇ। ਉਹਨੂੰ ਪਤਾ ਨਹੀਂ ਲੱਗਦਾ ਕਿ ਇਹਦੇ ਸ਼ਾਮ ਹੋ ਗਈ ਆ। ਉਹ ਰਾਤ ਦੇ ਵਿੱਚ ਇੰਨਾ ਕੀ ਵਜ੍ਹਾ ਨਹੀਂ ਹੋਣਾ ਪਈ ਜੀ ਕੋਈ ਦੇਖਦੇ ਹਾਂ ਜੀ ਕਿਹੜੇ ਹੈਗੇ। ਮਲਕੀਅਤ ਦਾ ਫੋਨ ਖੁੱਲ੍ਹਾ ਜੀ। ਮਲਕੀਤ ਸਿੰਘ ਜੀ
ਤੁਸੀਂ ਸਾਰਿਆਂ ਨੂੰ ਡਿਸਟਰਬ ਕਰਤਾ। ਬਲਕਿ ਤੁਸੀਂ ਮਾਈਕ ਬੰਦ ਕਰ। ਮੈਂ ਕਰਤਾ ਜੀ। ਕਹਾਣੀ ਆਪਾਂ ਨੂੰ ਕੀ ਸਮਝਾ ਰਹੀ ਆ ਕਿ ਮਤਲਬ ਕਿ ਉਹ ਕਮਲ ਦਾ ਫੁੱਲ ਹੌਲੀ ਹੌਲੀ ਬੰਦ ਹੁੰਦਾ। ਜਿਵੇਂ ਮੈਂ ਤੇ ਸੋਚਦਾ ਨਾ, ਅਸੀਂ ਸੋਚਦੇ ਆ ਉਹ ਕਮਲ ਛਦਾਈ ਆ। ਮੈਂ ਕਹਿੰਦਾ ਕਮਲ ਨਹੀਂ ਛਦਾਈ, ਉਹ ਤਾਂ ਵਿਚਾਰਾ ਜਾਨਵਰ ਹੈ, ਉਹਨੂੰ ਜੀਵ ਨੂੰ ਕੀ ਪਤਾ ਤੇ ਛੋਟਾ ਜਿਹਾ ਭੌਰ ਹੈਗਾ। ਤੇ ਅਸੀਂ ਤੇ ਬੰਦੇ ਆ, ਸਾਨੂੰ ਕਿਹੜਾ ਪਤਾ ਲੱਗਣ ਦਿਆ ਕਮਲ ਦਾ ਫੁੱਲ ਬੰਦ ਹੋਣ ਦਿਆ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਉਹ ਤੇ ਇੱਕ ਤਾਂ ਭੌਰਾ, ਇੱਕ ਛੋਟਾ ਜਿਹਾ ਕੀੜਾ। ਮੁਰਕੂ ਕਿਹੜਾ ਇੰਨਾ ਦਿਮਾਗ ਹੈ, ਚਲੋ ਨਹੀਂ ਪਤਾ ਲੱਗਦਾ। ਤੇ ਸਾਨੂੰ ਪਤਾ ਲੱਗ ਗਿਆ, ਅਸੀਂ ਕਿਹੜੇ ਸੁਧਰ ਗਏ। ਬਿਲਕੁਲ ਸਹੀ ਗੱਲ ਹੈ। ਅਸੀਂ ਉਹ ਤੇ ਫਿਰ ਵੀ ਉਹ ਵਿਚਾਰਾ ਇੱਕ ਉਹਦੀ ਤੇ ਉਨੀ ਗਰੰਟੀ ਵੀ ਨਹੀਂ ਹੈਗੀ। ਚਲੋ ਕੋਈ ਨੀ, ਛੋਟਾ ਜਿਹਾ ਦਿਮਾਗ ਉਹਦਾ ਜੀਵਨ ਹੀ ਉਹ, ਪਰ ਜੀਵ ਨੂੰ ਪਤਾ ਥੋੜੀ ਲੱਗਦਾ ਕਿ ਮੇਰੇ ਸਵਾਦ ਖਤਮ ਹੋ ਰਹੇ। ਇੱਕ ਕਹਾਣੀ ਸੁਣਾਉਂਦਾ ਮੈਂ ਤੁਹਾਨੂੰ। ਮਤਲਬ ਏਦਾਂ ਹੀ ਨਾ, ਇੱਕ ਰਾਜਾ ਸੀ, ਉਹਦੇ ਮਤਲਬ ਜਵਾਨ ਸੀ ਮੁੰਡਾ, ਜੇ ਨੌਜਵਾਨੀ ਸੀ ਬਿਲਕੁਲ। ਤੇ ਉਹਨੂੰ ਰਾਜ ਚ ਵੀ ਪਾਵਰ ਬੜੀ ਉਹਨੂੰ। ਉਹਨੇ ਕਦੇ ਅਧਿਆਤਮਕ ਬਾਰੇ ਸੋਚਿਆ ਹੀ ਨਹੀਂ ਕਦੇ। ਉਹਦੇ ਲਾਗੇ ਇੱਕ ਉਹਦਾ ਨਾਲ ਦਾ ਵਜ਼ੀਰ ਰਹਿੰਦਾ ਸੀ। ਉਹਨੇ ਦੱਸਿਆ ਕਿੱਦਾਂ ਮਤਲਬ ਕਿ ਉਹ ਨਾ ਫਲਾਨੀ ਜਗ੍ਹਾ ਤੇ ਕੱਲ ਮੌਤ ਹੋ ਗਈ, ਉਹ ਰਾਜਾ ਮਰ ਗਿਆ। ਠੀਕ ਹੈ, ਮਰ ਗਿਆ, ਕੋਈ ਗੱਲ ਨਹੀਂ। ਉਹਨੂੰ ਕੋਈ ਬਿਮਾਰੀ ਹੋਊਗੀ, ਉਹਨੂੰ ਕੋਈ ਹਿਰਦੇ ਦੀ ਪ੍ਰੋਬਲਮ ਹੋਊਗੀ, ਜਾਂ ਉਹਨੂੰ ਕੋਈ ਚਮੜੀ ਦੀ ਸ਼ਿਕਾਇਤ ਹੋਊਗੀ, ਜਾਂ ਸੱਟ ਪੇਟ ਲਾ ਕੇ ਮਰਿਆ ਹੋਇਆ, ਜੰਗ ਚ ਮਰਿਆ ਹੋਊ। ਕਹਿੰਦਾ ਨਾ ਤੇ ਜੰਗ ਚ ਮਰਿਆ, ਨਾ ਉਹਨੂੰ ਕੋਈ ਹਿਰਦੇ ਦੀ ਸ਼ਿਕਾਇਤ, ਨਾ ਉਹਨੂੰ ਕੋਈ ਬਿਮਾਰੀ ਲੱਗੀ। ਕਹਿੰਦਾ ਏਦਾਂ ਕਿੱਦਾਂ ਹੋ ਸਕਦਾ? ਏਦਾਂ ਕਿੱਦਾਂ ਹੀ ਹੋ ਸਕਦਾ? ਜਦੋਂ ਟਾਈਮ ਆ ਗਿਆ ਸੱਜਣਾ ਜਾਣਾ ਹੀ ਪੈਂਦਾ ਇੱਥੋਂ। ਬਿਲਕੁਲ ਸਾਰੇ ਬਿਮਾਰੀ ਨਾਲ ਹੀ ਮਰਦੇ ਆ। ਕਹਿੰਦੇ ਏਦਾਂ ਵੀ ਆ? ਮੈਂ ਤਾਂ ਸੋਚਿਆ ਕਿ ਚਲੋ 70-80 ਸਾਲ ਦਾ ਬੰਦਾ ਤੇ ਹੋ ਕੇ ਮਰਦਾ। ਉਹ ਕਹਿੰਦਾ ਇਹ ਨਹੀਂ ਗਰੰਟੀ ਹੈਗੀ ਭਾਈ। ਪਰ ਤੂੰ ਉਹ ਫਿਰ ਉਹਦੇ ਲੋਕੀ ਨੇ ਹਿਰਦਾ ਪਰਿਵਰਤਨ ਕਰਤਾ ਕਿ ਇਹ ਤੇ ਬੜੀ ਅਜੀਬ ਜੀ ਗੱਲ। ਮੈਂ ਤੇ ਸੋਚਦਾ ਸੀ ਜਿੱਦਾਂ ਮੇਰਾ ਪਿਓ 70-80 ਸਾਲ ਦਾ ਹੋ ਕੇ ਮਰਿਆ ਤੇ ਮੈਂ ਵੀ ਉਨੀ ਤੇ ਹੋ ਕੇ ਤੇ ਮਰੂੰਗਾ। ਫਿਰ ਉਹਨੂੰ ਗਿਆਨ ਹੋ ਗਿਆ ਕਿ ਉਮਰ ਜਿਹੜੀ ਤੇ ਮੌਤ ਦਾ ਕਨੈਕਸ਼ਨ ਕੋਈ ਨਹੀਂ। ਉਹ ਤਾਂ ਪਿਓ ਤੋਂ ਪਹਿਲਾਂ ਵੀ ਮਰ ਸਕਦਾ। ਇਹ ਮਤਲਬ ਏਦਾਂ ਦੀ ਸਿਸਟਮ ਹੈ, ਹਨਾ? ਬਿਲਕੁਲ। ਉਹ ਫਿਰ ਉਸ ਚੀਜ਼ ਨੇ ਉਸ ਅਗਿਆਨ ਨੂੰ, ਭਰਮ ਨੂੰ, ਕਿਉਂਕਿ ਉਹ ਲਿਸਟ ਦੇਖੋ, ਲਿਸਟ ਤੁਹਾਡੇ ਕੋਲ ਹੈਗੀ ਆ, ਤੁਹਾਡੀ ਆਲਰੇਡੀ ਲਿਸਟ ਹੈਗੀ ਆ, ਇਹਦੇ ਚ ਦੋ ਰਹਿ ਤੇ ਕੋਈ ਨਹੀਂ। ਹੁਣ ਜਦੋਂ ਇਹ ਚੀਜ਼ ਸਮਝ ਆਉਂਦੀ ਆ ਕਿ ਮੌਤ ਤੇ ਜੀਵਨ ਦੇ ਵਿੱਚ ਜ਼ਿਆਦਾ ਗੈਪ ਨਹੀਂ ਹੈਗਾ। ਜਦੋਂ ਅਸੀਂ ਸੋਚਦੇ ਬੜੀ ਗਰੰਟੀ ਹੈ, ਸਾਡੇ ਅੰਦਰ ਹੈ ਕਿ ਕੁਝ ਵੀ ਨਹੀਂ ਹੈਗਾ। ਇਹ ਥੋੜੀ ਕਿ ਦਮ ਆਇਆ ਕਿ ਨਹੀਂ ਆਇਆ, ਕੀ ਗਰੰਟੀ? ਅੱਜ ਰਾਤ ਆਉਣੀ ਆ, ਕਈ ਲਵੇਟੇ ਜਾਣੇ, ਉਹਨਾਂ ਨੇ ਤੇ ਬੜਾ ਕੁਝ ਸੋਚਿਆ ਸੀ, ਅਸੀਂ ਆਹ ਕਰਾਂਗੇ, ਆਹ ਕਰਾਂਗੇ। ਉਹ ਖੇਡਾਂ ਇੱਥੇ ਹੀ ਰਹਿ ਗਈਆਂ। ਇੱਥੇ ਨਾ ਆਪਣੇ ਅੰਮ੍ਰਿਤਸਰ ਪਤਾ ਨੀ ਨਾਂ ਬੜਾ ਮਸ਼ਹੂਰ ਸੀ ਨੱਚੇ ਦਾ, ਪੰਜਾਬ ਦੇ ਸੀ, ਦੋ ਭਰਾ ਸੀ, ਪੌਂਟੀ ਚੱਡਾ ਕਹਿੰਦੇ ਸੀ, ਚੱਠਾ ਕਿ ਚੱਡਾ। ਉਹ ਜਿਹੜੇ ਸ਼ਰਾਬ ਦੇ ਠੇਕੇਦਾਰ ਸੀਗੇ? ਹਾਂ, ਉਹ ਦੇਖੋ ਇੱਕ ਛੋਟਾ ਜਿਹਾ ਢਾਬਾ ਸੀ ਉਹਦਾ, ਬੰਦੇ ਦਾ, ਉਹਦਾ ਗੁੱਟ ਨੀ ਹੈਗਾ ਇਹ। ਉਸ ਬੰਦੇ ਨੇ ਇੰਨੀ ਤਰੱਕੀ ਕੀਤੀ। ਇੱਕ ਸਮਾਂ ਆਇਆ ਕੈਪਟਨ ਸਾਹਿਬ ਨੇ ਸਾਰੇ ਪੰਜਾਬ ਦੇ ਠੇਕੇ ਦੇ ਦਿੱਤੇ ਉਹ ਬੰਦੇ ਨੂੰ, ਇਕੱਲੇ ਨੂੰ। ਇੱਕ ਠੇਕਾ ਨਹੀਂ ਲਿਆ ਜਾਂਦਾ ਸ਼ਰਾਬ ਦਾ। ਬਿਲਕੁਲ। ਅਬ ਜਸਟ ਸੋਚੋ ਕਿੰਨੀ ਵੱਡੀ ਗੱਲ ਹੋ। ਉਹ ਦੇਖ ਉਹਨਾਂ ਦੀ ਮੌਤ ਏਦਾਂ ਦੀ ਆਈ। ਦੋ ਭਰਾ, ਇੱਕ ਉਹਨਾਂ ਕੋ ਪਤਾ ਨੀ ਵੱਡਾ ਫਾਰਮ ਹਾਊਸ ਸੀ, ਉੱਥੇ ਲੜ ਪਏ ਦੋਨੇ ਭਰਾ। ਹੋਰ ਕੋਈ ਵੀ ਗਾਰਡ, ਉਹਨੇ ਗੋਲੀ ਮਾਰੀ, ਉਹਨੇ ਇੱਕ ਨੂੰ ਮਾਰਤਾ, ਉਹਦੇ ਦੂਜੇ ਦੇ ਗਾਰਡਾਂ ਨੇ, ਤੇ ਦੂਜੇ ਦੇ ਗਾਰਡਾਂ ਨੇ ਉਹਨੂੰ ਮਾਰਤਾ। ਬਿਲਕੁਲ। ਉਹਨਾਂ ਕਿਤੇ ਸੋਚਿਆ ਕਿ ਮੌਤ ਏਦਾਂ ਆਊਗੀ? ਇਹ ਕਾਲ ਹੈ। ਤੇ ਇਸੇ ਲਈ ਬਾਣੀ ਆਪਾਂ ਨੂੰ ਇਹ ਸਮਝਾਇਆ ਗਿਆ ਕਿ ਤੇਰੇ ਜਿਹੜੇ ਦੂਜੇ ਕੰਮ ਉਹਨਾਂ ਨੂੰ ਜਿੱਦਾਂ ਕਰ ਕਿ ਤੂੰ ਉਹਨਾਂ ਲਿਸਟ 2 ਤੇ ਲੈ। ਜਿਹਨੂੰ ਲਾਸਟ ਦੇ ਨੰਬਰ ਤੇ ਰੱਖਿਆ ਨਾ ਉਹਨੂੰ ਪਹਿਲੇ ਤੇ ਲੈ। ਕਿਉਂਕਿ ਤੂੰ ਸੋਚੇਗਾ ਕਿ ਬੁਢਾਪੇ ਚ ਮੈਂ ਜਪੇਂਗਾ, ਤੈਨੂੰ ਬੁਢਾਪੇ ਡੁੱਬੇ ਚ ਕਿਤੇ ਮੌਕਾ ਮਿਲਣਾ ਕਿ ਨਹੀਂ ਮਿਲਣਾ? ਬੁਢਾਪਾ ਆਉਣਾ ਕਿ ਨਹੀਂ ਆਉਣਾ? ਕਿ ਤੇਰਾ ਤੋਂ ਪਹਿਲਾਂ ਹੀ ਤੇਰਾ ਪੱਤਾ ਕੱਟਿਆ ਜਾਣਾ। ਤੇ ਬਾਣੀ ਆਪਾਂ ਨੂੰ ਕੀ ਕਰ ਰਹੀ ਹੈ? ਵਾਰਨ ਕਰ ਰਹੀ ਹੈ। ਵਾਰਨ ਕਰਨ ਦਾ ਮਤਲਬ ਕੀ ਹੁੰਦਾ? ਸਮਝਾਉਣਾ। ਦੇਖੋ ਦੋ ਹੀ ਤੇ ਤਰੀਕੇ ਨੇ, ਇੱਕ ਮੱਛੀ ਜਿਹੜੀ ਆ ਪੱਥਰ ਚੱਟ ਕੇ ਵਾਪਸ ਆ ਰਹੀ ਆ, ਤੇ ਇੱਕ ਚੱਟਣ ਜਾ ਰਹੀ ਆ। ਜਿਹੜੀ ਜਾ ਰਹੀ ਆ ਉਹ ਵੀ ਭਰਮ ਚ ਹੈ, ਪੱਥਰ ਹੈ। ਆਖਰ ਤੇ ਸੰਸਾਰ ਤੋਂ ਜਿਹੜਾ ਵੀ ਬੰਦਾ ਜਾਂਦਾ ਹੈ ਨਾ, ਇਹਦਾ ਟੇਸਟ ਬਹੁਤ ਖੱਟਾ ਜਿਹਾ ਟੇਸਟ ਹੈ, ਚੰਗਾ ਟੇਸਟ ਥੋੜੀ ਹੈਗਾ। ਜਦੋਂ ਜਾਓਗੇ ਤੇ ਦੱਸ ਦਿਓ ਮੈਨੂੰ ਕਿ ਮੈਨੂੰ ਬੜਾ ਮਜ਼ਾ ਆਇਆ। ਇਹ ਬਕਬਕਾ ਜਿਹਾ ਵਾ, ਪਰ ਸੰਸਾਰ ਆ, ਰਹਿਣਾ ਤੇ ਇੱਥੇ ਪੈਣਾ। ਕਿਉਂਕਿ ਜਦੋਂ
ਰਸ ਦੇ ਵਿੱਚ ਫਸਿਆ ਹੈ ਭੌਰ। ਪਰ ਇਹ ਜੀਵ ਨੂੰ ਸਮਝਾਇਆ ਉਹਨਾਂ ਨੇ। ਅਸਲ ਤੇ ਕਮਲ ਭੌਰ ਦੀ ਤੇ ਗੱਲ ਹੀ ਨਹੀਂ ਕੀਤੀ। ਜੋ ਵੀ ਗੱਲ ਕੀਤੀ ਜਾਂਦੀ ਸਾਨੂੰ ਸਮਝਾਈ ਗਈ ਹੈ, ਬਾਣੀ ਚ ਵੀ ਆ ਜਾਂ ਇੱਧਰ ਉੱਧਰ ਜਿੱਥੇ ਵੀ ਗੱਲਾਂ ਚੱਲਦੀਆਂ, ਹਨਾ ਨਿੱਜਰ ਸਾਹਿਬ? ਬਿਲਕੁਲ ਸਹੀ ਗੱਲ ਹੈ। ਉਹਨੂੰ ਇਹ ਸਮਝਾਇਆ ਕਿ ਰਸ ਦੇ ਵਿੱਚ ਤੂੰ ਕਿੰਨਾ ਵੇਖ ਲੈ, ਮਸਤ ਆ, ਔਰ ਕਿੱਦਾਂ ਇਹਨੂੰ ਚੰਗਾ ਵੀ ਲੱਗਦਾ ਹੈ। ਰਸ ਕਿੱਦਾਂ ਚੰਗਾ ਲੱਗਦਾ, ਤੁਸੀਂ ਕਹੋਗੇ ਕਿੱਦਾਂ ਚੰਗਾ ਲੱਗਦਾ? ਹੁਣ ਜਦੋਂ ਬੰਦਾ ਫਿਲਮ ਵੇਖਣ ਜਾਂਦਾ ਹੈ ਨਿੱਜਰ ਸਾਹਿਬ, ਤੇ ਉਹ ਵੀ ਇੱਕ ਰਸ ਆ। ਵੇਖੋ ਕਿੱਦਾਂ ਡਾਇਲੌਗ ਦੇ ਨਾਲ ਬੰਦਾ ਕੀ ਕਰਦਾ, ਬੈਠਾ ਫਿਲਮ ਦੇ ਵਿੱਚ ਨਿੱਜਰ ਸਾਹਿਬ ਉਸ ਹੀਰ ਦੀ ਜਗ੍ਹਾ ਤੇ ਚੱਲ ਜਾਂਦਾ। ਔਰ ਤੁਸੀਂ ਦੇਖੋਗੇ ਨਾ ਉੱਥੇ ਬੈਠੇ ਬੰਦੇ ਮੋਢੇ ਮਾਰ ਡੈ ਪੈਂਦੇ ਕਿ ਵਿਲਨ ਨੂੰ ਮਾਰ। ਮਤਲਬ ਲੋਕ ਇੰਨੇ ਇਮੋਸ਼ਨਲ ਹੋ ਜਾਂਦੇ ਆ, ਔਰ ਕਈ ਉਹ ਸੀਨ ਵੇਖ ਕੇ ਰੋਣ ਵੀ ਡੈ ਪੈਂਦੇ ਆ। ਜਸਟ ਇੱਕ ਫਿਲਮ ਹੈ, ਜਦ ਪਤਾ ਵੀ ਸਾਹਮਣੇ ਪਰਦੇ ਤੇ ਚੱਲ ਰਹੀ ਹੈ ਫਿਲਮ, ਨਕਲੀ ਐਕਟਰ ਸਭ ਪੈਸੇ ਦੇ ਕੇ ਕੰਮ ਹੋ ਰਿਹਾ, ਪਰ ਜਦੋਂ ਹੀਰੋ ਐਕਟਿੰਗ ਕਰਦਾ ਹੈ, ਉਹ ਕੀ ਕਰਦਾ ਹੈ, ਜਿਹਦੇ ਮਾੜੀ ਮੋਟੀ ਐਕਟਿੰਗ ਕਰੇ ਨਾ ਤੇ ਉਹਨੇ ਤੁਹਾਨੂੰ ਪ੍ਰਭਾਵਿਤ ਨਹੀਂ ਕਰਨਾ, ਤੁਹਾਨੂੰ ਪਤਾ ਲੱਗ ਜਾਣਾ ਕਿ ਐਕਟਿੰਗ ਚ ਦਮ ਨਹੀਂ ਹੈਗਾ। ਉਹ ਕੀ ਕਰਦਾ ਕਿ ਉਸ ਰੋਲ ਨੂੰ ਪਲੇ ਕਰਨ ਦੇ ਲਈ ਉਹਦੇ ਵਿੱਚ ਵੜ ਜਾਂਦਾ ਹੈ। ਰੋਲ ਦੇ ਵਿੱਚ ਜੇ ਭਿਖਾਰੀ ਦਾ ਜਾਂ ਰਾਜੇ ਦਾ ਜਾਂ ਵਿਲਨ ਦਾ ਰੋਲ ਕਰੂਗਾ, ਉਹਨੂੰ ਉਹੀ ਰੋਲ ਕਰਨਾ ਪਊ ਯਥਾਰਥ ਤੌਰ। ਉਸ ਤੋਂ ਬਾਅਦ ਫਿਰ ਬੰਦਾ ਜਿਹੜਾ ਹਿਚਮੁਟਾਈ ਹੋ ਜਾਂਦਾ ਵੇਖਣ ਵਾਲਾ, ਕਿਉਂਕਿ ਉਹਨੇ ਅਸਲੀਅਤ ਪਾਈ ਹੁੰਦੀ ਉਸ ਐਕਟਿੰਗ, ਔਰ ਉਸ ਟਾਈਮ ਤੇ ਉਹ ਬੰਦਾ ਉਹੀ ਬਣਿਆ ਹੁੰਦਾ, ਅੰਡਰ 1% ਬਣਿਆ ਹੋ। ਜੇ ਕੁੜੀ ਇੱਕ ਤਵਾਇਫ ਦਾ ਰੋਲ ਬਣ ਕੇ ਹੀ ਉਹ ਰੋਲ ਕਰਨਾ ਪੈਣਾ, ਨਿਭਾਊਗੀ ਤੇ ਤਾਂ ਹੀ ਲੋਕਾਂ ਨੇ ਇੰਟਰਸਟ ਹੋਣਾ, ਉਹਦਾ ਐਕਟਿੰਗ ਹੋਣੀ ਨਹੀਂ। ਹੁਣ ਇਹ ਸੰਸਾਰ ਹੈ, ਇਸ ਸੰਸਾਰ ਚ ਰਸ ਪ੍ਰਾਪਤ ਹੁੰਦਾ ਹੈ ਸਾਨੂੰ। ਉਹ ਫਿਲਮ ਚ ਵੀ ਸਾਨੂੰ ਰਸ ਹੀ ਪ੍ਰਾਪਤ ਹੁੰਦਾ ਹੈ। ਤੁਸੀਂ ਜਾਓਗੇ ਨਾ ਉਹ ਤਾਂ ਤੁਹਾਨੂੰ ਘਰੇ ਕੀ ਹੋ ਰਿਹਾ ਉਹ ਤੁਹਾਨੂੰ ਸਾਰਾ ਭੁੱਲ ਜਾਣਾ। ਉਸ ਟਾਈਮ ਤੁਸੀਂ 101% ਫਿਲਮ ਚ ਬੈਠੇ। ਇਸ ਕਰਕੇ ਲੋਕੀ ਬਾਰ-ਬਾਰ ਫਿਲਮ ਵੇਖਣ ਜਾਂਦੇ ਆ। ਜੂਆ ਖੇਡਦੇ ਇਹ ਵੀ ਉਹ ਕੰਮ ਕਰ ਰਹੇ। ਜੂਏ ਤੇ ਜਦੋਂ ਦਾ ਲੱਗਦਾ ਨਾ ਤੇ ਧਿਆਨ ਹੁੰਦਾ, ਹੁਣ ਕੀ ਹੋਊ, ਹੁਣ ਪੱਤੇ ਚੁੱਕੀ ਨਿਕਲੂ, ਹੁਣ ਪੱਤੇ ਚੁੱਕ ਨਿਕਲੂ। ਉਹ ਫਿਰ ਜ਼ਿੰਦਗੀ ਸੁਲਟੀ ਉਹਦੀ ਵਰਤਮਾਨ ਕਾਲ ਚ ਆਉਂਦੀ ਹੈ, ਔਰ ਉਹਦੇ ਕਰਕੇ ਉਹ ਆਨੰਦ ਦੀ ਪ੍ਰਾਪਤੀ ਹੁੰਦੀ। ਉਹ ਬਾਰ-ਬਾਰ ਫਿਰ ਕੀ ਕਰਦਾ, ਉਸੇ ਆਨੰਦ ਨੂੰ ਪ੍ਰਾਪਤ ਕਰਨ ਦੇ ਲਈ ਜੂਆ ਖੇਡਦਾ। ਇਹ ਜਿਹੜੇ ਸਾਰੇ ਕੰਮ ਆਪਾਂ ਕਰਦੇ ਹਾਂ ਨਾ, ਸੁੱਖ ਕੁਝ ਨਹੀਂ ਹੈਗਾ ਇਸ ਆਨੰਦ ਨੂੰ। ਕੇਵਲ ਉਸ ਚੀਜ਼ ਨੂੰ, ਉਸ ਸੁੱਖ ਨੂੰ, ਉਸ ਟਿੱਕੇ ਲੁਕੇ ਨੂੰ, ਕੁਛ ਨਾ ਕੁਛ ਚੀਜ਼ ਹੁੰਦੀ ਹੈ ਜਿੱਥੇ ਆਪਣਾ ਵਰਤਮਾਨ ਕਾਲ ਧਾਰਾ ਚੋਂ ਸਾਨੂੰ ਉੱਥੇ ਸੁੱਖ ਦੀ ਪ੍ਰਾਪਤ ਹੁੰਦੀ। ਪਰ ਉਹ ਜਿੱਥੇ ਆਪਾਂ ਨੂੰ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਅਸੀਂ ਉਸ ਚੀਜ਼ ਤੇ ਕਬਜ਼ਾ ਕਰਦੇ ਹਾਂ ਜਾਂ ਉਸ ਚੀਜ਼ ਦੇ ਉੱਤੇ ਉਸ ਚੀਜ਼ ਨੂੰ ਪ੍ਰਾਪਤ ਕਰਨ ਦੇ ਲਈ ਕੋਸ਼ਿਸ਼ ਕਰਦੇ। ਇਹ ਜੀਵ ਦਾ ਇੱਕ ਇਹਦੇ ਪਿੱਛੇ ਕਾਰਨ ਹੁੰਦਾ ਹੈ। ਆਪਾਂ ਕੋਈ ਵੀ ਘਰ ਬਣਾਉਂਦੇ ਹਾਂ, ਉਹਦੇ ਪਿੱਛੇ ਕੋਈ ਕਾਰਨ ਨਹੀਂ ਹੈਗਾ ਖਾਸ, ਕੇਵਲ ਆਪਾਂ ਨੂੰ ਸੁੱਖ ਦੀ ਪ੍ਰਾਪਤੀ। ਆਪਾਂ ਗੱਡੀ ਕਿਉਂ ਲੈਂਦੇ ਹਾਂ, ਕੱਪੜੇ ਵਧੀਆ ਕਿਉਂ ਪਾਉਣੇ, ਸਭ ਉਹ ਚੀਜ਼ ਸੁੱਖ ਦੀ ਪ੍ਰਾਪਤੀ। ਔਰ ਜ਼ਿੰਦਗੀ ਇੱਕ ਬੜੀ ਵੱਡੀ ਸਮੱਸਿਆ ਹੈ। ਬੰਦਾ ਸਮਾਨ ਇਕੱਠਾ ਕਰਦਾ ਰਹਿੰਦਾ ਪਰ ਸੁੱਖ ਤੇ ਕਰਦਾ ਹੀ ਨਹੀਂ ਪ੍ਰਾਪਤ। ਕਿਉਂਕਿ ਪਦਾਰਥਾਂ ਚ ਸੁੱਖ ਨਹੀਂ ਹੈਗਾ। ਠੀਕ ਹੈ ਨਾ ਜੈਸਾ ਬਿਲਕੁਲ ਉਹੀ ਮਹਾਰਾਜ ਇਹਨਾਂ ਨੂੰ ਜੰਜਾਲ ਕਹਿ ਰਹੇ ਭਾਈ, ਪਰ ਇਹ ਜੰਜਾਲ ਆ ਫਸਾ ਲੈਂਦੇ ਇਨਸਾਨ ਨੂੰ। ਹਾਂ, ਉਹ ਇੰਦਰਜਾਲ ਆ। ਇੰਦਰਜਾਲ ਦਾ ਮਤਲਬ ਜਿੱਥੇ ਉਹ ਇੱਕ ਕੁੜੀ ਸੀ, ਪਤਾ ਨਹੀਂ ਉਹ ਚੱਲ ਗਈ ਸੀ ਉੱਥੇ ਸਵਰਗ ਚ, ਉਹਨੂੰ ਭੁੱਖ ਲੱਗੀ। ਉਹ ਉੱਥੇ ਦੂਜੀ ਰਾਣੀ ਸੀ, ਉਹ ਪਰੀ ਸੀ, ਉਹ ਕਹਿੰਦੀ ਆ ਫਰੂਟ ਦੀ ਥਾਲੀ ਫੜ ਲੈ ਮੇਰੇ ਤੋਂ ਤੇ ਆ ਜਾ। ਤੇ ਲਾਗੇ ਖਲੋਤੀ ਹੁੰਦੀ 10-12 ਫੁੱਟ ਦੇ ਨੀਚੇ ਸਭ ਖਲੋਤੀ ਹੁੰਦੀ। ਐਲਵਿਸ ਨਾਂ ਹੈ ਕੁੜੀ ਦਾ, ਐਲਵਿਸ। ਉਹ ਪਰੀ ਲੋਕ ਤੇ ਚੱਲ ਗਈ ਤੇ ਉਹ ਸਵੇਰ ਤੋਂ ਸ਼ਾਮ ਹੋ ਜਾਂਦੀ ਨਜ਼ਰ ਸਾਹਿਬ। ਉਹ 10-12 ਫੁੱਟ ਦਾ ਸਫ਼ਰ ਨਹੀਂ ਤੈਅ ਹੁੰਦਾ। ਉਹ ਰਾਣੀ ਨੂੰ ਕਹਿੰਦੀ ਗਿਆ ਕਿ ਮਤਲਬ ਤੇਰੇ ਕਿੱਦਾਂ ਦੀ ਦੁਨੀਆ ਹੈ, ਮਤਲਬ ਮੈਂ ਸਵੇਰ ਤੋਂ ਚੱਲਣ ਦੀ ਹਾਂ ਔਰ ਸਾਹਮਣੇ ਚੀਜ਼ ਹੈ, ਮੈਂ ਭੁੱਖ ਲੱਗੀ ਉਹ ਚੀਜ਼ ਪ੍ਰਾਪਤ ਤਾਂ ਨਹੀਂ ਹੋ ਰਹੀ। ਕਹਿੰਦੀ ਤੇਰੇ ਵੀ ਧਰਤੀ ਦਾ ਇਹੋ ਹੀ ਸਿਸਟਮ ਹੈ। ਬੰਦਾ ਸਾਰੀ ਜ਼ਿੰਦਗੀ ਉਸ ਚੀਜ਼ ਨੂੰ ਪ੍ਰਾਪਤ ਕਰਨ ਦੀ ਗਤੀ ਕਰਦਾ ਔਰ ਚੀਜ਼ ਮਿਲਦੀ ਨਹੀਂ। ਅਸਲ ਦੇ ਵਿੱਚ ਪਤਾ ਕੀ ਹੈ, ਇਹ ਸਾਡੇ ਅੰਦਰ ਖਾਲੀਪਨ ਹੈ, ਉਹਨੂੰ ਭਰਨ ਦੇ ਲਈ ਬੰਦਾ ਗਤੀ ਕਰਦਾ ਔਰ ਉਹ ਬਾਹਰ ਸਮਾਨ ਭਰਿਆ ਉਹ ਖਾਲੀਪਨ ਨਹੀਂ ਦੂਰ ਹੋਣਾ। ਉੱਥੇ ਤਾਂ ਹੀ ਕੁਝ ਹੋ ਸਕਦਾ ਜਦੋਂ ਸਾਡੀ ਸੁੱਚੀ ਵਰਤਮਾਨ ਕਾਲ ਧਾਰਾ ਆ ਜਾਂਦੀ ਹੈ। ਫਿਰ ਉੱਥੇ ਭਰਨਾ ਹੋਏ ਸੁੱਚੀ ਭਰਦੀ ਹੈ, ਤੁਹਾਨੂੰ ਪਤਾ ਲੱਗੂਗਾ ਕਿ ਮੇਰੇ ਅੰਦਰ ਕੁਝ ਭਰ। ਆਨੰਦ ਉਹਨਾਂ ਚਿਰ ਤੱਕ ਪ੍ਰਾਪਤ ਨਹੀਂ ਹੋਣਾ ਜਿੰਨਾ ਚਿਰ ਤੱਕ ਸਾਡੀ ਸੁੱਚੀ ਉੱਥੇ ਇਕਾਗਰਤ ਹੋ ਜਾਂਦੀ, ਚਿੱਤ ਜਿਹੜਾ ਬਿਲਕੁਲ ਸ਼ਾਂਤ ਨਹੀਂ ਹੋ ਜਾਂਦਾ। ਹਾਂਜੀ ਨਿਜਰ ਸਾਹਿਬ, ਇਹਦੇ ਵਾਸਤੇ ਕਹਿੰਦੇ ਆ ਭਗਤੀ ਕਰਨੀ ਪਊਗੀ ਭਾਈ। ਉਹ ਜਿਹੜਾ ਹੈਗਾ ਭਗਤੀ ਨੂੰ ਨੰਬਰ 1 ਤੇ ਲਿਆਉਣਾ ਪਊਗਾ,
ਤਾਂ ਇਹਦੇ ਨਾਲ ਫਾਇਦਾ ਇਹ ਹੋਊਗਾ ਕਿ ਜਮਕੰਕਰ ਜਿਹੜਾ ਹੈਗਾ ਤੈਨੂੰ ਜਿਹੜਾ ਹੈਗਾ ਜੂਨਾਂ 'ਚ ਨਹੀਂ ਪਾ ਸਕੂਗਾ, ਗਾਹਾਂ ਨਹੀਂ, ਅੱਗੇ ਨਹੀਂ ਲਿਜਾ ਸਕੂਗਾ। ਤੇ ਮਾਲਕ ਪਰਮਾਤਮਾ ਇਸ ਤਰ੍ਹਾਂ ਦਿਆਲ ਹੋ ਜਾਂਦਾ ਹੈ ਭਾਈ। ਹਾਂਜੀ ਬਿਲਕੁਲ ਠੀਕ ਹੈ ਜੀ। ਕਹਿੰਦੇ ਤੂੰ ਲਿਸਟ ਨੰਬਰ 1 ਤੇ ਲਿਆ ਕੰਮ ਤੇ ਤੇਰਾ 95% ਤੇਰਾ ਕੰਮ ਹੋ ਜਾਊਗਾ, ਤੇ ਬਾਕੀ ਤੇ ਤੇਰੀ ਹਾਂ ਦੀ ਲੋੜ ਹੈ। ਦੇਖੋ ਬੰਦਾ ਕਾਮ ਦੀ, ਕ੍ਰੋਧ ਦੀ, ਲੋਭ ਦੀ, ਮੋਹ ਦੀ ਤ੍ਰਿਸ਼ਨਾ ਕਰਦਾ ਹੈ, ਪਰ ਨਾਮ ਦੀ ਤ੍ਰਿਸ਼ਨਾ ਕਰਦਾ ਨਹੀਂ। ਕਿਉਂ ਨਹੀਂ ਕਰਦਾ? ਜਦੋਂ ਵੀ ਮਨ ਨੇ ਨਾਮ ਦੀ ਤ੍ਰਿਸ਼ਨਾ ਕੀਤੀ ਇਹਨੇ ਨਸ਼ਟ ਹੋ ਜਾਣਾ, ਕਿਉਂਕਿ ਪਰਮਾਤਮਾ ਨਿਰਗੁਣ ਹੈ, ਗੁਣ ਨੂੰ ਗ੍ਰਹਿਣ ਨਹੀਂ ਕਰਦਾ। ਔਰ ਜਦੋਂ ਇਹਨੇ ਨਿਰਗੁਣ ਦੇ ਵੱਲ ਗਤੀ ਕੀਤੀ, ਇਹਨੇ ਹੌਲੀ ਹੌਲੀ ਕਰਕੇ ਆਪਣੇ ਆਪ ਹੀ ਖਤਮ ਹੋ ਜਾਣਾ। ਜਿੱਦਾਂ ਤੁਸੀਂ ਨਮਕ ਦੀ ਡਲੀ ਨੂੰ ਸਮੁੰਦਰ ਦੇ ਵਿੱਚ ਸੁੱਟ ਦੋਗੇ ਨਾ, ਫਿਰ ਖੁਰਦੀ 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 ਇੱਕ ਸਮਾਂ ਆਊਗਾ, ਉਹਨੇ ਸਾਗਰ ਦਾ ਹੀ ਰੂਪ ਹੋ ਜਾਣਾ। ਹਾਂਜੀ ਨਿਜਰ ਸਾਹਿਬ ਅੱਗੇ ਪੌੜੀ ਆ ਗਈ। ਅਸ਼ਟਮੀ ਅਸ਼ਟ ਸਿੱਧ ਨੌ ਨਿਧ। ਕਹਿੰਦੇ ਦੇਖ ਲਾ ਭਾਈ, 8 ਸਿੱਧੀਆਂ ਮੇਨ ਜਿਹੜੀਆਂ, 9 ਨਿਧੀਆਂ ਜਿਹੜੀਆਂ ਹੈਗੀਆਂ, ਜਿਹਦੇ ਸਭ ਤੋਂ ਜਿਹੜੇ ਹੈਗੇ ਖਜ਼ਾਨੇ ਮੰਨੇ ਜਾਂਦੇ ਆ, ਕਹਿੰਦੇ ਸਾਰੇ ਪ੍ਰਾਪਤ ਹੋ ਸਕਦੇ ਆ ਇਨਸਾਨ ਨੂੰ। ਅਸ਼ਟਮੀ 8ਵੀਂ ਡੇਟ ਤੋਂ ਮਹਾਰਾਜ ਗਿਆਨ ਦੇ ਰਹੇ ਆ। ਅਸ਼ਟ ਸਿੱਧ ਨੌ ਨਿਧ ਸਗਲ ਪਦਾਰਥ ਪੂਰਨ ਬੁੱਧ। ਕਹਿੰਦੇ ਸਾਰੇ ਪਦਾਰਥ ਜਿਹੜੇ ਆ, ਤੇਰਾ ਜਿਹੜਾ ਹੈਗਾ ਤ੍ਰਿਸ਼ਨਾ ਜਿਹੜੀ ਹੈਗੀ, ਤੇਰੀ ਤ੍ਰਿਸ਼ਨਾ ਖਤਮ ਹੋ ਜਾਏਗੀ ਤੇ ਤੇਰੀ ਬੁੱਧੀ ਜਿਹੜੀ ਹੈਗੀ ਪੂਰਨ ਗਿਆਨ ਵਾਲੀ ਬੁੱਧੀ ਹੋ ਜਾਏਗੀ, ਵਿਵੇਕ ਬੁੱਧੀ ਹੋ ਜਾਏਗੀ ਤੇਰੀ। ਕਵਲ ਪ੍ਰਗਾਸ਼ ਸਦਾ ਆਨੰਦ। ਕਹਿੰਦੇ ਤੇਰਾ ਹਿਰਦਾ ਕਮਲ ਪ੍ਰਗਾਸ਼ ਹੋ ਜਾਏਗਾ, ਤੈਨੂੰ ਹਮੇਸ਼ਾ ਖੇੜੇ ਦੇ ਵਿੱਚ ਆ ਜਾਏਗਾ, ਆਨੰਦਿਤ ਹੋ ਜਾਏਗਾ, ਹਮੇਸ਼ਾ ਖੁਸ਼ੀ ਦੇ ਵਿੱਚ ਆ ਜਾਏਗਾ। ਨਿਰਮਲ ਰੀਤ, ਤੇਰਾ ਰੂਟੀਨ, ਤੇਰੀ ਰੀਤ ਜਿਹੜੀ ਹੈਗੀ वो निर्मल हो जाएगी, तेरी मैल उतर जाएगी। निरोधर मंत्र, और ऐसा तेरे को मंत्र आ जाएगा कि जेड़ा तेरा काम क्रोध लोभ अहंकार जेड़े तेरे माया जेड़ी तेरे रस्ते जेड़ी आडे आ रही है, तेरा रस्ता रोकदी है, कहंदे ये भी जेड़ी हैगी जित्ती जाएगी, ये भी रस्ता नहीं रोक पाएगी। सगल धर्म पवित्र इशनान। कहंदे सारे धर्मां दा निचोड़, तेरा सारे धर्म हो जाएंगे भाई, और पवित्र इशनान हो जाएगा, तू पवित्र हो जाएगा इशनान करके। हुण ये देख लो सारे दियां सारियां चीज़ां उपलब्धियां दस रहे हैं महाराज, हाले तक महाराज रिजल्ट दे रहे हैं, भी एक्शन नहीं दस्या भी काहदे नाल होणगे सारे को, सारियां चीज़ां किवें प्राप्त होणगियां। सब में ऊंच विशेख ज्ञान। कहंदे सारियां तो उच्चा दर्जा प्राप्त हो जाएगा, और तेरा ज्ञान तेरे को जिहड़ा हैगा सारियां तो विशेष ज्ञान तेरे को आ जाएगा, स्पैशल जिहड़ा हैगा तेरा ज्ञान हो जाएगा, तैनूं इन्ना ज्ञान आ जाएगा। तो महाराज जी किवें होएगा ये सारा कुछ? हुण एक्शन दे रहे महाराज। हर हर भजन पूरे गुरसंग। कहंदे पूरा गुरु लैना पऊगा, जिहड़ा जिहदे कोल पूरा जिहड़ा हैगा नॉलेज हैगा, जिहड़ा ब्रह्म ज्ञानी हैगा, उस दी गाइडेंस दे विच तैनूं पूरा भजन करना पऊगा भाई, परमेश्वर दे नाम दा भजन करना पऊगा। हर हर भजन पूरे गुरसंग। वो जिहड़ा पहला श्लोक दिता सीगा भी महाराज कहंदे भी इहनूं प्रायोरिटी ते लैके आ, इहनूं टॉप ते लैके आ लिस्ट दे भजन नूं, ओही गल इत्थे दस रहे महाराज। हर हर भजन पूरे गुरसंग, जप तरिए नानक नाम हर रंग। कहते जप के सारियां चीज़ां प्राप्त हो जानी, और संसार समुंदर तो तर जाएगा, और नाम की रंगत चढ़ जाएगी तेनू। हाँ जी वीर जी। पौड़ी अष्टमी अष्ट सिद्ध नौ निध सगल पदार्थ पूरन बुद्ध। अष्टमी जिहड़ी है पहला तरीक दस रहे हैं, फिर 8 सिद्धियां मेन सिद्धियां दस रहे हैं, फिर 9 निधियां दस रहे, कहते सारियां प्राप्त हो जाएगियां, सारे पदार्थ जिहड़े हैगे प्राप्त हो जाएंगे, तेनों किसी की तृष्णा नहीं रहेगी, तेरी तृष्णा ही मुक जाएगी, तेरी बुद्धि पूर्ण हो जाएगी भाई, पूरा ज्ञान आ जाएगा तेरे को, विवेक बुद्धि आ जाएगी, तेरी विश्लेषात्मक बुद्धि आ जाएगी। हाँ जी वीर जी। हाँ जी बिल्कुल ठीक है जी। ऊपर उन्होंने दसिया कि जंजाल कहते ने, क्यों जंजाल कहते ने साडे भले लई कहंदे, वो तो चल गए। जे कहण इत्थे बड़े नंद आ, बड़े सोहे आ, ते फिर तो लिस्ट थली लिस्ट च आप ऊपर नंबर लियाउणा ही नहीं।
ਤੁਹਾਨੂੰ ਪਤਾ ਨਾ ਕਿ ਟਾਈਮ ਤੈਨੂੰ ਪਤਾ ਕੋਈ ਨਹੀਂ ਆ, ਪਰ ਤੈਨੂੰ ਮੈਂ ਦੱਸ ਦਿੰਦਾ ਵਾ, ਟਾਈਮ ਨਹੀਂ ਹੈਗਾ ਤੇਰੇ ਤੋਂ ਜ਼ਿਆਦਾ। ਕਿਉਂਕਿ ਜਦੋਂ ਆਪਾਂ ਕੋਈ ਕੰਮ ਕਰਦੇ ਹਾਂ ਤੇ ਸਾਡੇ ਕੋਲ ਡੈਡਲਾਈਨ ਹੁੰਦੀ ਹੈ ਨਾ, ਇਹ ਕੰਮ ਆ ਇੰਨੇ ਚਿਰ 'ਚ ਪੂਰਾ ਕਰਨਾ। ਅਨਮਨੀ ਅਵਸਥਾ ਵੀ 2-2.5 ਸਾਲ ਦੀ ਗੇਮ ਹੈਗੀ ਹੈ। ਉਹ ਵੀ ਜੇਕਰ ਪ੍ਰਚੰਡ ਰੂਪ 'ਚ ਤੁਹਾਡੇ ਅੰਦਰ ਇੱਛਾ ਹੈਗੀ ਹੈ, ਜੇਕਰ ਮਤਲਬ ਥੋੜਾ ਬਹੁਤਾ ਇੱਧਰ ਥੋੜਾ ਬਹੁਤਾ ਉੱਧਰ, ਕਿਤੇ ਇਹਨੂੰ ਚੱਲ ਗਏ, ਕਿਤੇ ਉਹਨੂੰ ਚੱਲ ਗਏ, ਕਿਤੇ ਉੱਥੇ ਭੱਜ ਗਏ, ਕਿਤੇ ਗੁਰਦੁਆਰੇ ਚੱਲ ਗਏ, ਕਿਤੇ ਇੱਧਰ ਭੱਜੇ ਗਏ, ਕਿਤੇ ਉਹਨੂੰ ਸੁਣ ਲਿਆ, ਕਿਤੇ ਉਹਨੂੰ ਸੁਣ ਲਿਆ, ਉਹ ਬੰਦਾ ਨਹੀਂ ਕਿਤੇ ਪਹੁੰਚਦਾ। ਇਹ ਮਨ ਦਾ ਦੋਸ਼ ਹੈ। ਇੱਥੇ ਆਪਾਂ ਇਹ ਵਿਚਾਰ ਕਰਨ ਦੀ ਲੋੜ ਆ, ਜੇ ਤੇ ਅਸੀਂ ਸੋਚੀਏ 70-80 ਸਾਲ ਦੇ ਹੋ ਕੇ ਚਲੇ ਜਾਣਾ ਹੈ ਤੇ ਫਿਰ ਇੱਥੇ ਗੇਮ ਹੋ ਰਿਹਾ। ਤੇ ਜਦੋਂ ਅਸੀਂ ਸੋਚਦੇ ਹਾਂ ਗੁਰੂ ਨਾਨਕ ਪਾਤਸ਼ਾਹ ਵਾਂਗੂ ਕਿ ਹਮ ਆਦਮੀ ਹਾਂ ਇੱਕਦਮ ਹੀ, ਤੇ ਆਪਾਂ ਇਹ ਸੋਚਦੇ ਹਾਂ ਕਿ ਦੂਜੇ ਕੰਮ ਵੀ ਕਰਨੇ ਆ ਤੇ ਨਾਲੇ ਵੀ ਕੰਮ ਕਰਨਾ, ਸਮਾਂ ਕੱਢਣਾ ਪੈਣਾ। ਕਿਉਂਕਿ ਮੋਹ ਜਿਹੜਾ ਨਾ, ਮੋਹ ਬੜੀ ਪਾਵਰਫੁਲ ਚੀਜ਼ ਹੈ। ਇਹ ਬੰਦੇ ਨੂੰ ਉੱਠਣ ਨਹੀਂ ਦਿੰਦਾ। ਇਨਸਾਨ ਸਾਰੇ ਕੰਮ ਕਰਦਾ, ਇਹ ਨਹੀਂ ਹੈ ਕਿ ਤੁਸੀਂ ਹੋਰ ਕੰਮ ਨਹੀਂ ਕਰੋਗੇ, ਸਾਰੇ ਕੰਮ ਕਰੋਗੇ। ਤੁਸੀਂ ਗੁਰਦੁਆਰੇ ਜਾਓਗੇ, ਮੱਥਾ ਟੇਕੋਗੇ, 4-5 ਬਾਣੀਆਂ ਦਾ ਪਾਠ ਵੀ ਕਰ ਸਕਦੇ, ਤੁਸੀਂ ਆਰਾਮ ਨਾਲ ਕਰੋਗੇ। ਖੁੱਲਾ ਪਾਠ ਰੱਖੋਗੇ, ਉਹ ਵੀ ਦੂਜੇ ਹਫ਼ਤੇ ਬਾਅਦ ਜਾਂ 5-7 ਦਿਨਾਂ ਬਾਅਦ ਤੁਸੀਂ ਪੂਰਾ ਕਰ ਲਓਗੇ। ਬਹੁਤ ਆਸਾਨ ਕੰਮ ਹੈ ਉਹ। ਝਾੜੂ ਮਾਰ ਸਕਦੇ ਜੇ ਤੁਸੀਂ ਗੁਰਦੁਆਰੇ ਜਾ ਕੇ, ਲੰਗਰ ਵਰਤਾ ਸਕਦੇ, 7-8 ਘੰਟੇ 16 ਘੰਟੇ ਵੀ ਵਰਤਾ ਸਕਦੇ। ਜਿਹੋ ਜਿਹੀ ਮਰਜ਼ੀ ਸੇਵਾ, ਕਿਹਦਾ ਥੁੱਕ ਪਿਆ, ਕਿਹਦੇ ਜ਼ਖਮਾਂ ਦੀ ਸਫਾਈ ਕਰਨੀ ਆ, ਕਿਹਦੇ ਕੱਪੜੇ ਧੋਣੇ ਆ, ਚੱਟੀ ਧੋਣੀ ਆ, ਪਿਸ਼ਾਬ ਧੋਣਾ ਵਾ, ਉਹ ਕੰਮ ਕਰ ਸਕਦਾ ਬੰਦਾ। ਬਹੁਤ ਆਸਾਨ ਹੈ ਉਹ ਸਾਰੇ ਕੰਮ। ਸੇਵਾ ਕਰ ਸਕਦਾ, ਬੈਂਕ 'ਚ ਚੈੱਕ ਕੱਟ ਕੇ ਦੇ ਦੂਗਾ, ਘਰ ਦਾਨ ਕਰ ਦੂਗਾ। ਹੁਣ ਕਈ ਮੂਰਖ ਹੈਗੇ ਪੈਲੀਆਂ ਦਾਨ ਕਰ ਦਿੰਦੇ ਆ ਧਾਰਮਿਕ ਸਥਾਨਾਂ ਤੇ, ਉਹਨਾਂ ਨਾਲ ਦਾ ਧਾਰਮਿਕ ਮੂਰਖ ਬੰਦਾ ਚੰਗਾ ਤੇ ਨਰਿੰਦਰ ਕੌਰ ਜੀ, ਮਾਈਕ ਬੰਦ ਕਰੋ। ਨਰਿੰਦਰਪਾਲ ਕੌਰ ਜੀ, ਨਹੀਂ ਜਿੱਥੇ ਤੁਸੀਂ ਬੰਦ ਕਰ। ਮੈਂ ਹੀ ਕਰ ਰਿਹਾ ਜੀ, ਮੈਂ ਹੀ ਕਰ ਰਿਹਾ। ਮੈਨੂੰ ਤਾਂ ਫਿਰ ਲਿਸਟ ਬਹੁਤ 100 ਦੀ ਲਿਸਟ ਹੁੰਦੀ ਹੈ, ਲੱਭਣਾ। ਕੋਈ ਗੱਲ ਹਾਂਜੀ, ਹਾਂ ਕੋਈ ਗੱਲ। ਮਤਲਬ ਕਹਿਣ ਤੋਂ ਭਾਵ ਆ, ਬਾਣੀ ਪਤਾ ਕੀ ਕਹਿੰਦੀ ਆ? ਕਹਿੰਦੀ ਆ ਭਗਤੀ ਤੇ ਤਪੱਸਿਆ ਜਿਹੜੀ ਹੈਗੀ, ਤਪੱਸਿਆ ਤੋਂ ਬਿਨਾਂ ਇਹ ਕੰਮ ਨਹੀਂ ਜੋ ਹੋਣਾ। ਰੋ ਤੁਹਾਡੇ ਜਾਂ ਮੇਰੇ ਜਾਂ ਨਿੱਜਰ ਸਾਹਿਬ ਦੇ ਜੀਵਨ ਦੀ ਜਿਹੜੀ ਪ੍ਰਾਪਤੀ ਪਤਾ ਕੀ ਹੈਗੀ ਹੈ? ਇੱਕ ਛੋਟੀ ਜਿਹੀ ਗੱਲ ਵਿਚਾਰ ਕਰਨੀ, ਇਹ ਜਿਹੜਾ ਮਨ ਹੈ ਇਹਨੂੰ ਰੋਕ ਦੇਣਾ, ਹੋਰ ਕੁਛ ਨਹੀਂ। ਇਸ ਤੋਂ ਵੱਧ ਤਾਂ ਕੋਈ ਗਿਆ ਹੀ ਨਹੀਂ ਅਜੇ ਤੱਕ। ਕਿਸੇ ਵੀ ਗ੍ਰੰਥ ਨੂੰ ਪੜ੍ਹ ਕੇ ਵੇਖ, ਕੇਵਲ ਇੱਕ ਛੋਟਾ ਜਿਹਾ ਕੰਮ ਹੈ, ਮਨ ਨੂੰ ਰੋਕ ਦੇਣਾ। ਬੜਾ ਔਖਾ ਕੰਮ ਜੇ। ਇਹ ਤੇ ਸੰਗਤ ਸਹੀ ਹੋਊ ਤੇ ਉੱਥੇ ਜੁਗਤੀ ਦਾ ਪਤਾ ਲੱਗਦਾ, ਉਹਦਾ ਤੇ ਰੁਕਦਾ ਹੀ ਨਹੀਂ ਮਨ, ਤੇ ਨਾ ਰੁਕਣਾ। ਮਨ ਨੂੰ ਰੋਕ ਦਿੱਤਾ ਤੇ ਕੰਮ ਹੋ ਗਿਆ। ਉਸ ਤੋਂ ਬਾਅਦ ਸਾਡਾ ਕੋਈ ਕੰਮ ਨਹੀਂ ਹੈਗਾ। ਉਸ ਤੋਂ ਬਾਅਦ ਤੇ ਬ੍ਰਹਮ ਦਾ ਕੰਮ ਹੈ। ਸਾਡਾ ਕੰਮ ਆ ਮਨ ਰੋਕ ਕੇ, ਮਨ ਭਗਤੀ ਨਾਲ ਰੁਕਦਾ, ਮਨ ਜਗਿਆਸਾ ਨਾਲ ਰੁਕਦਾ। ਜਦੋਂ ਆਪਾਂ ਇੱਛਾ ਜ਼ਾਹਰ ਕਰਦੇ ਹਾਂ ਬ੍ਰਹਮ ਦੇ ਸਾਹਮਣੇ ਚਰਨਾਂ 'ਚ, ਹਾਂ ਮੇਰੇ ਪਿਤਾ ਜੀ ਅਸੀਂ ਚੱਲਣ ਨੂੰ ਤਿਆਰ ਹੈ, ਸਾਡੇ ਅੰਦਰ ਜਗਿਆਸਾ ਹੈ। ਪਹਿਲਾਂ ਇੰਟਰਸਟ, ਉਹ ਕਹਿੰਦੇ ਨਾ ਕਲਾਸ 'ਚ ਕਿ ਵੀ ਇਹ ਗੇਮ 'ਚ ਕਿੰਨੇ ਹਿੱਸਾ ਲੈਣਾ, ਉੱਥੇ ਹਜ਼ਾਰਾਂ ਹੀ ਬੰਦੇ ਹੁੰਦੇ, ਸਾਰੇ ਥੋੜ੍ਹੀ ਹੱਥ ਖੜਾ ਕਰਦੇ। ਉਹ ਜਿਹੜੇ ਕਰਦੇ ਉਹੀ ਗੇਮ ਖੇਡਦੇ, ਬਾਕੀ ਕੇਵਲ ਵਹਿੰਦੇ ਰਹਿੰਦੇ। ਹੁਣ ਬ੍ਰਹਮ ਨੂੰ ਧਿਆਉਣਾ ਕੋਈ ਆਸਾਨ ਨਹੀਂ ਆ, ਤੇ ਨਾ ਹੀ ਬੱਚਿਆਂ ਦਾ ਖੇਲ ਹੈਗਾ। ਬੰਦਾ ਮੂਰਤੀ ਦੀ ਪੂਜਾ ਕਰ ਸਕਦਾ, ਗੁਰਦੁਆਰੇ ਜਾ ਸਕਦਾ, ਪਾਠ ਪੜ੍ਹ ਸਕਦਾ, ਕਿਸੇ ਬੰਦੇ ਨੂੰ ਆਪਣਾ ਗੁਰੂ ਬਣਾ ਸਕਦਾ, ਉੱਥੇ 14 ਘੰਟੇ ਉੱਤੇ ਘਰ ਜ਼ਮੀਨ ਜਾਇਦਾਦ ਸਭ ਕੁਝ ਦੇ ਸਕਦਾ। ਕੱਪੜਾ ਬਦਲ ਸਕਦਾ ਹੈ, ਕੱਪੜੇ ਬਾਹਰੋਂ ਬਦਲ ਸਕਦਾ ਹੈ, ਆਪਣਾ ਸਾਰਾ ਬੈਂਕ ਦਾ ਪੈਸਾ ਕਢਾ ਕੇ ਕਿਸੇ ਬਾਬੇ ਨੂੰ ਦੇ ਸਕਦਾ। ਪਰ ਨਿਰਗੁਣ ਬ੍ਰਹਮ ਕੋ ਕੋਈ ਮਾਈ ਦਾ ਲਾਲ ਜਾਂਦਾ, ਸਾਰੇ ਨਹੀਂ ਜਾ ਪਾਉਂਦੇ, ਕਿਉਂਕਿ ਔਖੀ ਸਾਧਨਾ ਹੈ ਬਹੁਤ ਜ਼ਿਆਦਾ।
मतलब आसान तो है ही नहीं ना, बिल्कुल नहीं। सारी दुनिया नूं छड्ड के ब्रह्म वल किहड़ा जावे? वो ब्रह्म जिहदा रूप नहीं, रंग दी नहीं, रेख नहीं, बिल्कुल ही, और जाना भी कल्ले। और उस तो बाद जाना कल्ले कहदा, वो फिर जीवन दे विच वो एक ऐसी साधन है, जड़ दी साधन है, उधर तक कोई नहीं करदा। इसे करके ही ब्रह्म दे निर्गुण ब्रह्म च बहुत घट बंदे जाते हैं। और बाकी किसी पदार्थ नूं प्राप्त करने के लिए भगती की थोड़ी बहुत कहे देवी देवते नूं ध्याओ, ਜਿਹੜਾ ਵੀ ਗੁਣ ਦੇਵਤੇ ਚ ਹੈਗਾ ਉਹ ਤੁਹਾਨੂੰ ਉਹਨੇ ਦੇ ਦੇਣਾ। ਸ਼ਕਤੀਆਂ ਹੀ ਨੇ, ਉਹ ਦੇਵਤੇ ਬੰਦੇ ਨਹੀਂ ਹੈਗੇ, ਸ਼ਕਤੀਆਂ ਨੇ, ਪਦਾਰਥ ਵਾਂਗੂ ਤੁਹਾਨੂੰ ਮਿਲ ਹੀ ਜਾਣੀ। ਪਰ ਬੰਦਾ ਕੋਈ ਟਾਵਾਂ ਹੁੰਦਾ, ਇਸੇ ਕਰਕੇ ਬਾਣੀ ਚ ਖਾਸ ਕਰਕੇ ਕਿਹਾ ਸਾਰੇ ਬੰਦੇ ਤੇ ਜਾਂਦੇ ਹੀ ਨਹੀਂ ਉੱਧਰ। ਇਹ ਵੀ ਤੁਸੀਂ ਵੇਖ ਲਿਓ, ਆਪਣੀ ਸੰਗਤ ਹੈ ਨਾ, ਆਪਣੀ ਸੰਗਤ ਇੰਨੀ ਕਰਨੀ ਆ, 100-150 ਬੰਦਾ, 200, 100, 150, 250, ਇਸ ਤੋਂ ਵੱਧ ਨਹੀਂ ਵਧਣੀ। ਕਿਉਂ ਨਹੀਂ ਵਧਣੀ? ਕਿਉਂਕਿ ਸਾਧਨਾ ਇਹ ਜਿਹੜੀ ਹੈ ਨਾ, ਇਹ ਬ੍ਰਹਮ ਲੀਨਤਾ ਦੀ ਸਾਧਨਾ ਹੈ। ਇਹਦੇ ਵਿੱਚ ਮੋਕਸ਼ਾ ਮਿਲਦੀ ਹੈ, ਆਨੰਦ ਮਿਲਣਾ ਹੈ, ਪਰਮ ਸ਼ਾਂਤ, ਸੱਚ ਚੇਤ ਆਨੰਦ। ਇੱਕ ਸਮਾਂ ਆਊਗਾ ਆਨੰਦ ਤੋਂ ਵੀ ਨਹੀਂ ਅੱਗੇ ਨਾ ਕਹਿਣਾ। ਹੌਲੀ ਹੌਲੀ ਕਰਕੇ ਜਿਹੜਾ ਤੁਹਾਡੇ ਅੰਦਰ ਦੀਪਕ ਹੈ ਨਾ, ਉਹਨੇ ਸ਼ਾਂਤ ਹੋ ਜਾਣਾ, ਕ੍ਰਿਸ਼ਨਾ ਦਾ ਦੀਪਕ। ਔਰ ਬੰਦੇ ਨੂੰ ਮੋਹ ਬੜਾ ਵਾ, ਉਹ ਰਸ ਬੜਾ ਵਾ, ਬੰਦਾ ਉਹ ਦੀਪਕ ਨੂੰ ਬੁਝਾਉਣਾ ਨਹੀਂ ਚਾਹੁੰਦਾ। ਪਰ ਮੈਂ ਕਹਿੰਦਾ ਉਸ ਦੀਪਕ ਨੂੰ ਮਨ ਨੂੰ ਨਸ਼ਟ ਕਰਨ ਚ ਜੋ ਆਨੰਦ ਹੈ ਨਾ, ਹੋਰ ਕਿਸੇ ਚੀਜ਼ ਤੇ ਆਨੰਦ ਹੀ ਨਹੀਂ ਹੈਗਾ। ਤੁਸੀਂ ਆਪਣੇ ਮਨ ਨੂੰ ਨਸ਼ਟ ਕਰੋਗੇ ਨਾ, ਹੈ ਤੇ ਮਨ ਤੁਹਾਡਾ ਬਹੁਤ ਪਿਆਰ ਹੈ, ਤੁਹਾਡਾ ਬੜੇ ਟਾਈਮ ਤੋਂ ਤੁਹਾਡੇ ਨਾਲ ਖਾਸ ਤੁਰਿਆ ਫਿਰਦਾ, ਪਰ ਉਹਦੀ ਮੌਤ ਬੜੀ ਆਨੰਦਦਾਈ ਹੈ। ਭਗਤੀ ਇਹੀ ਹੈ ਗੋਲਕੀ ਸਾਹਿਬ, ਭਗਤੀ ਇਹੀ ਹੈਗੀ, ਹੋਰ ਭਗਤੀ ਕੁਛ ਨਹੀਂ ਹੈ। ਹਾਂ, ਆਹੀ ਭਗਤੀ ਹੈ। ਹਾਂ, ਉਹਨੂੰ ਮਨ ਨੂੰ ਨਸ਼ਟ ਕਰਨਾ ਹੈ, ਉਹਨੂੰ ਕਰਨਾ ਜਿਹਨੂੰ ਤੁਸੀਂ ਪੈਦਾ ਕੀਤਾ ਜੀ, ਜਿਹੜਾ ਐਡਾ ਵੱਡਾ ਸ਼ੇਰ ਬਣ ਚੁੱਕਿਆ, ਇੰਨਾ ਪਾਵਰਫੁਲ ਬਣ ਚੁੱਕਿਆ, ਤੁਹਾਨੂੰ ਭੂਈ ਫਿਰਦਾ ਵਾ। ਬਿਲਕੁਲ ਜਿੱਦਾਂ ਉਹ ਕਿਲਾ ਉਹ ਨਾ ਪ੍ਰੋਬਲਮ ਤੇ ਹੈ ਕਿ ਤੁਸੀਂ ਇੱਕ ਘਰੇ ਕੁੱਤਾ ਲੈ ਆਓ, ਇੱਕ ਕੁੱਤਾ ਲੈ ਆਓ, 2-4 ਮਹੀਨੇ ਰੱਖੋਗੇ, ਤੁਹਾਡਾ ਪਿਆਰ ਪੈ ਜਾਣਾ, ਮੋਹ ਪੈ ਜਾਣਾ ਉਹਦੇ ਨਾਲ। ਤੁਸੀਂ ਉਹਨੂੰ ਉਹ ਮਾੜਾ ਜਾ ਕੇ ਪਿੱਛੇ ਤੁਹਾਡੇ ਭਾਜੀ ਬਣ ਜਾਣੀ। ਪਰ ਜਿਹੜਾ ਮਨ ਆ ਉਹ ਇੰਨਾ ਪੁਰਾਣਾ, ਉਹ ਰਸ ਬੜੇ ਨੇ, ਉਹ ਆਨੰਦ ਦਿੰਦਾ ਹੈ। ਕੋਈ ਜ਼ਖਮ ਤੇ ਛਿੱਲਦੇ ਆ ਪਰ ਖੂਨ ਨਿਕਲਦਾ, ਪਰ ਮਜ਼ਾ ਬਣਾਉਂਦਾ ਨੇਚਰ ਸਾਹਿਬ। ਬਿਲਕੁਲ ਸਹੀ ਗੱਲ। ਇਹ ਮਨ ਵੀ ਤੁਹਾਡਾ ਹੀ ਹੈ ਯਾਰ, ਇੰਨਾ ਪੁਰਾਣਾ ਮਨ ਹੈ, ਔਰ ਤੁਸੀਂ ਇਹਨੂੰ ਵੱਡਾ ਕੀਤਾ ਹੈ। ਔਰ ਉਸ ਨੂੰ ਜਦੋਂ ਇੱਕ ਸੰਗਤ ਕੀ ਕਰਦੀ, ਤੁਹਾਡੇ ਮਨ ਤੇ ਸੱਟ ਮਾਰਦੀ, ਤੁਹਾਡੇ ਮਨ ਨੂੰ ਫੜਦੀ, ਉਹ ਤੇ ਬਾਹਰ ਨੂੰ ਤੇ ਕਹਿੰਦੀ ਕੁਝ ਨਹੀਂ, ਉਹ ਤੇ ਕਹਿੰਦੀ ਨਹੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਤੂੰ ਪਾਣੀ ਤੇ ਕਹਿੰਦੇ ਮੰਨ ਲਿਆ। ਪਹਿਲਾਂ ਇੱਥੇ ਮਨ ਰੱਖਣਾ ਪੈਣਾ ਤੈਨੂੰ। ਫਿਰ ਦੀਜੀਏ ਤੇ ਕਾਨਾ ਕੀਜੀਏ, ਸਿਰ ਮੰਗਦੇ ਤੁਹਾਡੇ ਤੋਂ, ਮਨ ਮੰਗਦੇ ਨੇ ਉਹ। ਬਿਲਕੁਲ, ਉਹ ਪਰਮਾਤਮਾ ਨੂੰ ਕੁਛ ਨਹੀਂ ਚਾਹੀਦਾ ਤੁਹਾਡਾ। ਪਰ ਆਪਾਂ ਕਹਿੰਦੇ ਆ ਕਿ ਮਨ ਨਹੀਂ ਦੇ ਸਕਦੇ, ਪੈਸੇ ਦੇ ਸਕਦੇ ਆ, ਘਰ ਬਾਰ ਦੇਵਾਂਗੇ। ਇਹ ਜਿਹੜਾ ਸਰੀਰ ਹੈ ਨਾ, ਬਾਬਾ ਜੀ ਇੱਥੇ 18 ਘੰਟੇ ਮੈਂ ਸੇਵਾ ਕਰਾਂਗਾ, ਜੋ ਝਾੜੂ ਜੋ ਮੈਂ ਬਿੱਠਾ ਚੁੱਕ ਦੂੰ, ਮੈਂ ਸਲੋਵਰ ਚ ਟੈਲਾਂ ਸਾਫ਼ ਕਰ ਦੂੰਗਾ, ਪਾਣੀ ਸਾਫ਼ ਕਰੂੰਗਾ, ਸਾਰਾ ਦਿਨ ਮੈਂ ਲੰਗਰ ਵਰਤਾਊਂਗਾ, ਮੈਂ ਝਾੜੂ ਮਾਰੂੰਗਾ, ਇੱਥੇ ਜੁੱਤੀਆਂ ਸਾਫ਼ ਕਰੂੰਗਾ, ਪਰ ਮਨ ਨਹੀਂ ਮੈਂ ਦੇਣਾ। ਪਰਮਾਤਮਾ ਕਹਿੰਦਾ ਤੇਰਾ ਮਨ ਚਾਹੀਦਾ, ਦੂਜਾ ਤੇ ਕੰਮ ਹੀ ਨਹੀਂ ਚਾਹੀਦਾ। ਹਾਂ ਨਿਕਾ ਸਾਹਿਬ, ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ ਸਹੀ ਗੱਲ ਹੈ। ਇਸ ਤੋਂ ਇਲਾਵਾ ਕੋਈ ਗੱਲ ਹੋਈ ਬਾਣੀ ਚ ਵੱਖਰੀ? ਨਾ, ਬਿਲਕੁਲ ਮਨ ਦੇ ਦਿੱਤਾ ਤੁਸੀਂ ਤੇ ਦੇਖ ਲਓ, ਸਾਰੇ ਸਵਾਦਾਂ ਤੋਂ, ਸਾਰੇ ਰਸਾਂ ਕਸਾਂ ਤੋਂ ਮੁਕਤੀ ਹੋ ਜਾਂਦੀ ਇਨਸਾਨ ਦੀ। ਹਾਂ, ਬੜੀ ਮਹਿੰਗੀ ਗੇਮ ਹੈ ਉਹ ਜਿਹੜੀ ਚੀਜ਼ ਹੈ ਨਾ, ਉਹਨੂੰ ਲੈਣ ਵਾਸਤੇ ਕੋਈ ਮਾਈ ਦਾ ਲਾਲ ਹੀ ਪਹੁੰਚਦਾ ਉੱਥੇ ਕੋਈ ਭੀੜ ਤੇ ਜਾ ਹੀ ਨਹੀਂ ਸਕਦੀ। ਉੱਥੇ ਇੱਕ ਅੱਧਾ ਬੰਦਾ ਜਾਂਦਾ ਕਿਤੇ ਟਾਵਾਂ ਤਾਂ, ਉਹ ਵੀ ਕੋਈ ਬੜਾ ਤਗੜਾ ਕਮਖਾਨ, ਜਿਹੜਾ ਤਗੜਾ ਜਵਾਰੀ ਹੁੰਦਾ ਨਾ, ਕਿਤੇ ਵੱਡਾ ਜਵਾਰੀ, ਕਿਤੇ ਸੱਟਾ ਲੱਗਿਆ ਵੇਖੋ, ਉੱਥੇ ਬੜੇ ਬੜੇ ਜਵਾਰੀਏ ਪਹੁੰਚਦੇ ਨੇ, ਉਹ ਸਾਰਾ ਕੁਝ ਲਾ ਦਿੰਦੇ ਆ ਲਾਸਟ ਦਾ, ਜਾਂ ਹੰਨੇ ਜਾਂ ਬੰਨੇ। ਇਹ ਵੀ ਗੇਮ ਉਹੀ ਗੇਮ ਹੈ, ਪਰ ਗੇਮ ਬੜੀ ਇੰਟਰਸਟਿੰਗ। ਪਰ ਮਾੜੇ ਮੋਟੇ ਜਵਾਰੀ ਦਾ ਨਹੀਂ, ਜਿਹੜਾ ਬੰਦਾ 2% ਆਉਂਦਾ ਹੈ, 3% ਆਉਂਦਾ, ਇੱਧਰ ਭੱਜ ਜਾਂਦਾ, ਉੱਧਰ ਭੱਜ ਜਾਂਦਾ, ਉਹਦੇ ਲਈ ਨਹੀਂ ਗੇਮ ਬਣ। ਇਹ ਤੇ ਬੰਦੇ ਉਹਦੇ ਲਈ ਗੇਮ ਹੈ, ਜਿਹੜਾ ਬੰਦਾ ਕਹਿੰਦਾ ਬਸ ਹੁਣ ਨਹੀਂ ਮੈਂ ਕਿਤੇ ਜਾਣਾ, ਬਸ ਆਹ ਦੀ ਗੇਮ ਹੈ, ਕਲੀਅਰ ਦਾ ਟਾਰਗੇਟ ਸੈੱਟ ਕਰਦਾ। ਹਾਂਜੀ ਨਹੀਂ ਸਾਹਿਬ, ਮੈਂ ਕਿਹਾ ਆ ਰਿਹਾ ਪਾਰ। ਹਾਂ, ਗੇਮ ਵੱਡੀ ਆ, ਔਖਾ ਕੰਮ ਹੈ। ਅਗਲੇ ਦਿਨ ਕਹਿ ਕਲੀਅਰ ਕਰਨ ਕੀ ਤਾਂ ਪਰਮਾਤਮਾ ਹੈ ਜਾਂ ਨਹੀਂ ਹੈ, ਕੀ ਗੱਲਾਂ ਬਾਤਾਂ ਨੇ। ਇਹ ਜਿਹੜੀਆਂ ਹੱਥਾਂ ਚ ਮੇਰੀਆਂ ਖੁੱਲੀਆਂ ਨੇ,
ਇੱਥੇ ਸ਼ਾਮੀ 5-10,000 ਰੁਪਇਆ, ਲੱਖ ਰੁਪਇਆ ਰਿਸ਼ਤਾ ਮਿਲਦੇ ਆ। ਉੱਥੇ ਪੈਲੀ ਤੇ ਸੈਨ ਕਰਾਂ ਮੈਂ 2 ਮਿੰਟ ਚ ਨਕਲੀ 40-50 ਕਿੱਲੇ ਪੈਲੀ ਮੈਂ ਹੜਪ ਲੂੰ। ਆ ਕੋਠੀ ਮੈਂ ਏਦਾਂ ਕਰ ਦੂੰ, ਕਈ ਮੰਨੀਆਂ ਮਾੜਾ ਜਿਹਾ ਝੂਠ ਮਾਰਦਾ, ਰੁਪਈਆ ਲੱਖ ਮਿਲ ਜਾਂਦਾ। ਇਹ ਤਾਂ ਨਿਰਗੁਣ ਬ੍ਰਹਮ ਚ ਮੈਂ ਜਾਣਾ ਕਿ ਨਹੀਂ ਜਾਣਾ। ਇਹ ਜਿਹੜੀ ਚੀਜ਼ ਮੇਰੇ ਹੱਥ ਚ ਬੈਠੀ ਆ, ਜਿਹੜੇ ਇੰਨੇ ਨਾਂਦੇ ਆ ਸਾਲਾ ਮੈਂ ਲੈਂਦੇ ਆ, ਕੰਮ ਔਖਾ ਹੋਆ। ਮੈਂ ਥੋੜੀ ਕਹਿ ਸਕਦਾ ਕਿ ਤੁਹਾਨੂੰ ਕਿ ਨਿਸ਼ਚੈ ਸਾਹਿਬ ਬੜਾ ਆਸਾਨ ਹੈ। ਬਿਲਕੁਲ ਬਿਲਕੁਲ, ਤਾਂਹੀਓ ਤਾਂ ਬਾਣੀ ਕਹਿੰਦੀ ਜੰਜਾਲ ਹੈਗਾ। ਪਰ ਉਪਲਬਧੀ ਬਹੁਤ ਆ ਗੁਰਕੀ ਸਾਹਿਬ, ਉਪਲਬਧੀ ਬਹੁਤ ਆ। ਹਾਂਜੀ ਹਾਂਜੀ ਹਾਂਜੀ, ਕੰਮ ਇੱਕੋ ਹੀ ਆ ਬਸ, ਤੇ ਰਿਜ਼ਲਟ ਬਹੁਤ ਆ ਉਹਦੇ। ਹਾਂਜੀ ਬਿਲਕੁਲ ਠੀਕ ਹੈ ਨਿਸ਼ਚੈ ਸਾਹਿਬ, ਆ ਜਾਈਏ ਬਾਣੀ ਤੇ ਆ ਜਾਈਏ। ਹਾਂਜੀ ਨਿਸ਼ਚੈ ਸਾਹਿਬ ਬਾਣੀ ਤੇ ਆ ਜਾਈਏ। ਹਾਂਜੀ, ਪੌੜੀ ਅਸ਼ਟਮੀ ਅਸ਼ਟ ਸਿੱਧ 9 ਨਿਧ, ਕਹਿੰਦੇ 8 ਦੀ 8 ਸਿੱਧੀਆਂ ਤੇ 9 ਨਿਧੀਆਂ 18 ਸਿੱਧੀਆਂ, ਸਾਰਾ ਕੁਝ ਮਿਲ ਜੂਗਾ ਤੈਨੂੰ ਭਾਈ। ਸਗਲ ਪਦਾਰਥ ਪੂਰਨ ਬੁੱਧ, ਸਾਰੇ ਪਦਾਰਥ ਮਿਲ ਜਾਣਗੇ। ਔਰ ਜਿਹੜੀ ਹੈਗੀ ਤੇਰੀ ਬੁੱਧੀ ਜਿਹੜੀ ਹੈਗੀ ਆ ਬਹੁਤ ਹੀ ਜਿਹੜੀ ਵਿਵੇਕ ਬੁੱਧੀ ਆ ਜਾਏਗੀ ਤੇਰੇ ਕੋਲ, ਪੂਰਨ ਬੁੱਧੀ ਆ ਜਾਏਗੀ ਤੇਰੇ ਕੋਲ, ਸੋਚਣ ਦੀ ਪੂਰੀ ਸਹੀ ਸੋਚ ਆ ਜਾਏਗੀ। कवल प्रकाश सदा आनंद, तेरा हृदय कमल प्रकाशित हो जाएगा और हमेशा ही खुशी के खेड़े दे विच आ जाएगा। निर्मल रीत निरोधर बंत, हाँ तेरी जे आ तेरी पवित्र करने वाली रीत जी तेरे को आ जाएगी, पवित्र हो जाएगा। ते तेनू माया जी हैगी काम क्रोध लोभ मोह हंकार जिहड़े हैगे तेरे रस्ते नू नहीं रोक सकणगे। आ निरोधर मंत्र हैगा भाई। हाँ जी वीर जी। ਹਾਂਜੀ ਬਿਲਕੁਲ ਠੀਕ ਹੈ ਜੀ। ਹੁਣ ਕਹਿੰਦੇ ਅਸ਼ਟਪਤੀ ਅਸ਼ਟਮੀ ਅਸ਼ਟ ਸਿੱਧੀ ਨਵਨੀਤੀ, ਕਹਿੰਦੇ ਕੀ ਇਹ ਸ਼ਕਤੀ ਦੀ ਗੱਲ ਕਰਦੇ ਪਏ ਨਿਸ਼ਚੈ ਸਾਹਿਬ, ਜਾਣਿਆ ਨਹੀਂ। ਹਾਂਜੀ ਹਾਂਜੀ, ਸਾਰੀਆਂ ਕਹਿੰਦੇ ਸਾਰੀਆਂ ਸਿੱਧੀਆਂ ਤੇ 9 ਨਿਧੀਆਂ 18 ਸਿੱਧੀਆਂ ਤੇਰੇ ਕੋਲ ਆ ਜਾਣਗੀਆਂ। 8ਵੀਂ ਡੇਟ ਤੋਂ ਗਿਆਨ ਦੇ ਰਹੇ ਮਹਾਰਾਜ। ਸਾਰੇ ਪਦਾਰਥ ਜਿਹੜੇ ਹੈਗੇ ਤੇਰੀ ਜਿਹੜੀ ਤ੍ਰਿਸ਼ਨਾ ਮਿਟ ਜਾਏਗੀ, ਸਾਰੇ ਪਦਾਰਥਾਂ ਦੀ ਤੇਰੀ ਵਿਵੇਕ ਬੁੱਧੀ ਹੋ ਜਾਏਗੀ। ਹਾਂਜੀ ਵੀਰ। ਆਓ ਕਹਿੰਦੇ ਆ ਕਿ ਅਸ਼ਟਮੀ ਦੇ ਵਿੱਚ ਕਹਿੰਦੇ ਕਿ ਇੰਨੀ ਤੇਰੇ ਅੰਦਰ ਇੰਨਾ ਤੇਰੇ ਜੀਵਨ ਚ ਇਹ ਕੁਝ ਆ ਜਾਣਾ। ਹਾਂ ਬਿਲਕੁਲ, ਜ਼ਿਆਦਾ ਲੰਮਾ ਟਾਈਮ ਨਹੀਂ। ਸਗਲ ਪਦਾਰਥ ਪੂਰਨ ਬੁੱਧੀ, ਇਹਦਾ ਕੀ ਮਤਲਬ? ਤੇਰੇ ਸਾਰੇ ਪਦਾਰਥ ਜਿਹੜੇ ਤੇਰੇ, ਹੁਣ ਆਪਾਂ ਪਦਾਰਥ ਦੇ ਪਿੱਛੇ ਤਾਂ ਬੰਦਾ ਜਿਹੜਾ ਇਸ ਪਾਸੇ ਆਉਂਦਾ ਨਹੀਂ ਹੈ। ਮਾਇਆ ਜਿਹੜੀ ਆ ਵੀ ਚਾਹੀਦਾ, ਆ ਵੀ ਚਾਹੀਦਾ, ਕਹਿੰਦੀ ਸਾਰੀ ਤੇਰੀ ਤ੍ਰਿਸ਼ਨਾ ਜਿਹੜੀ ਹੈ ਖਤਮ ਹੋ ਜਾਏਗੀ ਤੇਰੀ, ਬਿਲਕੁਲ ਤੇਰਾ ਰੱਜ ਜਾਏਗਾ ਪੂਰਨ ਤੇਰੀ। ਔਰ ਬੁੱਧੀ ਵੀ ਤੇਰੀ ਜਿਹੜੀ ਹੈਗੀ ਬਹੁਤ ਹੀ ਜਿਹੜੀ ਹੈਗੀ ਵਿਵੇਕ ਬੁੱਧੀ ਆ ਜਾਏਗੀ ਤੇਰੇ ਕੋਲ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ ਨਿਸ਼ਚੈ ਸਾਹਿਬ। ਹਾਂਜੀ ਸਗਲ ਪਦਾਰਥ ਪੂਰਨ ਬੁੱਧੀ, ਉਹ ਕਹਿੰਦੇ ਕਿ ਤੇਰੇ ਜੀਵਨ ਦੇ ਵਿੱਚ ਜਿਹੜੇ ਤੇਰੀ ਇੱਛਾ ਹੈਗੀ ਉਹ ਤੇਰੀ ਪੂਰੀਆਂ ਹੋ ਜਾਣਗੀਆਂ। ਸਾਰੀ ਇੱਛਾ ਜੋ ਵੀ ਇੱਛਾ ਕੀਤੀ ਤੇਰੀ ਗੱਲ ਤੇ ਪਹਿਲੀ ਗੱਲ ਤੇਰੀ ਇੱਛਾ ਪੂਰੀ ਹੋ ਜਾਏਗੀ। ਕਿਉਂਕਿ ਜਦੋਂ ਬ੍ਰਹਮ ਹੁੰਦਾ ਤਾਂ ਕੋਈ ਨਾਲ ਹੀ ਆ ਜਾਂਦਾ ਹੈ, ਬ੍ਰਹਮ ਪਿੱਛੇ ਥੋੜੀ ਕੋਈ ਰਹਿਣ ਦਿੰਦਾ ਹੈ। ਤੇ ਫਿਰ ਕਹਿੰਦੇ ਕਵਲ ਪ੍ਰਕਾਸ਼ ਸਦਾ ਆਨੰਦ, ਇਹ ਬੜੀ ਤੜੀ ਚੀਜ਼ ਹੋ ਗਈ। ਹੁਣ ਭਗਤੀ ਕੀਤਿਆਂ ਕਹਿੰਦੇ ਕੀ ਹੋਊਗਾ ਕਿ ਤੇਰੇ ਜੀਵਨ ਦੇ ਵਿੱਚ 2-3 ਚੀਜ਼ਾਂ ਆ ਜਾਣੀਆਂ ਵਾ। ਇੱਕ ਤੇ ਤੈਨੂੰ ਆਨੰਦ ਦੀ ਪ੍ਰਾਪਤੀ ਹੋ ਜਾਣੀ ਹੈ, ਇੱਕ ਨਿਰਭਉ ਪਦ ਮਿਲ ਜਾਣਾ ਹੈ, ਇੱਕ ਤੈਨੂੰ ਸਹਿਣਸ਼ੀਲਤਾ ਮਿਲ ਜਾਣੀ ਹੈ, ਤੇ ਆਨੰਦਮਈ ਅਵਸਥਾ ਤੇਰੀ ਬਣ ਜਾਣੀ। ਇਹ ਚੀਜ਼ਾਂ ਤੇਰੇ ਅੰਦਰ ਬਣਨੀਆਂ ਚਾਹੀਦੀਆਂ। ਹਾਂਜੀ ਨਿਸ਼ਚੈ ਸਾਹਿਬ ਅੱਗੇ ਚਲੀ। ਨਿਰਮਲ ਰੀਤ ਨਿਰੋਧਰ ਮੰਤ, ਆ ਤੇਰੀ ਬਈ ਨਿਰਮਲ ਕਰਨ ਵਾਲੀ ਰੀਤ ਹੈਗੀ ਪਾਈ ਹੈ, ਔਰ ਤੈਨੂੰ ਨਿਰਮਲ ਕਰ ਦੇਗੀ। ਔਰ ਇਹ ਜਿਹੜਾ ਹੈਗਾ ਤੈਨੂੰ ਕੋਈ ਚੀਜ਼ ਰੋਕ ਨਹੀਂ ਸਕੇਗੀ। ਪਰਮਾਤਮਾ ਦੇ ਰਸਤੇ ਦੇ ਉੱਤੇ ਕੋਈ ਰੁਕਾਵਟ ਨਹੀਂ, ਮਾਇਆ ਰੁਕਾਵਟ ਨਹੀਂ ਪਾ ਸਕੇਗੀ। ਆ ਨਿਰੋਧਰ ਮੰਤਰ ਹੈਗਾ ਇਹ ਗੁਰ ਹੈਗਾ ਐਸਾ। ਸਗਲ ਧਰਮ, ਹਾਂਜੀ ਸਗਲ ਧਰਮ ਪਵਿੱਤਰ ਇਸ਼ਨਾਨ, ਕਹਿੰਦੇ ਸਾਰੇ ਧਰਮਾਂ ਦਾ ਨਿਚੋੜ ਤੇ ਪਵਿੱਤਰ ਇਸ਼ਨਾਨ ਹੈ। ਤੈਨੂੰ ਪਵਿੱਤਰ ਕਰ ਦੇਗਾ ਜੇ ਤੂੰ ਆ ਇਸ਼ਨਾਨ ਕਰ ਲਏਗਾ ਤੇ।
ਸਭ ਮੈਂ ਊਚ ਵਿਸ਼ੇਸ਼ ਗਿਆਨ, ਔਰ ਸਾਰਿਆਂ ਤੋਂ ਉੱਚਾ ਤੇ ਸਭ ਤੋਂ ਵਿਸ਼ੇਸ਼ ਗਿਆਨ ਹੈਗਾ। ਸਭ ਤੋਂ ਉੱਚੀ ਅਵਸਥਾ ਮਿਲ ਜਾਏਗੀ ਤੈਨੂੰ, ਤੇ ਵਿਸ਼ੇਸ਼ ਗਿਆਨ ਹੈ ਤੈਨੂੰ ਭਾਈ। ਤੂੰ ਜਿਹੜਾ ਹੈਗਾ ਬ੍ਰਹਮ ਗਿਆਨ ਹੋ ਜਾਏਗਾ ਤੈਨੂੰ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਇਹ ਚੀਜ਼ਾਂ ਕਿਤੇ ਤੁਹਾਨੂੰ ਪ੍ਰਾਪਤ ਹੋਣਗੀਆਂ। ਹਾਂਜੀ ਨਿੱਜਰ ਸਾਹਿਬ, ਅੱਗੇ ਧਰਮ ਪਵਿੱਤਰ ਇਸ਼ਨਾਨ, ਇਹ ਸਾਰੇ ਜਿੰਨਾ ਤੂੰ ਇਸ਼ਨਾਨ ਕਰਦਾ ਫਿਰਦਾ ਨਾ, ਇਹ ਸਾਰੇ ਇਸ਼ਨਾਨਾਂ ਦੇ ਉੱਪਰ ਜਿਹੜਾ ਪਵਿੱਤਰ ਇਸ਼ਨਾਨ ਤੈਨੂੰ ਪ੍ਰਾਪਤ ਹੋ ਜਾਊਗਾ। ਠੀਕ ਹੈ ਨਿੱਜਰ ਸਾਹਿਬ। ਸਭ ਮੈਂ ਉੱਤਮ ਵਿਵੇਕ ਗਿਆਨ, ਤੈਨੂੰ ਦੁਨੀਆ ਦਾ ਸਭ ਤੋਂ ਚੋਟੀ ਦਾ ਗਿਆਨ ਪ੍ਰਾਪਤ ਹੋ ਜਾਏਗਾ। ਅੱਗੇ ਤੋਂ ਕੋਈ ਹਰ ਹਰ ਹੁਣ ਜਿਹੜਾ ਹੋਊਗਾ ਕਿਵੇਂ, ਉਹ ਐਕਸ਼ਨ ਹੋਣ ਆ ਰਹੀ ਹੈ। ਕਹਿੰਦੇ ਹਰ ਹਰ ਭਜਨ ਪੂਰੇ ਗੁਰਸੰਗ। ਕਹਿੰਦੇ ਪੂਰੇ ਗੁਰੂ ਦੀ ਜਿਹੜੀ ਗਾਈਡੈਂਸ ਦੇ ਵਿੱਚ ਜਿਹੜੀ ਹੈਗੀ, ਤੈਨੂੰ ਪੂਰੇ ਗੁਰੂ ਦੀ ਸੰਗਤ ਕਰਨੀ ਪਊਗੀ ਔਰ ਭਜਨ ਕਰਨਾ ਪਊਗਾ ਪਰਮੇਸ਼ਰ ਦੇ ਨਾਮ ਦਾ। ਹਰ ਹਰ ਭਜਨ ਪੂਰੇ ਗੁਰਸੰਗ, ਧਿਆਨ ਸਿਮਰਨ ਕਰਨਾ ਪਊਗਾ ਭਾਈ। ਜਪ ਤਰੀਏ ਨਾਨਕ ਨਾਮ ਹਰ ਰੰਗ, ਤੇ ਸੰਸਾਰ ਸਮੁੰਦਰ, ਸੰਸਾਰ ਸਾਗਰ ਨੂੰ ਤਰ ਜਾਏਗਾ ਤੇ ਪਰਮੇਸ਼ਰ ਦੇ ਨਾਮ ਦੇ ਵਿੱਚ ਰੰਗਿਆ ਜਾਏਗਾ। ਹਾਂਜੀ ਬਿਲਕੁਲ ਠੀਕ ਹੈ ਜੀ। ਉਹ ਕਹਿੰਦੇ ਆ ਕਿ ਇਹ ਦੋ ਕਿਤੇ ਬੋਲੇ ਉਹਨਾਂ ਨੇ, ਹਰ ਹਰ ਭਜਨ ਪੂਰੇ ਗੁਰਸੰਗ। ਕਹਿੰਦੇ ਸੰਗਤ ਚੰਗੀ ਚਾਹੀਦੀ ਹੈ, ਤੇ ਤਾਂ ਜੇ ਤੂੰ ਹਰੀ ਦਾ ਜਾਪ ਕਰੇਗਾ ਤੇ ਫਿਰ ਇਹ ਜਿਹੜੀਆਂ ਉੱਪਰਲੀਆਂ ਸਾਰੀਆਂ ਜਿਹੜੀਆਂ ਗੱਲਾਂ ਕਹੀਆਂ ਨਾ, ਤੁਸੀਂ ਲਿਸਟ ਪੜ੍ਹ ਲਿਓ ਬਾਅਦ ਚ, ਉਹ ਸਾਰੀਆਂ ਤੈਨੂੰ ਮਿਲ ਜਾਣਗੀਆਂ। ਬਿਲਕੁਲ। ਸਭ ਤੋਂ ਪਹਿਲਾਂ ਤੇ ਤੈਨੂੰ ਤੇਰੇ ਅੰਦਰ ਇੱਕ ਤ੍ਰਿਸ਼ਨਾ ਪੈਦਾ ਹੋ ਜਾਊਗੀ ਪਰਮਾਤਮਾ ਨੂੰ ਜਾਣਨ ਦੀ, ਉਹਨੂੰ ਅਨੁਭਵ ਕਰਨ ਦੀ। ਹੁਣ ਕਿਤਾਬਾਂ ਦੇ ਵਿੱਚ ਆਪਾਂ ਕਹਾਣੀ ਚ ਪੜ੍ਹਦੇ ਹਾਂ, ਪਰ ਪਹਿਲਾਂ ਸਾਡੇ ਅੰਦਰ ਇੰਟਰਸਟ ਵੀ ਹੋਣਾ ਚਾਹੀਦਾ ਨਾ ਕਿ ਮੈਂ ਕਹਾਣੀ ਕਿਉਂ ਪੜ੍ਹ ਰਿਹਾ, ਕਿਉਂ ਕਿਤਾਬ ਪੜ੍ਹ ਰਿਹਾ। ਇਹ ਤੇਰੇ ਅੰਦਰ ਜਿਗਿਆਸਾ ਪੈਦਾ ਹੋਊਗੀ, ਫਿਰ ਉੱਪਰ ਦੀਆਂ ਚੀਜ਼ਾਂ ਤੈਨੂੰ ਸਾਰੀਆਂ ਪ੍ਰਾਪਤ ਹੋਣਗੀਆਂ ਔਰ ਤੈਨੂੰ ਆਨੰਦ ਦੀ ਪ੍ਰਾਪਤੀ ਹੋਣੀ ਹੈ। ਇਹ ਸਾਧ ਸੰਗਤ ਜੀ ਯਾਦ ਰੱਖਿਓ, ਜਿਹੜਾ ਵੀ ਸਾਧਕ 8-9-7-6 ਮਹੀਨੇ ਸਾਧਨਾ ਕਰਦਾ, ਉਸਨੂੰ ਪਰਮ ਆਨੰਦ ਦੀ ਪ੍ਰਾਪਤੀ ਹੋਣੀ ਹੈ। ਤੁਹਾਨੂੰ ਇੱਕ ਕੁਮਾਰੀ ਚੜ੍ਹਨੀ ਹੈ, ਨਾਮ ਕੁਮਾਰੀ ਰਾਣਕਾ ਤੇ ਚੜੀ ਰਹੇ ਦਿਨ ਰਾਤ। ਉਹ ਖੁਮਾਰੀ ਨਹੀਂ ਜੋ ਉਤਰਨੀ। ਤੁਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਫੋਟੋਆਂ ਵੇਖਣੀਆਂ ਨਾ, ਅੱਖਾਂ ਵੇਖਣੀਆਂ, ਅੱਧੀਆਂ ਖੁੱਲੀਆਂ ਤੇ ਅੱਧੀਆਂ ਬੰਦ, ਉਹੀ ਖੁਮਾਰੀ। ਜਦੋਂ ਵੀ ਆਪਾਂ ਨਿਰਗੁਣ ਬ੍ਰਹਮ ਦੇ ਵਿੱਚ ਜਾਂਦੇ ਹਾਂ, ਮਨ ਜਿੰਨਾ ਚਿਰ ਤੱਕ ਬਾਹਰ ਮੁੱਕੀ ਆ ਨਾ, ਉਹਨਾਂ ਚਿਰ ਤੱਕ ਅਸ਼ਾਂਤੀ ਹੈ। ਜਦੋਂ ਜਦੋਂ ਸਾਡੀ ਸੁਰਤੀ ਆਤਮ ਤੱਤ ਚ ਠਹਿਰਦੀ ਹੈ, ਮਨ ਅੰਤਰਮੁਖੀ ਹੋਣ ਲੱਗ ਜਾਂਦਾ ਹੈ। ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਕੱਪੜੇ ਆ, ਰਾਗ ਦੇ ਦਵੈਹ ਦੇ ਕੱਪੜੇ ਉਤਾਰ ਦਿੰਦਾ ਹੈ। ਫਿਰ ਤੁਹਾਡੇ ਅੰਦਰ ਨਾ ਇੱਕ ਚੀਜ਼ ਪੈਦਾ ਹੋਣੀ ਹੈ, ਇੱਕ ਤੁਸੀਂ ਨਿੰਦਿਆ, ਚੁਗਲੀ, ਈਰਖਾ, ਰਾਗ, ਇਹ ਜੀਭਾਂ ਦੇ ਰਸ, ਇਹਨਾਂ ਸਾਰੀਆਂ ਚੀਜ਼ਾਂ ਦਾ ਤੁਸੀਂ ਤਿਆਗ ਕਰ ਦੇਣਾ। ਇਹ ਤਿਆਗ ਕਰਨ ਦੇ ਪਿੱਛੇ ਕੋਈ ਤੁਹਾਨੂੰ ਕੋਈ ਜ਼ਬਰਦਸਤੀ ਕਰਨ ਦੀ ਲੋੜ ਨਹੀਂ, ਆਟੋਮੈਟਿਕਲੀ ਹੀ ਤੁਹਾਡੇ ਤੋਂ ਅਲੱਗ ਹੋ ਜਾਣੀ। ਇਹ ਬਾਈ ਪ੍ਰੋਡਕਟ ਹੈ। ਜਿਹੜਾ ਵੀ ਬੰਦਾ ਸਾਧਨਾ ਕਰਦਾ ਹੈ, ਦੇਖੋ ਪਤਾ ਕੀ ਹੈ, ਜਦੋਂ ਵੀ ਮਨ ਵਰਤਮਾਨ ਕਾਲ ਧਾਰਾ ਚ ਆ ਜਾਂਦਾ ਨਾ, ਸਾਧਨਾ ਤੁਹਾਡੇ ਸਾਰਿਆਂ ਦੇ ਆਉਂਦਾ, ਉਸ ਟਾਈਮ ਤੇ ਇਹਨੇ ਕੀ ਕਰਨਾ ਹੈ, ਇਹਨੇ ਇਹ ਜਿਹੜਾ ਬ੍ਰਹਮ ਹੈ ਸ਼ਾਂਤ ਹੋ ਜਾਂਦਾ। ਇਹ ਜਿਹੜਾ ਬਾਹਰੀ ਬ੍ਰਹਮ ਜਿਹੜਾ ਹੈਗਾ ਸਰਗੁਣ ਰੂਪ, ਔਰ ਮਨ ਜਿਹੜਾ ਜਦੋਂ ਵਰਤਮਾਨ ਕਾਲ ਚ ਆ ਜਾਂਦਾ ਤੇ ਅਣਮਣੀ ਅਵਸਥਾ ਬੰਦੇ ਨੂੰ ਪ੍ਰਾਪਤ ਹੋ ਜਾਂਦੀ। ਔਰ ਜਦੋਂ ਮਨ ਅਣਮਣੀ ਅਵਸਥਾ ਚ ਜਾਂਦਾ ਹੈ ਤਾਂ ਉਹ ਕਿਹਾ ਨਾ ਕਿ ਘੜੀ ਕੇ ਪੁਰਖ ਮਨ ਬੁੱਧ, ਉਹ ਅਵਸਥਾ ਮਿਲ ਜਾਂਦੀ ਹੈ। ਉਹਦੇ ਵਿੱਚ ਕੀ ਹੁੰਦਾ, ਮਨ ਵੀ ਘੜਿਆ ਜਾਂਦਾ, ਸੋਚ ਘੜੀ ਜਾਂਦੀ ਹੈ, ਬੁੱਧ ਵੀ ਘੜੀ ਜਾਂਦਾ। ਔਰ ਜਿੰਨਾ ਚਿਰ ਤੱਕ ਸਾਡਾ ਮਨ ਬਾਹਰ ਹੁੰਦੀ ਆ, ਉਹਨਾਂ ਚਿਰ ਨਹੀਂ ਘੜਿਆ ਜਾਂਦਾ। ਉਹ ਇੱਕ ਬ੍ਰਹਮ ਦੀ ਰਿਕੁਆਇਰਮੈਂਟ ਹੈ। ਜਿਉਂ ਦੀ ਸ੍ਰਿਸ਼ਟੀ ਬਣੀ, ਇਸ ਤੋਂ ਵੱਧ ਕੋਈ ਗੱਲ ਨਹੀਂ ਹੋਈ ਤੇ ਇਸ ਤੋਂ ਵੱਧ ਕੋਈ ਗ੍ਰੰਥ ਜਾ ਵੀ ਨਹੀਂ ਸਕਦਾ। ਤੁਸੀਂ ਦੁਨੀਆ ਦਾ ਕੋਈ ਵੀ ਗ੍ਰੰਥ ਪੜ੍ਹ ਕੇ ਦੇਖੋ, ਸਾਰੀ ਜ਼ਿੰਦਗੀ ਜਿੱਥੇ ਮਰਜ਼ੀ ਭੱਜ ਕੇ ਦੇਖ ਲਓ, ਇੱਕ ਹੀ ਅਵਸਥਾ ਬੰਦਾ ਪ੍ਰਾਪਤ ਕਰ ਸਕਦਾ, ਉਹ ਹੈ ਅਣਮਣੀ ਅਵਸਥਾ। ਅਣਮਣੀ ਅਵਸਥਾ ਦਾ ਮਤਲਬ ਹੁੰਦਾ ਜਦੋਂ ਚਿੱਤ ਦੇ ਵਿੱਚ ਮਨ ਲੀਨ ਹੋ ਜਾਂਦਾ। ਬਹੁਤ ਉੱਚੀ ਅਵਸਥਾ ਹੈ। ਮਿਲ ਜੇ ਤੇ ਤੁਹਾਨੂੰ 5-6 ਦਿਨਾਂ ਚ ਮਿਲ ਜਾਂਦੀ ਹੈ, ਔਰ ਨਾ ਮਿਲੀ ਤਾਂ ਭਾਵੇਂ ਤੁਸੀਂ 100 ਸਾਲ ਭਟਕਦੇ ਰਹੋ, ਉਹ ਨਹੀਂ ਮਿਲਣੀ। ਜ਼ਬਰਦਸਤੀ ਵਾਲਾ ਸੌਦਾ ਨਹੀਂ ਨਿੱਜਰ ਸਾਹਿਬ। ਹਾਂਜੀ ਬਿਲਕੁਲ ਨਿੱਜਰ ਸਾਹਿਬ, ਹਾਂਜੀ ਬਿਲਕੁਲ ਸਹੀ ਹੈ ਜੀ। ਔਰ ਇਹ ਅਣਮਣੀ ਅਵਸਥਾ ਹੈ ਤੁਹਾਡੀ। ਕੋਈ ਇਹ ਨਹੀਂ ਕਿ ਤੁਸੀਂ ਸਾਧਨਾ ਕਰਨੀ ਸ਼ੁਰੂ ਕਰਤੀ ਤੁਹਾਨੂੰ ਮਿਲ ਗਈ। ਇਹ ਖੈਰਾਤ ਹੈ। ਇਹ ਪਰਮਾਤਮਾ ਸਾਡੀ ਝੋਲੀ ਚ ਖੈਰਾਤ ਪਾਉਂਦਾ ਹੈ। ਇਹ ਕੋਈ ਮਾਮੂਲੀ ਨਹੀਂ ਹੈ। ਜਿੱਦਾਂ ਆਪਾਂ
ਕਿਸੇ ਨੂੰ ਦਿੰਦੇ ਆ ਨਾ 100 ਰੁਪਏ ਕੱਢ ਕੇ ਬੱਚੋਂ 50 ਰੁਪਏ ਵਗੈਰਾ, ਉਸੇ ਤਰ੍ਹਾਂ ਜਦੋਂ ਅਸੀਂ ਲਗਾਤਾਰ ਭਗਤੀ ਕਰਦੇ ਤੇ ਸਾਡੀ ਝੋਲੀ ਚ ਪਰਮਾਤਮਾ ਕੀ ਪਾਉਂਦਾ, ਸਾਡੇ ਮਨ ਨੂੰ ਸ਼ਾਂਤ ਕਰ ਦਿੰਦਾ। ਜਿਵੇਂ ਮੰਗਤੇ ਨੂੰ ਦੇ ਦਿੰਦਾ ਹੈ, ਮੰਗਤੇ ਨੂੰ ਜਿਵੇਂ ਦੇ ਦਿੰਦੇ ਆ, ਜਿਵੇਂ ਮੰਗਤਾ ਹੁੰਦਾ ਹੈ, ਮੰਗੀ ਜਾਂਦਾ ਮੰਗੀ ਜਾਂਦਾ ਮੰਗੀ ਜਾਂਦਾ ਹੈ, ਇੱਕ ਦਿਨ ਜਿਹੜਾ ਹੈਗਾ ਮਿਲ ਜਾਂਦੀ ਹੈ ਦਾਤ। ਹਾਂ, ਔਰ ਸਭ ਤੋਂ ਮਹਿੰਗੀ ਦਾਤ ਹੈ ਜਿਹੜੀ ਕਹਿੰਦੇ ਨਾ ਕਿ ਉਸ ਦਾਤ ਨੂੰ ਮੰਗਣ ਦੇ ਲਈ ਤੁਹਾਨੂੰ ਕੁਝ ਜਾਣਾ, ਉਹਦੇ ਚਰਨਾਂ ਪੁਕਾਰ ਕਰਨੀ ਪੈਣੀ, ਸਤਿ ਕਰਨੀ ਪੈਣੀ ਜਦ ਤੱਕ ਦਿੰਦਾ ਨਹੀਂ। ਪਰ ਮਰਜ਼ੀ ਉਹਦੀ ਹੈ। ਬਿਲਕੁਲ, ਹੋ ਸਕਦਾ ਤੁਹਾਨੂੰ ਪਹਿਲੇ ਦਿਨ ਹੀ ਸਮਾਧੀ ਦੇ ਦੇ, ਨਾ ਦਵੇ ਤੇ ਕਿਤੇ ਗੁਰਦੁਆਰਿਆਂ ਚ ਕਿਤੇ ਡੇਰਿਆਂ ਡੋਰਿਆਂ ਚ ਧੱਕੇ ਖਾਂਦੇ ਲੋਕਾਂ ਨੂੰ ਵੇਖੋ। ਆਸ਼ਰਮਾਂ ਚ ਲੋਕੀ 40 ਸਾਲ ਧੱਕੇ ਖਾਂਦੇ, 1 ਮਿੰਟ ਨਹੀਂ ਮੰਨ ਲੋ ਬੰਦੇ, ਸਾਰੀ ਜ਼ਿੰਦਗੀ ਲੰਘੀ ਤਾਂ ਵੀ ਨਹੀਂ ਸ਼ਾਂਤ ਹੋਣਾ ਨੇ। 1 ਮਿੰਟ ਦੀ ਸਮਾਧੀ ਨਹੀਂ ਮਿਲਦੀ ਲੋਕਾਂ ਨੂੰ। ਬਿਲਕੁਲ, ਗ੍ਰੰਥ ਵੇਖੋ ਸਾਰੇ ਭਰੇ। ਜਦੋਂ ਆਪਾਂ ਉਸ ਪਰਮਾਤਮਾ ਦੇ ਕੋਲ ਆਪਣੀ ਝੋਲੀ ਛੱਡ ਕੇ ਬਹਿ ਜਾਂਦੇ ਆ ਕਿ ਮੇਰੇ ਪਿਤਾ ਤੇਰੇ ਦਰ ਤੇ ਆ ਗਿਆ ਤੇ ਸਾਡੇ ਹੁਣ ਝੋਲੀ ਚ ਕੁਛ ਪਾ ਦੇ, ਉਹ ਬਾਦਸ਼ਾਹ ਹੈਗਾ। ਕਿਉਂਕਿ ਉਦਾਂ ਤੇ ਦੇ ਹੀ ਨਹੀਂ ਨਾ ਸਕਦਾ, ਉਹ ਤੇ ਨਿਜਤਾ ਉਹਦੀ ਉਹਦੀ ਰਿਕੁਆਇਰਮੈਂਟ ਬੜੀ ਹਾਈ ਆ ਤੇ ਅਸੀਂ ਤੇ ਔਗਣਾ ਦੇ ਭਰੇ ਆ। ਔਰ ਉਹ ਜੇ ਤੇ ਅਸੀਂ ਗੁਣਾਂ ਦਾ ਬੈਲੈਂਸ ਕਰਾਂਗੇ ਤੇ ਤਕੜੀ ਸਾਡੀ ਤਾਂ ਜਾਣੀ। ਪਰ ਇੱਕ ਤਰੀਕਾ ਹੈਗਾ ਜਦੋਂ ਪ੍ਰਾਰਥਨਾ ਕਰਦੇ ਹਾਂ ਪਰਮਾਤਮਾ ਦੇ ਚਰਨਾਂ ਚ ਆਪਣੇ ਆਪ ਔਰ ਲਗਾਤਾਰ ਭਗਤੀ ਕਰਦੇ ਤੇ ਫਿਰ ਉਹ ਝੋਲੀ ਸਾਡੇ ਚ ਨਿਰਵਿਚਾਰ ਸਮਾਧੀ ਪਾ ਦਿੰਦਾ। ਔਰ ਨਿਰਵਿਚਾਰ ਸਮਾਧੀ ਚ ਬ੍ਰਹਮ ਕੀ ਕਰਦਾ ਕਿ ਬ੍ਰਹਮ ਦੇ ਵਿੱਚ ਚੱਲ ਜਾਂਦਾ, ਨਿਰਗੁਣ ਬ੍ਰਹਮ। ਹੁਣ ਤੁਹਾਡੇ ਅੰਦਰ 2 ਤੱਤ ਹੈਗੇ, ਇੱਕ ਹੈਗਾ ਚੇਤਨ, ਇੱਕ ਹੈਗਾ ਅਚੇਤਨ। ਜਦੋਂ ਤੁਸੀਂ ਨਿਰਵਿਚਾਰ ਹੋ ਜਾਂਦੇ ਨਾ ਤੇ ਤੁਹਾਡੀ ਚੇਤਨ ਤੱਤ ਚ ਪ੍ਰਵੇਸ਼ ਕਰ ਜਾਂਦੇ। ਆਪਾਂ ਇਸ ਤੋਂ ਵੀ ਅੱਗੇ ਜਾਣਾ। ਜੇ ਤੁਸੀਂ ਬਾਹਰ ਬਹਿੰਦੇ ਰਹਿੰਦੇ ਜੇ, ਤੁਸੀਂ ਚੇਤਨ ਚ ਬੈਠੇ ਜੇ, ਤੇ ਜਦੋਂ ਤੁਸੀਂ ਆਪਣੀ ਸੁਰਤੀ ਨੂੰ ਉਸ ਚੇਤਨ ਦੇ ਅੰਦਰ ਲੈ ਜਾਓਗੇ ਤੇ ਤੁਸੀਂ ਅਚੇਤਨ ਚ ਚੱਲ ਜਾਓ। ਉਹ ਬ੍ਰਹਮ ਹੈ, ਸਭ ਤੋਂ ਟੌਪ ਦਾ ਬ੍ਰਹਮ। ਉੱਥੇ ਜਦੋਂ ਵੀ ਤੁਸੀਂ ਗਏ ਤੁਹਾਡੀ ਚੇਤਨਾ ਉੱਥੇ ਜਾ ਨਹੀਂ ਸਕਦੀ। ਚੇਤਨਾ ਜਿਹੜੀ ਹੈ ਨਾ, ਇਹ ਹੈਗੀ ਪ੍ਰਕਿਰਤੀ ਦਾ ਹਿੱਸਾ। ਅੱਜ ਪ੍ਰਾਣ ਨੂੰ ਚੇਤਨਾ ਕਿਹਾ ਗਿਆ। ਪ੍ਰਾਣ ਜਿਹੜੇ ਸਾਡੇ ਸਰੀਰ ਚ ਚੱਲਦੇ ਆ, ਜਦੋਂ ਬੰਦਾ ਠੰਡਾ ਹੋ ਜਾਂਦਾ ਮਤਲਬ ਪ੍ਰਾਣ ਸਰੀਰ ਚੋਂ ਨਿਕਲ ਗਏ। ਜਦੋਂ ਪ੍ਰਾਣ ਟੁੱਟ ਗਏ ਬੰਦਾ ਮਰ ਗਿਆ। ਜਦੋਂ ਪ੍ਰਾਣ ਆ ਗਏ ਸਰੀਰ ਜਿੰਦਾ ਹੋ ਜਾਂਦਾ। ਭਾਵੇਂ 2 ਘੰਟੇ ਬਾਅਦ ਵੀ ਬੰਦਾ ਮਰਿਆ ਹੋਵੇ ਨਾ, ਤੇ ਜੇ ਪ੍ਰਾਣ ਆ ਗਏ ਨਾ ਚੱਲ ਕੇ, ਤਾਂ ਫਿਰ ਉਹਨੇ ਜਿੰਦਾ ਹੋ ਜਾਣਾ। ਡਾਕਟਰ ਕਹਿੰਦੇ ਆ ਕਿ 5 ਮਿੰਟਾਂ ਜਿਹੜਾ ਬੰਦਾ ਮਰ ਗਿਆ ਉਹ ਖਤਮ ਹੋ ਗਿਆ, ਪਰ ਮੈਂ ਵੇਖਿਆ ਕਈ 2 ਘੰਟੇ ਬਾਅਦ ਵੀ ਬੰਦੇ ਜਿੰਦਾ ਹੋ ਗਏ। ਪ੍ਰਾਣ ਜਿੰਦਾ ਕਰ ਦਿੰਦੇ ਨੇ, ਉਹ ਫੋਨ ਪਤਾ ਨਹੀਂ ਕਿੱਦਾਂ ਚਲਾ ਦਿੰਦੇ ਨੇ। ਮੇਜਰ ਸਾਹਿਬ ਬਿਲਕੁਲ, ਚੇਤਨ ਤਾਂ ਆ ਗਈ, ਕਹਿੰਦੇ ਚੇਤਨ ਹੋ ਗਿਆ ਬੰਦਾ, ਚੇਤਨ ਆ ਗਿਆ। ਹਾਂ, ਔਰ ਉਹ ਭੁੱਲ ਜਾ ਕੇ ਚੱਲਣ ਡਿਆ ਪੈਂਦਾ। ਪ੍ਰਾਣ ਹੀ ਹੁੰਦੇ ਆ, ਪ੍ਰਾਣ ਹੀ ਬੰਦੇ ਨੂੰ ਮਾਰਦੇ ਆ ਤੇ ਪ੍ਰਾਣ ਹੀ ਸਾਨੂੰ ਜਿੰਦਾ ਰੱਖਦੇ। ਹੋਰ ਸਾਡੀ ਮਸ਼ੀਨ ਜਿਹੜੀ ਹੈ ਨਾ, ਮਸ਼ੀਨ ਤੇ ਦਮ ਨਹੀਂ ਹੈਗਾ ਜੀ, ਕੋਈ ਗਰੰਟੀ ਥੋੜੀ ਹੈ 100 ਸਾਲ ਦੇ ਹੋ ਕੇ ਮਰਨਾ। ਹਾਂ, ਉਹ ਜਦ ਤੱਕ ਉਹ ਪ੍ਰਾਣ ਜਿਹੜੇ ਉਹ ਬੰਦੇ ਬੱਧੇ ਹੋਏ, ਉਹ ਬੰਦੇ ਬੱਧੇ ਨੇ ਤੇ ਜਿਵੇਂ ਉਹਦਾ ਹੁਕਮ ਹੈ ਪਰਮਾਤਮਾ ਦਾ ਕਿ ਚਰਨਜੀਤ ਨੂੰ ਇੰਨੇ ਸਾਲ ਜਿੰਦਾ ਰੱਖਣਾ ਹੈ। ਜੋ ਮਰਜ਼ੀ ਹੋਏ, ਚਰਨਜੀਤ ਨੇ ਉਹਨੇ ਸਾਲ ਜਿੰਦਾ ਰਹਿਣਾ ਹੀ, ਭਾਵੇਂ ਮੈਨੂੰ ਕੋਈ ਵੀ ਬਿਮਾਰੀ ਲੱਗ ਜਾਏ। ਤੇ ਜੇ ਮੇਰੀ ਮੌਤ ਆ ਗਈ ਤੇ ਠੇਡਾ ਲੱਗ ਕੇ ਮੈਂ ਮਰ ਜਾਣਾ। ਇਹ ਚੀਜ਼ ਹੈ, ਟਾਈਮ ਖਤਮ। ਉਹ ਸਰੀਰ ਚ ਕੋਈ ਗੱਲਬਾਤ ਨਹੀਂ ਹੈ। ਔਰ ਤੁਸੀਂ ਆਣ ਗੌਂਡ ਵੇਖਿਆ ਵੀ ਹੋਣਾ, ਠੀਕ ਹੈ ਨਾ ਜੀ ਸਾਹਿਬ। ਔਰ ਇਹਦੇ ਨਾਲ ਕਹਿੰਦੇ ਜਪ ਤਰੀਏ ਨਾਨਕ ਨਾਮ ਹਰ ਰੰਗ। ਕਹਿੰਦੇ ਇਹਦੇ ਨਾਲ ਸੰਸਾਰ ਸਮੁੰਦਰ, ਜਿਹੜੇ ਸਮੁੰਦਰ ਦੇ ਵਿੱਚ ਜਿਹੜਾ ਹੈਗਾ ਮਾਲਕ ਨੇ ਆਪਾਂ ਨੂੰ ਭੇਜਿਆ ਹੈ, ਇਹ ਤਰਿਆ, ਇਸੇ ਦੇ ਨਾਲ ਤਰਿਆ ਜਾਣਾ ਹੈ ਭਾਈ। ਹੋਰ ਕੋਈ ਆਪਸ਼ਨ ਹੀ ਨਹੀਂ ਹੈਗਾ ਤਰਨ ਦਾ। ਬਿਲਕੁਲ ਠੀਕ ਹੈ। ਜਦੋਂ ਤੁਹਾਡੀ ਸੁਰਤੀ ਆਤਮ ਤੱਤ ਚ ਠਹਿਰ ਕੇ ਮਨ ਤੇ ਅੰਤਰਮੁਖੀ ਹੋ ਜਾਏ, ਮਨ ਅੰਤਰਮੁਖੀ ਹੋ ਗਿਆ, ਇਹਨੇ ਔਗਣਾਂ ਦੇ ਕੱਪੜੇ ਲਾ ਦੇਣੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਹੁਣ ਤੁਹਾਨੂੰ ਆਉਣਾ ਹੀ ਨਹੀਂ। ਜਿਹੜਾ ਬੰਦਾ 5-6 ਮਹੀਨੇ ਸਾਧਨਾ ਕਰਦਾ ਉਹਨੂੰ ਪਤਾ ਲੱਗਣ ਡਿਆ ਪੈਂਦਾ। ਹੁਣ ਕਈ ਮੈਨੂੰ ਸਾਧਕਾਂ ਦੇ ਫੋਨ ਆਉਂਦੇ, ਕਹਿੰਦੇ ਵੀ ਕਿਆ ਚੀਜ਼ ਮੇਰੇ ਮਨ ਚ ਵਿਚਾਰ ਆ ਕੇ ਮੈਂ ਇਹਨੂੰ ਦੂਰ ਕਰੋ, ਅਰਦਾਸ ਕਰਕੇ ਮੈਂ ਕਰ ਦਾਂਗਾ। ਮੈਂ ਇਹ ਨਹੀਂ ਕਿ ਤੁਹਾਨੂੰ ਪਹਿਲਾਂ ਨਹੀਂ ਵਿਚਾਰ ਆਉਂਦੇ, ਮੈਂ ਇੱਥੋਂ ਦੀ ਖਤ ਤੱਕ ਵਿਚਾਰ ਆਉਂਦੇ, ਪਰ ਹੁਣ ਦੀ ਸ਼ੁੱਧ ਹੋ ਗਏ ਜੀ, ਤੁਸੀਂ ਚੇਤਨ ਹੋ ਗਏ ਜੀ, ਤੁਹਾਨੂੰ ਪਤਾ ਲੱਗਣ ਡਿਆ ਪਿਆ ਕਿ ਇਹ ਵਿਚਾਰ ਆ ਗਿਆ। ਪਹਿਲਾਂ ਤੇ ਵਿਚਾਰਾਂ ਦਾ ਭੰਡਾਰ ਸੀ, ਹੁਣ ਇੱਕ ਵਿਚਾਰ ਵੀ ਤੁਹਾਨੂੰ ਡਿਸਟਰਬ ਕਰਦਾ ਹੈ ਨਿੱਜਰ ਸਾਹਿਬ। ਕਿ ਜਿਵੇਂ ਜਿਵੇਂ ਆਪਾਂ ਉੱਪਰ ਜਾਂਦੇ ਹਾਂ ਨਾ, ਤੇ ਸਾਡੇ ਅੰਦਰ ਪਿਓਰਿਟੀ ਵੱਧਦੀ ਹੈ, ਸ਼ੁੱਧਤਾ ਵੱਧਦੀ ਹੈ। ਔਰ ਜਿਵੇਂ ਜਿਵੇਂ ਸਾਡਾ ਮਨ ਅੰਤਰਮੁਖੀ ਹੋਊਗਾ, ਸਾਡੇ ਅੰਦਰ ਦੈਵੀ ਗੁਣ ਆ ਜਾਣਗੇ, ਪਰਮਾਤਮਾ ਵਾਂਗੂ ਵੱਡੇ ਗੁਣ। ਹਾਂਜੀ ਨਿੱਜਰ ਸਾਹਿਬ, ਅੱਗੇ ਚਲੀ। ਅੱਗੇ ਆਪਸ਼ਨ ਆ, ਕਹਿੰਦੇ ਮਹਾਰਾਜ ਅੱਗੇ ਸ਼ਲੋਕ ਆ ਗਿਆ, ਕਹਿੰਦੇ ਬਈ ਦੇਖ ਲਾ ਪਿਆਰਿਆ, ਤੈਨੂੰ ਹੁਣ ਜਿਹੜਾ ਹੈਗਾ ਨੁਕਤਾ ਦੇ ਦਿੱਤਾ, ਤੈਨੂੰ ਗਿਆਨ ਦੇ ਦਿੱਤਾ, ਹੁਣ ਤੇਰੀ ਮਰਜ਼ੀ ਆ, ਇਹਨੂੰ ਜਿਹੜਾ ਹੈਗਾ ਇਸ ਨੂੰ ਧਿਆਨ ਸਿਮਰਨ ਨੂੰ ਅਡਾਪਟ ਕਰ ਲਾ, ਇਹਨੂੰ ਪ੍ਰਾਇਰਟੀ ਤੇ ਲੈ ਆ, ਭਾਵੇਂ ਜਿਹੜਾ ਹੈਗਾ ਇਹਨੂੰ ਨਾ ਅਡਾਪਟ ਕਰ। ਹੁਣ ਤੈਨੂੰ ਦੱਸ ਦਿੱਤਾ, ਅਡਾਪਟ ਕਰੇਗਾ ਤੇ ਤੂੰ ਜਿਹੜਾ ਹੈਗਾ ਮੁਕਤ ਹੋ ਜਾਏਗਾ। ਆਹ ਸਾਰੇ ਤੈਨੂੰ ਜਿਹੜੇ ਹੈਗੇ ਗਿਣਾ ਦਿੱਤੇ ਆ, ਤੈਨੂੰ ਜਿਹੜੇ ਤੇਰੇ ਅੰਦਰ ਉਪਲਬਧੀਆਂ। ਤੇ ਹੁਣ ਜੇ ਤੂੰ ਨਹੀਂ ਅਡਾਪਟ ਕਰੇਗਾ ਤੇ ਆ ਜਾ ਭਾਈ, ਆ ਹੁਣ ਆ ਸ਼ਲੋਕ ਨੂੰ ਸੁਣ ਲਾ, ਆ ਵਿਚਾਰ ਸੁਣ ਲਾ। ਹੁਣ ਸ਼ਲੋਕ, ਨਾਰਾਇਣ
नह सिमरियो मोहियो अनक मोहियो स्वाद विकार। कहते नहीं ऑप्शन नहीं मन्निया, परमात्मा का ध्यान सिमरन नहीं मन्निया। नारायण जिहड़ा है मालक परमात्मा जिहड़ा हैगा उन्होंने नहीं सिमरिया। क्यों नहीं सिमरिया? की सीगा? फिर की कीता? कहते दुनिया के पदार्थ जिहड़े हैगे तैनूं दात प्यारी हो गई, दाता विसर गया ते पदार्थां दे विच तू मोया गया। मोहना सीगा तू परमात्मा की भगती दे विच, तू मोया गया पदार्थां दे विच, स्वादां दे विच, मन दे पिछे लग्या रहा। नारायण नह सिमरियो मोहियो स्वाद विकार। विकार विषय विकारां दे स्वादां दे विच तू जिहड़ा हैगा मोया गया। नानक नाम विसारिया नरक सुरग अवतार। कहते तू नाम विसार दिता ते प्यारिया हुण तू जिहड़ा हैगा इसे तरीके दे नाल नरक ते सुरग दे विच अवतार जिहड़ा हैगा तू चंगा जिहड़ा हैगा अवतार चंगे जिहड़े हैगे अमीर और वधिया शरीर देवतियां वाला भी तू तेनू मिल जाएगा भाई। बाकी जे नहीं तो नरक दे विच जूना दे विच जाएगा, इसे तरीके दे नाल भटकदा रहेगा। तू जिहड़ा हैगा सैकंड चॉइस जिहड़ा हैगा तू माया नू पसंद कीता है, इस करके आ रिजल्ट हैगा उहदा। हाँ जी वीर जी। हाँ जी ठीक है निजर साहब, फिर तो को बोल दो, मैं थोड़ा काम जा गया। हाँ जी बहुत कमाल दा है गोरखी साहब। श्लोक नारायण नह सिमरियो मोहियो स्वाद विकार। कहते परमेश्वर दा सिमरन तू नहीं चूज किया, नहीं ये रस्ता अडाप्ट किया, तू दूसरे रस्ते माया वाले रस्ते नू अडाप्ट किया है, स्वादां वाले रस्ते नू अडाप्ट किया है। क्यों किया? क्योंकि तेरा मन दे पिछे लग्या रहा, मन जिहड़ा हैगा मोया गया स्वादां दे विच विषय विकारां दे विच। नानक नाम विसार है, नाम नू विसार दिता ते फिर पाई नरक सुरग अवतार, फिर तू जूना दे विच ही भटकदा रहेगा प्यारिया। हाँ जी वीर जी। बिल्कुल ठीक है जी। इन्हें नारायण ना सिमरियो मोहियो स्वाद विकार। स्वादां च फसिया रसां दे विच, जिद्दां भौर नहीं फसिया, ये भी तो स्वाद ही हुंदे। बिल्कुल। और बंदा देखो, बंदा आपां कोई लेके आए नाल अपने खाली हत्थ आए सी, उल्टा जदों आए सी ना तो मुठियां बंद सी, हुण जदों जाना मुठ्ठी अड्डी खुल जाए। जेकर बंदे नूं इन्ना ज्ञान होए ना ये संसार है टैंपरेरी है, पर बंदा मानदा थोड़ी है, आखिर तक नहीं मानदा, उदों मानदा जदों टाइम हो जाए। ते ये जिहड़े स्वाद है बंदे नूं, हुण स्वाद ते तुहानूं पता ही है, स्वाद लई भोगण लई पैसा चाहिए, और पैसा सही तरीके नाल इन्ना मिलना नहीं, फिर 2 नंबर नाल ही माड़े तरीके नाल पैसा इकट्ठा होना। और बंदे नूं ये भी नहीं पता कि मैं कई बंदे मैं ऐसे वेखे पता नहीं उन्होंने ये भी नहीं पता कि पैसा किस लिए इकट्ठा कर रहे हैं। कुछ जिदा फिल्म देख के बंदा हिटमटाइज हो जाता ना निजर साहब, इसे ही तरह बंदा हिटमटाइज हो के और होर पैसा उन्होंने पता ही नहीं कि पैसे का करना, पैसा ते सुख दी लई आ, पर उन्होंने ये नहीं पता कि जिदा तू माड़े तरीके नाल पैसा कमाएगा इन्हें तेन सुख थोड़ी देना, इन्हें तेन दुख ही देना। और इसे तरह बंदे का जीवन लंघ जाता। और बाणी के समझाया आपां नूं गुरुआं जी ने कि नारायण नूं छड्ड के ते स्वादां च बंदा गुआचा रहिंदा है। धार्मिक स्थानां ते बंदा जांदा कि फॉर्मेलिटी लई। बिल्कुल फार्मेलिटी की अजकल तो गोरखी साहब उत्थे भी स्वाद ही स्वाद आ, तरह तरह के पकवान, तरह तरह के भोजन, उत्थे भी स्वाद ही। हुण करोना करके नहीं जा पा रहे, नहीं तो मैं तो यही देखता रहा। निजर साहब ज्यादा लोग खाण लई जांदे आ ते बस उत्थे घुम्मण लई ते हाँ भी लड़ियां बड़ियां वधिया लगियां, हो गया जी संगत आई इत्थे जे होया, पर उत्थे पता ही नहीं कि मेरा मकसद कि मैं गुजरे क्यों गया। मत्था टेकिया पत्थर ते, तो जी आ गए घर, बाबा जी तुम अपने घर आई, अपने घर, कोई भगती की गल नहीं। उत्थे कीर्तन सुनिया, सिर बहुत लाया, बहुत सिर लाया, पर कीर्तन की है वो नहीं सुने। ते नाम नानक नाम विसारे नानक स्वर्ग अवतार। फिर जो नाम नूं विसार पाया, फिर जिद्दां दे कर्म कीते है, चंगे कर्म करोगे तो तुहानूं स्वर्ग मिल जूगा, अवतारां दा जन्म मिल जूगा। ते जे माड़े कर्म कीते आ वो भी भोगी जूनी आ। एक टाइम आऊगा जिद्दां माइनस हुंदे जाणे आ तुहाडे कर्म चंगे, फिर तुसीं थल्ले डਿੱਗ जाना, फिर मौत लग जाओगे। ते जिहड़े माड़ा कर्म करदे हो फिर नरक चल जांदे हो, वो नरक तो फिर भोगना पैंदा ना। हाँ जी निजर साहब अगे इस नूं खोल के महाराज दस रहे हुण तू किस तरह जिहड़ा हैगा चूज कीता है ते तू की कर तू जिहड़ा हैगा चूज करन दे नाल तैनूं की मिल रहा है, किस तरह तू जिहड़ा हैगा क्यों नहीं जिहड़ा हैगा तू भगती नूं प्रेफरेंस दिता। पौड़ी 9वीं नवें छिद्र अपवीत। कहते 9 दे 9 जिहड़े हैगे तेरे छिद्र जिहड़े हैगे आ
ਤੇਰੇ ਜਿਹੜੇ ਹੈਗੇ ਆ ਇਹ ਸਰੀਰ ਦੇ ਵਿੱਚ ਜਿਹੜੇ ਆ 10 ਦਰਵਾਜ਼ੇ 9 ਦਰਵਾਜ਼ੇ ਕਹਿੰਦੇ 9 ਦੇ 9 ਅਪਵਿੱਤਰ ਹੈਗੇ ਪਿਆਰਿਆ। ਤੂੰ ਇਹਨਾਂ ਨੂੰ ਪ੍ਰੀਫਰੈਂਸ ਦਿੱਤੀ ਆ। ਹਰ ਨਾਮ ਨਾ ਜਪੇ ਕਰਤ ਵਿਪਰੀਤ, ਇਹ ਜਿਹੜੇ ਹੈਗੇ ਇਹਨਾਂ ਦੇ ਥਰੂ ਤੂੰ ਪਰਮੇਸ਼ਰ ਦਾ ਨਾਮ ਇਹ ਜਪਣ ਨਹੀਂ ਦਿੰਦੇ ਤੇ ਵਿਪਰੀਤ ਉਸ ਤੋਂ ਉਲਟ ਯਾਤਰਾ ਕਰਦਾ ਹੈ। ਤੂੰ ਬਾਹਰ ਜਿਹੜਾ ਹੈਗਾ ਪ੍ਰਾਣ ਸ਼ਕਤੀ ਬਾਹਰ ਯੂਜ਼ ਕਰਦਾ ਹੈ। ਕੀ ਕਰਦਾ ਹੈ? ਪਰ ਤਿਰਿਆ ਰਮੈ ਬਕੈ ਸਾਧ ਨਿੰਦ, ਤੂੰ ਪਰਾਈ ਇਸਤਰੀ ਨੂੰ ਭੋਗਦਾ ਹੈ ਤੇ ਨਿੰਦਾ ਕਰਦਾ ਹੈ ਸਾਧੂਆਂ ਦੀ। ਪਰ ਤਿਰਿਆ ਰਮੈ ਬਕੈ ਸਾਧ ਨਿੰਦ, ਕਰਨ ਨਾ ਸੁਣੀ ਹਰ ਜਸ ਬਿੰਦ। ਕਹਿੰਦੇ ਅੱਖਾਂ ਦੇ ਨਾਲ ਦੇਖ ਲੋ ਪਰਾਇਆ ਰੂਪ, ਪਰਾਇਆ ਤਨ, ਪਰਾਇਆ ਧਨ, ਤੇ ਕੰਨਾਂ ਦੇ ਨਾਲ ਕਰਨ ਨਾ ਸੁਣੀ ਹਰ ਜਸ ਬਿੰਦ। ਕੰਨਾਂ ਦੇ ਨਾਲ ਕਦੀ ਆਪਾਂ ਜਿਹੜੇ ਹੈਗੇ ਪਰਮੇਸ਼ਰ ਦਾ ਜਸ ਜਿਹੜਾ ਹੈਗਾ ਨਾਮ ਧਿਆਨ ਸਿਮਰਨ ਜਿਹੜਾ ਹੈਗਾ ਇਹਨੂੰ ਜਿਹੜਾ ਹੈਗਾ ਪਰਮੇਸ਼ਰ ਦੀ ਜਿਹੜਾ ਹੈਗੇ ਬੰਦਗੀ ਦੇ ਵਾਸਤੇ ਜਿਹੜੀ ਹੈਗੀ ਗਿਆਨ, ਇਹਨੂੰ ਆਪਾਂ ਬਿੰਦ ਵਾਸਤੇ ਵੀ ਜਿਹੜਾ ਹੈਗਾ ਸੁਣਨਾ ਪਸੰਦ ਨਹੀਂ ਕਰਦੇ। ਆਪਣੇ ਅੰਦਰ ਵੜਨਾ ਬਿਲਕੁਲ ਪਸੰਦ ਨਹੀਂ ਕਰਦੇ। ਕੰਨ ਸੁਣਦੇ ਹੀ ਨਹੀਂ ਹੈਗੇ। ਹਿਰੇ ਪਰ ਦਰਬ ਉਦਰ ਕਹਿਤਾਈ, ਔਰ ਪਰਾਇਆ ਧਨ ਜਿਹੜਾ ਹੈਗਾ ਪੇਟ ਦੇ ਵਾਸਤੇ ਜਿਹੜਾ ਹੈਗਾ ਤੂੰ ਚਰਾਉਣਾ ਹੈ। ਪਰਾਇਆ ਧਨ ਹਿਰੇ ਪਰ ਦਰਬ ਉਦਰ ਕਹਿਤਾਈ, ਅਗਨ ਨਾ ਨਿਵਰੇ ਤ੍ਰਿਸ਼ਨਾ ਨਾ ਬੁਝਾਈ। ਕਹਿੰਦੇ ਤੇਰੀ ਅੱਗ ਤਾਂ ਫਿਰ ਵੀ ਜਿਹੜੀ ਹੈ ਇਹ ਜਾਂਦੀ ਨਹੀਂ, ਅੱਗ ਬੁਝਦੀ ਨਹੀਂ ਹੈ ਤੇਰੀ ਪੇਟ ਦੀ, ਤੇ ਤ੍ਰਿਸ਼ਨਾ ਤੇਰੀ ਊਂ ਨਹੀਂ ਖਤਮ ਹੁੰਦੀ। ਆ ਵੀ ਲੈ ਲਾਂ, ਆ ਵੀ ਲੈ ਲਾਂ, ਆ ਵੀ ਲੈ ਲਾਂ, ਤ੍ਰਿਸ਼ਨਾ ਵੀ ਨਹੀਂ ਬੁਝਦੀ। ਹਰ ਸੇਵਾ ਬਿਨ ਇਹ ਫਲ ਲਾਗੇ। ਕਹਿੰਦੇ ਦੇਖ ਆਇਆ ਪਾਏ ਤੇਰੀ ਚੁਆਇਸ ਜਿਹੜੀ ਹੈਗੀ ਗਲਤ ਚੁਆਇਸ। ਤੂੰ ਪਰਮੇਸ਼ਰ ਦੇ ਧਿਆਨ ਸਿਮਰਨ ਨੂੰ, ਮਾਲਕ ਦੀ ਸੇਵਾ ਜਿਹਦੇ ਵਾਸਤੇ ਭੇਜਿਆ ਆ, ਉਹਨੂੰ ਨਹੀਂ ਜਿਹੜਾ ਹੈਗਾ ਐਕਸੈਪਟ ਕੀਤਾ, ਉਹਨੂੰ ਨਹੀਂ ਤੂੰ ਪ੍ਰੀਫਰ ਕੀਤਾ, ਤੇ ਆ ਤੇਰੇ ਜੀਵਨ ਦੇ ਵਿੱਚ ਆ ਫਲ ਲੱਗਣੇ ਆ ਤੈਨੂੰ, ਮਾਇਆ ਵਾਲੇ ਫਲ ਆਇਆ ਪਾਏ। ਹਰ ਸੇਵਾ ਬਿਨ ਇਹ ਫਲ ਲਾਗੇ, ਨਾਨਕ ਪ੍ਰਭ ਬਿਸਰਤ ਮਰ ਜਮੈ ਅਭਾਗੇ। ਜਮੇ ਦਾ ਮਤਲਬ ਆ ਵੀ ਜਮ ਨਹੀਂ। ਕਹਿੰਦੇ ਪਰਮਾਤਮਾ ਨੂੰ ਵਿਸਾਰ ਕੇ ਤੂੰ ਮਰਦਾ ਤੇ ਜੰਮਦਾ ਹੀ ਰਹੇਗਾ। ਹੇ ਅਭਾਗਿਆ, ਮੰਦੇ ਭਾਗਾਂ ਵਾਲਿਆ, ਪਰਮਾਤਮਾ ਨੂੰ ਵਿਸਾਰ ਕੇ ਮਰਦਾ ਤੇ ਜੰਮਦਾ ਹੀ ਰਹੇਗਾ। ਹਾਂਜੀ ਵੀਰ ਜੀ। ਹਾਂਜੀ ਵਿਜੇ ਸਾਹਿਬ, ਇੱਕ ਦੋ ਦੋ ਤੁਕਾਂ ਬੋਲੋ। ਨੌਵੀਂ ਨਵੇਂ ਛਿਦਰ ਅਪਵੀਤ, ਹਰ ਨਾਮ ਨਾ ਜਪੇ ਕਰਤ ਵਿਪਰੀਤ। ਹਾਂਜੀ ਠੀਕ ਹੈ ਜੀ। ਕਹਿੰਦੇ 9 ਦਰਵਾਜ਼ੇ। ਹਾਂ, ਤੇ ਇਹ ਵਿਕਾਰੀ ਬੰਦਾ ਇਹਨਾਂ ਦੇ ਰਾਹੀਂ ਤੁਕਾਂ ਨੂੰ ਭੋਗਦਾ, ਹੋਰ ਕੀ ਕਰਦਾ ਬੰਦਾ। ਬਿਲਕੁਲ ਸਹੀ ਗੱਲ ਹੈ। ਤੇ ਕਹਿੰਦੇ ਹਰ ਨਾਮ ਨਾ ਜਪੇ ਤੇ ਕਰਤ ਵਿਪਰੀਤ। ਵਿਪਰੀਤ ਦਾ ਮਤਲਬ ਹੁੰਦਾ ਕਿ ਉਲਟੀ ਦਿਸ਼ਾ ਵੱਲ ਗਤੀ ਕਰਨੀ। ਹਾਂਜੀ ਨੇ ਦੇਖੋ ਬਿਲਕੁਲ ਇਹੀ ਕੁਛ ਹੈ। ਉਹ ਕੰਮ ਕਰਨੇ ਆ ਜਿਹੜੇ ਕੰਮਾਂ ਤੋਂ ਮਨਾਹੀ ਕੀਤੀ ਹੈ। ਤੇ ਵਿਪਰੀਤ ਦਾ ਮਤਲਬ ਹੁੰਦਾ ਹੈ ਕਿ ਜੇ ਸੱਜੇ ਬੰਨੇ ਜਾਣਾ ਤੇ ਕਹਿੰਦਾ ਤੂੰ ਖੱਬੇ ਬੰਨੇ ਜਾਣਾ। ਤੇ ਇਹ ਜੀਵ ਦਾ ਜਿਹੜਾ ਹੈਗਾ ਇਹ 9 ਦਰਵਾਜ਼ਿਆਂ 'ਚ ਹੀ ਬੰਦਾ ਵੇਖ ਲੋ ਰਸਾਂ 'ਚ। ਹੁਣ ਇਹਨਾਂ ਕਈ ਕੰਨਾਂ ਦੇ ਰਾਹੀਂ ਬੈਠਾ ਭੋਗ ਰਿਹਾ, ਕੋਈ ਅੱਖਾਂ ਦੇ ਰਾਹੀਂ ਭੋਗਦਾ। ਹਾਂਜੀ ਨੇਜਾ ਸਾਹਿਬ, ਅਗਲੀ ਤੁਕ ਬੋਲੋ। ਪਰ ਤਿਰੇ ਰਮੇ ਬਕੇ ਸਾਧ ਨਿੰਦ। ਕਹਿੰਦੇ ਪਰਾਈ ਇਸਤਰੀ ਨੂੰ ਜਿਹੜਾ ਹੈਗਾ ਤੂੰ ਜਿਹੜਾ ਹੈਗਾ ਪਰਾਈ ਇਸਤਰੀ ਨੂੰ ਭੋਗਦਾ ਆ ਅੱਖਾਂ ਦੇ ਦੁਆਰਾ ਫਿਜ਼ੀਕਲੀ। ਪਰ ਤੇਰੇ ਰਮੇ ਬਕੇ ਸਾਧ ਨਿੰਦ, ਔਰ ਸਾਧੂਆਂ ਦੀ ਤੂੰ ਨਿੰਦਾ ਕਰਦਾ ਹੈ। ਕਰਨ ਨਾ ਸੁਣੀ ਹਰ ਜਸ ਬਿੰਦ, ਕੰਨਾਂ ਦੇ ਨਾਲ ਤੂੰ ਕਦੀ ਵੀ ਜਿਹੜਾ ਹੈਗਾ ਪਰਮੇਸ਼ਰ ਦਾ ਜਿਹੜਾ ਹੈਗਾ ਭਗਤੀ, ਪਰਮੇਸ਼ਰ ਦਾ ਜਿਹੜਾ ਹੈਗਾ ਜਸ, ਜਿਹੜਾ ਸਿਫਤ ਸਲਾਹ ਕਦੀ ਬਿੰਦ ਥੋੜੇ ਸਮੇਂ ਵਾਸਤੇ ਵੀ ਨਹੀਂ ਜਿਹੜਾ ਹੈਗਾ ਤੇਰਾ ਮਨ ਲਗਾ ਕੇ ਸੁਣਦਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਉਹ ਕਹਿੰਦੇ ਆ ਕਿ ਤੂੰ ਪਰਮਾਤਮਾ ਦਾ ਨਾ ਇੱਕ ਕਣਕਾ ਵੀ ਨਹੀਂ ਸੁਣਨ ਨੂੰ ਤਿਆਰ। ਔਰ ਤੂੰ ਪਰਾਏ ਚਾਹੇ ਮਰਦ ਨੂੰ ਕਹਿ ਜਾਂ ਇਸਤਰੀ ਨੂੰ ਕਹਿ, ਦੋਨਾਂ ਨੂੰ ਕਹਿ ਗਿਆ। ਆਪਣੇ ਜੀਵਨ ਸਾਥੀ ਨੂੰ ਛੱਡ ਕੇ ਜਿਹੜਾ ਬੰਦਾ ਬਾਹਰ ਜਾਂਦਾ ਹੈ ਨਾ, ਉਹ ਚੰਗੀ ਚੀਜ਼ ਨਹੀਂ ਹੈ, ਉਹ ਬਹੁਤ ਮਾੜੀ ਚੀਜ਼ ਹੈ। ਉਸ ਬੰਦੇ ਲਈ ਅਗਲਾ ਜਨਮ ਵਧੀਆ ਨਹੀਂ ਹੈਗਾ। ਇਹ ਚੀਜ਼ ਨੂੰ ਮਨ 'ਚ ਰੱਖਣਾ ਹਮੇਸ਼ਾ, ਕਿਉਂਕਿ ਭੋਗ ਜਿਹੜਾ ਹੁੰਦਾ ਨਾ
ਮੱਛੀ ਨੂੰ ਫੜਦੇ ਨਾ, ਜਦੋਂ ਮੱਛੀ ਨੂੰ ਫੜਦਾ ਸ਼ਿਕਾਰੀ, ਉਹ ਕੰਡੇ ਦੇ ਵਿੱਚ, ਕੰਡੇ ਦੇ ਉੱਤੇ ਉਹਨੇ ਆਟਾ ਲਾਇਆ ਹੁੰਦਾ, ਪਰ ਜੀਵ ਨੂੰ ਪਤਾ ਨਹੀਂ ਲੱਗਦਾ। ਜੀਵ ਸੋਚਦਾ ਕਿ ਬੜੇ ਆਨੰਦ ਆਉਂਦੇ, ਅਸਲ ਦੇ ਵਿੱਚ ਉਹਨੂੰ ਪਤਾ ਹੀ ਨਹੀਂ ਕਿ ਕੁੰਡੀ ਵਿੱਚ ਬਸ। ਉਹ ਇਹ ਚੀਜ਼ ਤੋਂ ਬਚਿਆ ਕਰੋ, ਕੋਸ਼ਿਸ਼ ਕਰਿਆ ਕਰੋ। ਜਿਹੜਾ ਬੰਦਾ ਸਾਧਨਾ ਕਰਦਾ ਖਾਸ ਕਰਕੇ ਉਹਦੇ ਲਈ ਬਹੁਤ ਮਾੜੀ ਚੀਜ਼ ਹੈ। ਅੰਦਰ ਮਨ 'ਚ ਵਿਚਾਰ ਤੇ ਆਉਂਦਾ, ਪਰ ਕੋਸ਼ਿਸ਼ ਕਰੋ ਮਾੜੀਆਂ ਚੀਜ਼ਾਂ ਨੂੰ ਕੋਈ ਜ਼ਿਆਦਾ ਚਿੱਤ ਰੁਕਦੀ ਨਹੀਂ। ਚਿੱਤ ਤੇ ਜਦੋਂ ਆਉਂਦੀ ਹੈ ਨਾ ਕੋਈ ਵੀ ਚੀਜ਼, ਤੇ ਉਹਨੂੰ ਵੇਖ ਕੇ ਤੇ ਉਹ ਕੋਈ ਸਮਾਂ ਆਉਗੇ ਨਾ ਆਪੇ ਸ਼ਾਂਤ ਹੋ ਜਾਣਾ। ਤੇ ਜੇ ਤੁਸੀਂ ਭੋਗਾਂ ਦੇ ਵਿੱਚ ਬਹਿ ਗਏ ਤੇ ਭੋਗਾਂ ਜਿੰਨੇ ਵੀ ਤੁਸੀਂ ਇਹ ਚੰਡਾਲ ਲੱਗਣਾ ਇਹਨੂੰ ਕਹਿੰਦੇ, ਤੇ ਅੱਗ ਦੇ ਜਿੰਨਾ ਮਰਜ਼ੀ ਘਿਓ ਪਾਈ ਜਾਓ, ਤੇ ਉਹਨੇ ਕੀ ਅੱਗ ਨੇ ਹੋਰ ਭੜਕੀ ਜਾਣਾ। ਇਹ ਅੱਗ ਭੋਗਾਂ ਦੇ ਨਾਲ ਸ਼ਾਂਤ ਨਹੀਂ ਹੋਣੀ। ਤੁਸੀਂ ਕਿਸੇ ਵੀ ਭੋਗ ਨੂੰ ਭੋਗ ਕੇ ਵੇਖ ਲਓ, ਜਿਹੜਾ ਵੀ ਭੋਗ ਨੂੰ ਭੋਗੋਗੇ ਨਾ, ਤੁਹਾਡਾ ਦਿਲ ਕਰੂਗਾ ਉਸ ਭੋਗ ਨੂੰ ਹੋਰ ਭੋਗਿਆ ਜਾਵੇ। ਇਹ ਵੀ ਇੱਕ ਭੋਗ ਆ, ਚਮੜੀ ਦਾ ਭੋਗ। ਕੋਸ਼ਿਸ਼ ਕਰਿਆ ਕਰੋ ਇਹ ਜਿਹੜੀ ਚੀਜ਼ ਤੋਂ ਨਾ ਆਪਣੇ ਆਪ ਨੂੰ ਮੁਕਤ ਕਰ ਲਓ। ਜੇ ਕਿਤੇ ਫਸੇ ਵੀ ਜੋ ਤੇ ਤਾਂ ਵੀ ਆਪਣੇ ਆਪ ਨੂੰ ਕੱਢ ਲਓ। ਜੇ ਨਹੀਂ ਨਿਕਲਿਆ ਜਾਂਦਾ ਤੇ ਮੇਰੇ ਤੋਂ ਅਰਦਾਸ ਕਰੋ। ਅਰਦਾਸ ਕਰਨ ਦੇ ਨਾਲ ਵੀ ਮੁਕਤ ਹੋ ਜਾਂਦਾ ਬੰਦਾ। ਠੀਕ ਹੈ ਨਾ ਜੀ ਸਾਹਿਬ? ਇਹ ਚਿੰਤਨ ਕਰਨਾ, ਇਹ ਨਹੀਂ ਕਿ ਸਰੀਰਕ ਤੌਰ ਤੇ ਕਿਹਨੂੰ ਭੋਗਣਾ, ਤੁਸੀਂ ਮਨ ਦੇ ਤੌਰ ਤੇ ਵੀ ਸੋਚਦੇ ਤੇ ਇਹ ਵੀ ਭੋਗ ਆ, ਕਿਉਂਕਿ ਉਸ ਚੀਜ਼ ਨੇ ਤੁਹਾਡੇ ਅੰਦਰ ਉਹ ਸੰਸਕਾਰ ਪੈਦਾ ਕਰ ਦੇਣਾ। ਅੱਜ ਨਹੀਂ ਜਿਹੜਾ ਬੰਦੇ ਦਾ ਜਿਹੜਾ ਵੀ ਆਪਾਂ ਜਦੋਂ ਆਪਾਂ ਜਿਹੜੀ ਚੀਜ਼ ਦਾ ਚਿੰਤਨ ਕਰਦੇ ਨਿਜਰ ਸਾਹਿਬ, ਅਸੀਂ ਉਹ ਬਣ ਜਾਣਾ ਨਿਜਰ ਸਾਹਿਬ। ਚਾਹੇ ਕਾਮੀ ਆ, ਕ੍ਰੋਧੀ ਆ, ਲੋਭ ਆ, ਮੋਹ ਹੈ, ਹੰਕਾਰ, ਜਿਹੜਾ ਚਿੰਤਨ ਸਾਡੇ ਅੰਦਰ ਚੱਲਦਾ ਪਿਆ ਨਾ, ਉਸ ਚਿੰਤਨ ਨੇ ਕੀ ਕਰਨਾ, ਉਸਨੇ ਪ੍ਰਗਟ ਹੋਣਾ ਜੀ। ਉਹ ਸਮਝ ਲਓ ਕਿ ਸਲੋ ਮੋਸ਼ਨ ਚ ਅੰਦਰ ਇਨਵੈਸਟਮੈਂਟ ਹੋ ਰਹੀ ਹੈ। ਇੱਕ ਸਮਾਂ ਆਊਗਾ ਉਹ ਇੰਨਾ ਮਜ਼ਬੂਤ ਹੋ ਜਾਣਾ, ਉਹਨੇ ਤੁਹਾਡੇ ਕੋਲ ਕੋਈ ਵੀ ਕਰਮ ਕਰਾ ਲੈਣਾ। ਇਸ ਕਰਕੇ ਆਪਣੇ ਚਿੰਤਨ ਤੇ ਧਿਆਨ ਰੱਖਿਆ ਕਰੋ। ਤੁਹਾਡੇ ਅੰਦਰ ਚਿੰਤਨ ਕਿਹੜੀ ਚੀਜ਼ ਦਾ ਚੱਲਦਾ, ਜੈਸਾ ਚਿੰਤਨ ਚੱਲੂਗਾ ਤੁਹਾਡਾ ਜੀਵਨ ਬਿਲਕੁਲ ਉਸੇ ਤਰ੍ਹਾਂ ਦਾ ਬਣ। ਚੰਗਾ ਚਿੰਤਨ ਚੱਲਿਆ ਤੇ ਚੰਗਾ ਬਣ ਜੂਗਾ, ਮਾੜਾ ਚਿੰਤਨ ਚੱਲਿਆ ਤੇ ਮਾੜਾ ਬਣ ਜਾਣਾ। ਹਾਂਜੀ ਨਜਰ ਸਾਹਿਬ ਅੱਗੇ ਚਲੀ। ਹਿਰੇ ਪਰ ਦਰਬ ਉਧਰ ਕਹਿ ਤਾਈ, ਤੂੰ ਕਹਿੰਦੇ ਆਪਣੇ ਵਾਸਤੇ, ਪੇਟ ਦੇ ਵਾਸਤੇ ਜਿਹੜਾ ਹੈ ਪਰਾਇਆ ਦਰਬ ਜਿਹੜਾ ਹੈਗਾ ਚੁਰਾਉਣਾ ਆ। ਅਗਨ ਨਾ ਨਿਵਰੈ ਤ੍ਰਿਸ਼ਨਾ ਨਾ ਬੁਝਾਈ। ਤੇਰੀ ਪੇਟ ਦੀ ਅੱਗ ਤਾਂ ਜਿਹੜੀ ਜਾਂ ਬੁਝਦੀ ਨਹੀਂ ਆ, ਜਾਂਦੀ ਨਹੀਂ ਆ, ਤੇ ਤ੍ਰਿਸ਼ਨਾ ਵੀ ਤੇਰੀ ਜਿਹੜੀ ਹੈਗੀ ਉਹ ਨਹੀਂ ਬੁਝਦੀ ਪਦਾਰਥਾਂ ਦੀ। ਜਿੰਨਾ ਭੋਗ ਕਰਦਾ ਹੈ ਉਹਨਾਂ ਜਿਹੜਾ ਹੈਗਾ ਹੋਰ ਵੱਧ ਜਾਂਦੀ ਆ। ਹਾਂਜੀ ਵੀਰ ਜੀ ਬਿਲਕੁਲ ਠੀਕ ਹੈ। ਹੁਣ ਉਹ ਕਹਿੰਦੇ ਆ ਕਿ ਇੱਕ ਤੇ ਚੀਜ਼ ਭੋਗ ਕੇ ਤੇਰਾ ਮਨ ਸ਼ਾਂਤ ਹੋ ਜਾਂਦਾ ਵਾ, ਪਰ ਤੇਰਾ ਮਨ ਨਹੀਂ ਸ਼ਾਂਤ ਹੋ ਰਿਹਾ। ਜਿੰਨਾ ਤੂੰ ਘਿਓ ਪਾ ਰਿਹਾ ਉਨਾ ਹੀ ਉਹਦੀ ਊਰਜਾ ਪ੍ਰਚੰਡ ਹੋ ਕੇ ਤੇਰੇ ਸਾਹਮਣੇ ਪ੍ਰਗਟ ਹੋ ਰਹੀ ਹੈ। ਔਰ ਹਰ ਸੇਵਾ ਬਿਨ ਇਹ ਫਲ ਲਾਗੇ, ਨਹੀਂ ਹਰ ਹਾਂਜੀ ਹਰ ਸੇਵਾ ਬਿਨ ਇਹ ਫਲ ਲਾਗੇ। ਕਹਿੰਦੇ ਧਿਆਨ ਸਿਮਰਨ ਕਰ ਨਹੀਂ ਰਿਹਾ, ਇਸ ਕਰਕੇ ਤੈਨੂੰ ਆਹ ਜਿਹੜਾ ਹੈਗਾ ਤੂੰ ਆਹ ਕੰਮ ਕਰ ਰਿਹਾ, ਇਹਦਾ ਰਿਜ਼ਲਟ ਆ ਹੈਗਾ ਭਾਈ। ਹਾਂ ਇੱਕ ਮਿੰਟ ਰੁਕ ਜਾਓ, ਉਪਰੀ ਤੁਕ ਤੇ ਜਾਣਾ ਪੈਣਾ। ਹਰ ਨਾਮ ਨਾ ਜਪੇ ਕਰਤ ਵਿਪਰੀਤ। ਇਹ ਨਹੀਂ ਚੀਜ਼ਾਂ ਤੇਰੇ ਅੰਦਰ ਪੈਦਾ ਹੋ ਰਹੀਆਂ ਕਿਉਂਕਿ ਤੂੰ ਹਰ ਦਾ ਨਾਮ ਨਹੀਂ ਜਪ ਰਿਹਾ। ਹਾਂ ਆਪ ਸਮਝ ਲਓ। ਉਹ ਕਹਿ ਰਹੇ ਨੇ ਜੀਵਨ ਦੇ ਵਿੱਚ ਕੁਛ ਐਸਾ ਕਰ ਰਹੇ ਆ ਔਰ ਜਿਹਦਾ ਰਿਜ਼ਲਟ ਇਹ ਨਿਕਲਦੇ, ਉਹ ਪਤਾ ਤੂੰ ਕੀ ਕਰ ਰਿਹਾ, ਤੂੰ ਹਰ ਦਾ ਨਾਮ ਨਹੀਂ ਜਪ ਰਿਹਾ। ਇਸ ਕਰਕੇ ਮਾਇਆ ਦਾ ਜਿਹੜਾ ਪਕੜਿਆ ਤੇਰੇ ਕਾਰਨ ਤੇਰੀ ਬਹੁਤ ਸਟਰੋਂਗ ਹੋ ਰਹੀ ਹੈ। ਔਰ ਤੇਰਾ ਮਨ ਜਿਹੜਾ ਇੱਕ ਪਾਗਲ ਕੁੱਤੇ ਵਾਂਗੂ ਬਾਹਰ ਭੱਜ ਰਿਹਾ, ਉਹ ਇਹਦਾ ਨਹੀਂ ਪਿਆ, ਖਾ ਰਿਹਾ ਚੀਜ਼ਾਂ ਨੂੰ, ਭੋਗ ਰਿਹਾ। ਔਰ ਇਹਦਾ ਕਾਰਨ ਕੀ ਹੈ? ਤੇਰਾ ਮਨ ਤੋਂ ਬਾਹਰ ਮੁਖੀ ਹੋ ਗਿਆ ਔਰ ਤੂੰ ਪਾਗਲ ਹੋ ਗਿਆ ਕਿਉਂਕਿ ਤੂੰ ਉਹਦਾ ਕਾਰਨ ਹੈ ਥੱਲੇ ਆਵੇ ਲਿਖਿਆ। ਤੂੰ ਹਰ ਸੇਵਾ ਨਹੀਂ ਕੀਤੀ, ਉਹਨੂੰ ਯਾਦ ਨਹੀਂ ਕੀਤਾ। ਇਸ ਕਰਕੇ ਜਿਹੜੀ ਤੇਰੇ ਜੀਵਨ ਦੇ ਵਿੱਚ ਜਿਹੜੀ ਉਥਲ ਪੁਥਲ ਮੱਚੀ ਹੈ, ਕਿਉਂਕਿ ਤੂੰ ਜੰਜਾਲਾਂ ਦੇ ਵਿੱਚ ਕਿਉਂ ਗਵਾਚਿਆ ਵਾ? ਕਿਉਂਕਿ ਤੂੰ ਇੱਕ ਚੀਜ਼ ਕੰਮ ਦੀ ਛੱਡ ਦਿੱਤੀ ਹੈ। ਇਸ ਕਰਕੇ ਤੈਨੂੰ ਇਹ ਜੰਜਾਲ ਚੰਗੇ ਲੱਗ ਰਹੇ। ਤੂੰ ਅੱਜ ਵੀ ਨਾਮ ਜਪਦਾ ਹੈ ਤੇ ਤੈਨੂੰ ਇਸ ਜੰਜਾਲਾਂ ਦਾ ਪਤਾ ਨਹੀਂ, ਤੈਨੂੰ ਗਿਆਨ ਹੋ ਜਾਏਗਾ। ਹਾਂਜੀ ਨੇ ਜਗਾ ਹਾਂ, ਕਿਉਂਕਿ ਨਾਨਕ ਪ੍ਰਭ ਵਿਸਰਤ ਮਰ ਜਾਵੇਂ ਅਭਾਗੇ। ਕਹਿੰਦੇ ਪਰਮਾਤਮਾ ਨੂੰ ਵਿਸਾਰ ਦਿੱਤਾ ਤੇ ਨਾਮ ਧਿਆਨ ਸਿਮਰਨ ਵਾਲੀ ਸੇਵਾ ਤੂੰ ਨਹੀਂ ਕੀਤੀ, ਤੇ ਇਸ ਕਰਕੇ ਹੁਣ ਜਿਹੜਾ ਹੈਗਾ ਫਿਰ ਜਨਮ ਮਰਨ ਦੇ ਵਿੱਚ ਹੀ ਰਹੇਗਾ। ਤੇਰੇ ਭਾਗ ਮੰਦੇ ਹੀ ਰਹਿਣਗੇ ਭਾਈ। ਨਾਨਕ ਪ੍ਰਭ ਵਿਸਰਤ ਮਰ ਜਮੇ ਅਭਾਗੇ। ਮਰਦਾ ਰਹੇਗਾ, ਜੰਮਦਾ ਰਹੇਗਾ, ਹੇ ਅਭਾਗਿਆ। ਹਾਂਜੀ, ਕਿਉਂਕਿ ਪ੍ਰਮਾਤਮਾ ਨੂੰ ਵਿਸਾਰਤਾ। ਪਤਾ ਕਿਹੜੇ ਪ੍ਰਮਾਤਮਾ ਨੂੰ ਵਿਸਾਰਤਾ? ਜਿਹੜਾ ਅੰਦਰ ਹੈ ਤੁਹਾਡੇ। ਵੈਸੇ ਤੇ ਸਾਰਾ ਬ੍ਰਾਹਮੀ ਹੈ ਜਿਹੜਾ ਦੇਖਦਾ ਪਿਆ, ਪਰ ਜਦੋਂ ਉਹਦੀ ਖੋਜ ਕਰਨੀ ਆ ਉਹ ਤੁਹਾਨੂੰ ਆਪਣੇ ਅੰਦਰ ਹੀ ਕਰਨੀ ਪੈਣੀ ਆ। ਤੁਹਾਡੇ ਅੰਦਰ ਹੈ
कोई हर एक इंसान दे एक बिंदु है अंदर उत्थे जिथे ब्रह्म नूं मिल सकते हैं, जिथों ब्रह्म दे विच प्रवेश कर सकते हैं। वो है साडी सुरती। जदों साडी सुरती अपने मूल च स्रोत च ठहर जाती, चेतन ताकत च, जिथे मन आ, बुद्धि आ, चित्त आ, काम क्रोध लोभ मोह हंकार है, रजो तमो सतो गुण है, जिस उत्थे बैठा असीं इत्थे बैठे हैं पूरा बुद्धि ए टू जेड जिउंदे जम्मे पता नहीं अगला पिछला जो, इहदे बावजूद भी चित्त बिल्कुल ही एक शांत होकर बैठा। उस अवस्था दे विच जदों साडी सुरती ठहरदी आ फिर गल कुछ बनदी आ। उदां ते कुछ भी नहीं बनना। तुसीं दुनिया की कोशिश करके देख लो, ये अवगुण नहीं खत्म हो सकता। काम क्रोध लोभ मोह हंकार ये बड़े बड़े योधे ने माया दे, इन्हां नूं हराउणा कोई बच्चों का खेल नहीं। पर जे इन्हें डायरैक्ट लड़ोगे तो ये नहीं जिते जा सकते, क्योंकि इंद्रियां दे अंदर बैठे ने। की कर लोगे? वो तो सूखम है ने, ਉਹਦੇ ਭੋਗ ਲੈਂਦੇ ਨੇ। ਭੋਗ ਕਰਕੇ ਵੇਖੋ ਤੁਹਾਨੂੰ ਮਜਬੂਰ ਕਰ ਦੇਣਗੇ, ਤੁਹਾਡੇ ਲਈ ਮੂੰਹ 'ਚ ਪਾਣੀ ਲਿਆ ਦੇਣਾ ਇੱਕ ਮਿੰਟ। ਤੁਸੀਂ ਲਾ ਕੇ ਕੋਈ ਮਾਈ ਦਾ ਲਾਲ ਹੀ ਹੋਊ ਜਿਹੜਾ ਫਰਿੱਜ ਕੱਢ ਖੋਲ ਕੇ ਰਸਗੁੱਲਾ ਨਾ ਖਾਊਗਾ। ਨਿਜੇ ਸਾਹਿਬ ਬਿਲਕੁਲ ਠੀਕ ਹੈ ਜੀ। ਮਜਬੂਰ ਕਰ ਦੇਣਾ ਉਹਨੇ, ਤੁਹਾਡਾ ਧਿਆਨ ਹੀ ਉੱਥੇ ਰਸੋਈ 'ਚ ਪਹੁੰਚ ਜਾਣਾ। ਤੁਸੀਂ ਬਾਰ-ਬਾਰ ਉੱਥੇ ਜਾਣਾ ਹੈ ਜਿਹੜੀ ਚੀਜ਼ ਦੀ ਮਨਾਹੀ ਹੈ ਤੁਹਾਨੂੰ, ਜਿਹੜਾ ਉੱਥੇ ਕਿਹਾ ਨਾ ਕਿ ਵਿਪਰੀਤ ਦਾ ਮਤਲਬ ਕਿ ਜਿਹੜੀ ਚੀਜ਼ ਤੋਂ ਤੁਹਾਨੂੰ ਮਨਾ ਕੀਤਾ ਤੁਹਾਡਾ ਮਨ ਉੱਥੇ ਰੁਕੂਗਾ। ਉੱਥੇ ਪਹੁੰਚਣਾ ਨੇ, ਉੱਥੇ ਹਿੱਲਣਾ ਹੀ ਨਹੀਂ ਨੇ। ਤੁਸੀਂ ਕਹਿਣਾ ਕਿ ਮੈਂ ਘਰ ਆ ਗਿਆ, ਪਰ ਇਹਨੇ ਕਹਿਣਾ ਪਿਓ ਦਾ ਪਤਾ ਤੂੰ ਤੇ ਚਲ ਗਿਆ, ਮੈਂ ਇੱਥੇ ਬੈਠਾ ਹੀ। ਨਿਸ਼ਚੈ ਸਾਹਿਬ ਬਿਲਕੁਲ ਏਦਾਂ ਕਰਦਾ ਨਾ। ਹਾਂ, ਤੂੰ ਮੈਨੂੰ ਮੌਲ ਤੋਂ ਲੈ ਗਿਆ ਪਰ ਮੈਂ ਆ ਚੀਜ਼ ਖਾਣੀ ਹੂੰ, ਤੂੰ ਕਿਉਂ ਨਹੀਂ ਖਵਾਈ ਮੈਨੂੰ? ਉੱਥੇ ਬੈਠਾ ਸਟਾਲ ਦੇ ਉੱਤੇ, ਔਰ ਤਦ ਤੱਕ ਰਹੂਗਾ ਜਦ ਤੱਕ ਉਹਨੂੰ ਮਿਲਦੀ ਨਹੀਂ। ਏਦਾਂ ਕਰਦਾ ਮਨ ਬਹੁਤ ਸ਼ਰਾਰਤੀ। ਤੋ ਬਾਣੀ ਆਪਣੀ ਇਹ ਸਮਝਾਉਂਦੀ ਆ, ਨਾਨਕ ਪ੍ਰਭੂ ਪਿੱਤਰ ਮਰ ਜੰਮੇ ਅਭਾਗੇ। ਅਭਾਗੇ ਦਾ ਮਤਲਬ ਪਤਾ ਕੌਣ ਹੁੰਦੇ? ਬਦਨਸੀਬ ਲੋਕ। ਅਭਾਗੇ ਉਹ ਕਹਿੰਦੇ ਨੀ ਆਪਾਂ ਇਹ ਬੰਦਾ ਬੜਾ ਅਭਾਗਾ, ਬਦਕਿਸਮਤ। ਜਿਹੜੇ ਬੰਦੇ ਨੇ ਪ੍ਰਭੂ ਨੂੰ ਸਿਮਰਨ ਨਹੀਂ ਕੀਤਾ ਔਰ ਮਰ ਗਿਆ, ਉਹਦੇ ਨਾਲ ਤਾਂ ਨਲਾਇਕ ਬੰਦਾ ਧਰਤੀ ਤੇ ਹੈ ਕੋਈ ਨਹੀਂ। ਸਭ ਤੋਂ ਨਲਾਇਕ ਬੰਦਾ ਜੋ ਤਿੰਨ ਕਿਸਮਾਂ ਹੁੰਦੀਆਂ ਨੇ। ਇੱਕ ਤੇ ਬੰਦੇ ਨੇ ਕਿਤਾਬਾਂ 'ਚ ਗ੍ਰੰਥਾਂ 'ਚ ਪੜ੍ਹਿਆ, ਗੱਲ ਖਤਮ ਕਰਤੀ, ਬਹੁਤ ਛੋਟੇ ਲੈਵਲ ਦਾ ਗਿਆਨ। ਇੱਕ ਹੋਰ ਉੱਚੇ ਲੈਵਲ ਦਾ ਗਿਆਨ ਜਿਹੜਾ ਪੜ੍ਹਿਆ, ਉਹ ਤੇ ਵਿਚਾਰ ਕੀਤੀ, ਚਿੰਤਨ ਕੀਤਾ, ਆਪਣੀ ਬੁੱਧੀ ਨਾਲ ਵਰਤੀ, ਫਿਰ ਉਹਨੂੰ ਵੇਖਿਆ, ਭੁੱਲਿਆ, ਫਿਰ ਉਸ ਤੋਂ ਬਾਅਦ ਜਿਹੜੀ ਚੀਜ਼ ਲਿਖੀ ਉਹਨੂੰ ਪ੍ਰਮਾਣ ਕੀਤਾ, ਆਪ ਅਨੁਭਵ ਕੀਤਾ, ਉੱਥੇ ਜਾ ਕੇ ਗੱਲ ਬਣਨੀ ਹੈ। ਪੜ੍ਹੇ ਸੁਣੇ ਨਾਲ ਕੁਝ ਨਹੀਂ ਹੁੰਦਾ। ਪੜ੍ਹਿਆ ਸੁਣਿਆ ਕੀ ਹੁੰਦਾ? ਤੁਸੀਂ ਮੇਰੀ ਗੱਲਾਂ ਸੁਣੀਆਂ, ਮੈਂ ਤੁਹਾਡੇ ਕੋਲ ਸੁਣਾਤੀਆਂ, ਮਕਾਨ ਬਣ ਜੂਗਾ ਨਹੀਂ ਸਾਹਿਬ? ਉਹਦੇ ਇੱਟਾਂ ਉੱਟਾਂ ਲਿਆਉਣੀਆਂ ਪੈਣੀਆਂ, ਮਜ਼ਦੂਰ ਲਿਆਉਣੇ ਪੈਣੇ, ਸਮਾਨ ਖਰੀਦਣਾ ਪੈਣਾ, ਫਿਰ ਜਾ ਕੇ ਬਿਲਡਿੰਗ ਤਿਆਰ ਹੋਣੀ। ਇਸੇ ਤਰ੍ਹਾਂ ਜਿਹੜਾ ਜੀਵਨ ਆ ਉਹ ਪ੍ਰੈਕਟੀਕਲ ਹੈ। ਉਹ ਸਾਡੇ ਕਰਮਾਂ ਨੂੰ ਵੇਖਣਾ ਪੈਣਾ ਆਪਾਂ ਨੂੰ, ਜਿਹੜੇ ਆਪਾਂ ਕਰਮ ਕਰਦੇ ਹਾਂ। ਜਿਵੇਂ ਜਿਵੇਂ ਭਗਤੀ ਕੀਤੀ ਸਾਡੇ ਕਰਮ ਸ਼ੁੱਧ ਹੋਈ ਜਾਣੇ। ਕਰਮ ਸ਼ੁੱਧ ਹੋਣ ਦੇ ਨਾਲ ਮਨ ਨੇ ਅੰਤਰਮੁਖੀ ਹੋਣਾ। ਮਨ ਅੰਤਰਮੁਖੀ ਹੋਣ ਦੇ ਨਾਲ ਮਾਇਆ ਦਾ ਪਰਮਾ ਆਪਣੇ ਆਪ ਹੀ ਖਤਮ ਹੋ ਜਾਣਾ। ਜਿਹੜੀਆਂ ਅਗਿਆਨ ਰੂਪੀ ਜਿਹੜੀਆਂ ਅੱਖਾਂ ਬੰਦ ਨਾ ਸਾਡੀਆਂ ਖੁੱਲ ਜਾਣੀਆਂ। ਸਾਡੇ ਅੰਦਰ ਇੱਕ ਗਿਆਨ ਇੰਦਰੀ ਹੈ। ਜਦੋਂ ਉੱਥੇ ਦੋ ਅੱਖਾਂ ਨੇ, ਇੱਕ ਅਗਿਆਨ ਆਖਿਆ, ਇੱਕ ਗਿਆਨ ਆਖਿਆ। ਫਿਰ ਜਿਹੜੀ ਅਗਿਆਨ ਅੱਖ ਖੁੱਲੀ ਹੈ ਤੇ ਗਿਆਨ ਅੱਖ ਬੰਦ ਆ। ਫਿਰ ਹੋਣਾ ਕਿ ਜਿਵੇਂ ਜਿਵੇਂ ਤੁਸੀਂ ਭਗਤੀ ਕੀਤੀ, ਮਨ ਜਿਹੜਾ ਨਿਰਵਿਚਾਰ ਹੋ ਗਿਆ, ਆਤਮਾ ਤੱਤ ਚ ਠਹਿਰਿਆ ਨਿਜਰ ਸਾਹਿਬ, ਤੇ ਕੀ ਹੋਣਾ ਕਿ ਜਿਹੜੀ ਅਗਿਆਨ ਅੱਖ ਬੰਦ ਹੋ ਜਾਣੀ ਹੈ ਤੇ ਗਿਆਨ ਅੱਖ ਖੁੱਲਣੀ ਸ਼ੁਰੂ ਹੋ ਜਾਣੀ। ਸਾਡੇ ਅੰਦਰ ਚੇਤਨਾ ਇੱਕ ਹੈਗੀ, ਦੋ ਕਿਸਮ ਦੀ ਚੇਤਨਾ, ਇੱਕ ਅੰਤਰਮੁਖੀ, ਇੱਕ ਬਾਹਰਮੁਖੀ। ਜਦੋਂ ਸੁਰਤੀ ਸਾਡੀ ਆਤਮਾ ਤੱਤ ਠਹਿਰ ਗਈ, ਫਿਰ ਸਾਡੀ ਅੰਦਰਲੀ ਅੰਦਰ ਇੱਕ ਅੱਖ ਹੈਗੀ ਆ, ਜਿਹਨੂੰ ਵਿਵੇਕ ਬੁੱਧੀ ਕਹਿੰਦੇ ਆ। ਵਿਵੇਕ ਬੁੱਧੀ ਦਾ ਮਤਲਬ ਜਿਹੜੀ ਐਡੀ ਪਾਵਰਫੁਲ ਬੁੱਧੀ ਹੁੰਦੀ ਆ, ਉਹ ਕੀ ਕਰਦੀ ਹੈ, ਫਿਰ ਤੁਹਾਨੂੰ ਸਾਨੂੰ ਨਹੀਂ ਪਤਾ ਲੱਗਦਾ ਕਿ ਉਹ ਚਿਕਾਰੀ ਨੇ ਕੰਡਾ ਲੱਗਾ। ਫਿਰ ਉਹ ਵਿਵੇਕ ਬੁੱਧੀ ਕੀ ਵੇਂਦੀ, ਉਹ ਕਰਮ ਦੇ ਵਿੱਚ ਅੰਦਰ ਵੇਖ ਲੈਂਦੀ ਕਿ ਕਿਹੜੀ ਕੁੰਡੀ ਫਸੀ ਹੈ। ਬਹੁਤ ਪਾਵਰਫੁਲ ਬੁੱਧੀ ਆ, ਉਹਨੂੰ ਕਿਸੇ ਗ੍ਰੰਥ ਗੁਰੂ ਦੀ ਲੋੜ ਨਹੀਂ, ਉਹਦੇ ਆਪ ਹੀ ਆਤਮਾ ਹੈਗੀ ਉਹ। ਫਿਰ ਉਹ ਸਾਨੂੰ ਕਹਿੰਦੀ ਬਈ ਇਹ ਕਰਮ ਹੀ ਇਹਦੇ ਅੰਦਰ ਆਈ। ਐਕਸਰੇ ਕਰਕੇ ਉਹਦੇ ਅੰਦਰ ਐਕਸਰਾ ਲੱਗਾ ਹੈ, ਉਹ ਕਰਮ ਨੂੰ ਵੇਖੂਗੀ, ਉਹਨੂੰ ਪਤਾ ਹੈ ਕਰਮ ਦਾ ਮਤਲਬ ਕੀ। ਉਹ ਬੜਾ ਦੂਰ ਤੱਕ ਵੇਖ ਲੈਂਦੀ ਛਣ ਦੇ ਵਿੱਚ। ऐसा कर्म कर दी नहीं पानी तो खुद क्या, ऐसा कर्म मूल ना कीजिए फिर पछताइए। ऐसा काम मूल्य ना कीजिए जित अंत पछताइए। हाँ वो पानी फिर विवेक बुद्धि नहीं पता है क्या नहीं मैं काम करना है, ते माया का कर्म है, ਉਹਦਾ ਤਿਆਗ ਕਰ ਦਿੰਦੀ, ਲੰਘ ਜਾਂਦੀ ਆ। ਜਿਹੜਾ ਵਾ ਰਸਤਾ ਹੈਗਾ, ਭੋਗ ਹੈ, ਨਹੀਂ ਭੋਗਦੀ। ਵਿਵੇਕ ਪੈਦਾ ਹੋ ਗਿਆ ਅੰਦਰ, ਆਪਣਾ ਵਿਵੇਕ।
ਹੁਣ ਕਿਤਾਬਾਂ 'ਚ ਕੀ ਲਿਖਿਆ, ਗ੍ਰੰਥਾਂ 'ਚ ਕੀ ਲਿਖਿਆ, ਉਹ ਤੇ ਸਮਾਂ ਨਾ ਉਹ ਤਾਂ ਇਹਨਾਂ ਦੀਆਂ ਗੱਲਾਂ। ਹੁਣ ਸਾਡੇ ਸਾਹਮਣੇ ਪ੍ਰੈਕਟੀਕਲ ਲਾਈਫ ਆ। ਹੁਣ ਅਸੀਂ ਬਾਜ਼ਾਰ ਜਾਂਦੇ ਹਾਂ, ਮਾਲ ਜਾਂਦੇ ਹਾਂ, ਸਾਡੇ ਜੀਵਨ 'ਚ ਕਈ ਚੀਜ਼ ਆਉਂਦੇ ਆ, ਉਹ ਚੀਜ਼ ਨੂੰ ਕਿੱਦਾਂ ਵੇਖਦੇ ਉਹ ਤੇ ਸਾਨੂੰ ਡਿਸੀਜਨ ਲੈਣਾ ਹੈ ਕਿ ਉਹ ਨਿੱਜੇ ਸਾਹਿਬ ਬਿਲਕੁਲ ਉਹ ਤੇ ਪ੍ਰੈਜ਼ੈਂਟ ਸਿਚੁਏਸ਼ਨ 'ਚ ਕੀ ਕੰਡੀਸ਼ਨ ਆ ਉਹ ਡਿਸੀਜਨ ਸਾਡਾ ਆਪਣਾ ਇੰਡੀਵਿਜੂਅਲ। ਬਿਲਕੁਲ, ਕਿਉਂਕਿ ਉਹਦਾ ਪੇਜ ਅਸੀਂ ਲਿਖਣ ਹਰ ਦਿਨ ਦਾ ਪੇਜ ਸਾਡੇ ਹੱਥ 'ਚ। ਜਦੋਂ ਵਿਵੇਕ ਹੱਥ 'ਚ ਆ ਗਿਆ ਤੇ ਤੁਸੀਂ ਫਾਲਤੂ ਦੀ ਚੀਜ਼ ਲਿਖਣੀ। ਤੇ ਜਦੋਂ ਮਨ ਅੰਤਰਮੁਖੀ ਹੈ, ਹਉਮੈ ਤੋਂ ਮੁਕਤ ਹੈ, ਫਿਰ ਪੇਜ ਖਾਲੀ ਰਹਿ ਜਾਂਦਾ, ਉੱਤੇ ਕੋਈ ਲਿਖਿਆ ਨਹੀਂ ਜਾਂਦਾ। ਨਾ ਕੋਈ ਚੰਗਾ ਕਰਮ ਲਿਖ ਸਕਦੇ ਹਾਂ ਆਪਾਂ, ਨਾ ਮਾੜਾ ਕਰਮ। ਹੌਲੀ ਹੌਲੀ ਕਰਕੇ ਜਦੋਂ ਸੁਰਤੀ ਅੰਤਰਮੁਖੀ ਹੋ ਗਈ ਤੇ ਮਨ ਨੇ ਨਸ਼ਟ ਹੋ ਜਾਣਾ। ਫਿਰ ਕੱਲੀ ਸੁਰਤੀ ਰਹਿ ਜਾਏਗੀ ਚੇਤਨਾ। ਚੇਤਨਾ ਜਿਹੜੀ ਹੈਗੀ ਅਨਮਨੀ ਅਵਸਥਾ ਕਿਹਾ ਬਾਣੀ ਦੇ ਵਿੱਚ, ਗੁਰੂ ਗ੍ਰੰਥ ਸਾਹਿਬ 'ਚ ਵੀ ਲਿਖਿਆ। ਅਨਮਨੀ ਮਤਲਬ ਮਨ ਨਹੀਂ ਹੈਗਾ, ਔਰ ਜਿੱਥੇ ਮਨ ਨਹੀਂ ਹੈਗਾ ਉੱਥੇ ਅਸੀਂ ਵੀ ਨਹੀਂ ਹੈਗੇ, ਉੱਥੇ ਬੰਧਨ ਵੀ ਨਹੀਂ ਹੈਗਾ। ਅੱਜ ਦੀ ਵਿਚਾਰਨੇ 'ਚ ਸਰ ਹਾਂਜੀ ਬਸ ਬਿਲਕੁਲ ਠੀਕ ਹੈ ਜੀ, ਬਹੁਤ ਵਧੀਆ। ਫਿਰ ਅਸੀਂ ਆਹ ਲੈਣ ਤੋਂ ਹੀ ਬਚ ਜਾਂਦੇ ਹਾਂ। ਅਸੀਂ ਲੈਣ ਦੇ ਵਿੱਚ ਫਿਰ ਜੇ ਅਸੀਂ ਅਨਮਨੀ ਅਵਸਥਾ ਪ੍ਰਾਪਤ ਕਰ ਲਈ, ਫਿਰ ਨਾਨਕ ਪ੍ਰਭ ਵਿਸਰਤ ਮਰ ਜਮ ਮਰ ਅਭਾਗੇ, ਫਿਰ ਅਸੀਂ ਅਭਾਗੇ ਨਹੀਂ ਰਹਿ ਜਾਂਦੇ। ਮੈਂ ਤੇ ਇਹ ਕਹਿੰਦਾ ਜੰਮਦੇ ਮਰਨ ਜਨਮ ਮਰਨ ਦੇ ਗੇੜੇ 'ਚ ਨਹੀਂ ਜਾਂਦੇ, ਜਨਮ ਮਰਨ ਦੇ ਗੇੜ 'ਚ ਨਹੀਂ ਜਾਂਦੇ ਅਸੀਂ। ਉਹ ਭਾਗੇ ਨਹੀਂ, ਜੋ ਅਭਾਗੇ ਦਾ ਮਤਲਬ ਪਤਾ ਕਿਹੜੇ ਹੁੰਦੇ, ਜਿਹੜੇ ਪਾਣੀ 'ਚ ਪਿਆ। ਫਿਰ ਅਸੀਂ ਅਭਾਗੇ ਨਹੀਂ ਬਣਾਂਗੇ। ਤੇ ਜੇ ਅਸੀਂ ਉਸ ਚੀਜ਼ ਨੂੰ ਜਾਣੇ ਬਿਨਾਂ ਸੰਸਾਰ ਤੋਂ ਚੱਲ ਜਾਂਦੇ, ਫਿਰ ਅਸੀਂ ਅਭਾਗੇ ਹਾਂ। ਬਾਕੀ ਵੱਡੇ ਪਾਣੀ ਦੇ ਵਿੱਚ ਜਿਹਨੂੰ ਸਮਝਾਇਆ, ਉਹ ਕੋਸ਼ਿਸ਼ ਕਰਿਆ ਕਰੋ, ਸਾਧਨਾ ਕਰੋ। ਅੱਛਾ, 3-4 ਗੱਲਾਂ ਦੱਸਣੀਆਂ ਜੀ ਤੁਹਾਨੂੰ ਮੈਂ। ਇੱਕ ਤੇ ਜਿਹੜਾ ਹੱਥ ਵਾਲਾ ਪਿਆ ਨਾ ਤੁਹਾਨੂੰ 3 ਉਂਗਲਾਂ ਸਿੱਧੀਆਂ ਤੇ ਚੀਚੀ ਨਾਲ ਅੰਗੂਠਾ ਲਗਾ ਕੇ ਰੱਖਣਾ, ਉਹ 2-4 ਮਿੰਟ 5 ਮਿੰਟ ਹੀ ਲੋੜ ਹੈ। ਜਿੰਨਾ ਚਿਰ ਤੱਕ ਕੋਈ ਨਿਰਵਿਚਾਰ ਨਹੀਂ ਹੁੰਦੇ। ਜਦੋਂ ਨਿਰਵਿਚਾਰ ਹੋ ਗਏ ਫਿਰ ਹੱਥ ਸਿੱਧਾ ਕਰ ਲੈਣਾ। ਇੱਕ ਸਾਧਨਾ ਕਰਕੇ ਸੋਇਆ ਕਰੋ, ਕੋਸ਼ਿਸ਼ ਕਰਿਆ ਕਰੋ ਕਿ ਸਾਧਨਾ ਕਰਨ ਤੋਂ ਬਾਅਦ ਸੋਣਾ ਵੱਧਾ ਘੰਟਾ। ਇੱਕ ਜਦੋਂ ਵੀ ਸਾਧਨਾ ਤੁਹਾਡੀ ਸਹੀ ਚੱਲ ਗਈ, ਤੁਹਾਡੇ ਦੇ ਨਾ ਬੜਾ ਅੰਦਰ ਸਹਿਣਸ਼ੀਲਤਾ ਬਹੁਤ ਹੋਣੀ। ਹੁਣ ਤੁਹਾਨੂੰ ਮੌਸਮ ਤੇ ਡਿਸਟਰਬ ਨਹੀਂ ਕਰੂਗਾ। ਬਹੁਤੀ ਠੰਡ ਹੋਈ ਤੇ ਤਾਂ ਵੀ ਤੁਹਾਨੂੰ ਕੋਈ ਵੱਡੀ ਗੱਲ ਨਹੀਂ, ਬਹੁਤੀ ਗਰਮੀ ਵੀ ਪੈ ਗਈ ਤੇ ਤਾਂ ਵੀ ਵੱਡੀ ਗੱਲ ਨਹੀਂ। ਉਹਦੇ ਅੰਦਰ ਸਹਿਜ ਆ ਰਿਹਾ, ਇਹ ਕੋਈ ਅਨੁਭਵ ਹੈ। ਤੇ ਆਪਣੇ ਤੁਸੀਂ ਨੂੰ ਵੇਖੋ, ਔਰ ਸਾਧਨਾ ਦੇ ਨਾਲ ਕੁਝ ਸਮੇਂ ਲਈ ਨਾ ਮੈਮਰੀ ਡਿਲੀਟ ਹੋਣੀ ਹੈ ਤੁਹਾਡੀ। ਉਹ ਟੈਨਸ਼ਨ ਨਹੀਂ ਲੈਣੀ, ਉਹ ਆਪੇ ਵਾਪਸ ਆ ਜਾਣੀ ਕੁਝ ਸਮੇਂ ਬਾਅਦ। ਔਰ ਇੱਕ ਚੀਜ਼ ਹੋਰ ਸੀ, ਔਰ ਬਸ ਇਹੋ ਹੀ ਆ, ਇਹ ਡਿਲੀਟ ਹੋ ਜਾਊਗੀ, ਵਾਪਸ ਆ ਜਾਊਗੀ। ਤੇ ਇੱਕ ਕ੍ਰੋਧ ਹੋਣਾ ਥੋੜੇ ਸਮੇਂ ਲਈ, 2-2.5 ਮਹੀਨੇ ਤੁਹਾਨੂੰ ਚਿੜਚਿੜਾਪਨ ਬਹੁਤ ਰਹਿਣਾ। ਤੇ ਆਪਣੇ ਘਰਦਿਆਂ ਨੂੰ ਕਹਿ ਦਿਓ ਕਿ ਥੋੜਾ ਜਿਹਾ ਮੇਰੇ ਤੇ ਪੇਸ਼ੈਂਟ ਰੱਖਿਓ, ਕਿਉਂਕਿ ਮੈਂ ਸਾਧਨਾ ਕਰ ਰਿਹਾ ਜਾਂ ਕਰ ਰਹੀ ਹਾਂ। ਉਸ ਸਮੇਂ ਲਈ ਮੈਂ ਏਦਾਂ ਦਾ ਮੇਰਾ ਸੁਭਾਅ ਰਹੇਗਾ। ਮੈਂ ਕੋਸ਼ਿਸ਼ ਕਰਾਂਗੀ, ਮੈਂ ਨਹੀਂ ਕਰਦੀ, ਪਰ ਫਿਰ ਵੀ ਜੇ ਮੈਂ ਚਿੜਚਿੜਾ ਮਹਿਸੂਸ ਕਰੋ, ਮੇਰੇ ਤੋਂ ਤੁਸੀਂ ਇਰੀਟੇਟ ਹੋ, ਤੇ ਪਲੀਜ਼ ਥੋੜਾ ਜਿਹਾ ਮੈਨੂੰ ਹੈਲਪ ਕਰੋ। ਮੈਂ ਇੱਕ ਪ੍ਰੋਸੈਸ ਦੇ ਵਿੱਚ ਲੰਘ ਰਹੀ ਹਾਂ, ਇਹਦੇ ਕਰਕੇ ਹੋ ਰਿਹਾ। ਠੀਕ ਹੈ ਨਾ ਜੀ ਸਾਹਿਬ? ਬਿਲਕੁਲ ਜੀ। ਹਾਂ, ਅਗਲੇ ਨੂੰ ਪਤਾ ਲੱਗ ਜੇ ਕਿਉਂਕਿ ਥੋੜੇ ਜਿਹੇ ਚਿੜਚਿੜੇ ਜਿਹੇ ਹੋ ਜਾਣਾ 2-2.5 ਮਹੀਨੇ, ਮਹੀਨਾ, 15-20 ਦਿਨ ਐਰਾ ਵਗੈਰਾ ਚੇਂਜਿਸ ਆ ਸਕਦੀਆਂ ਤੁਹਾਡੇ ਜੀਵਨ। ਤੇ ਅੱਜ ਦੀ ਵਿਚਾਰ ਇੱਥੇ ਸਮਾਪਤ ਕਰੀਏ। ਆਪਾਂ ਹੁਣ ਸਾਰੇ ਨਿਰਵਿਚਾਰ ਸਮਾਧੀ ਚ